ਲੇਖਕ ਜਿੰਦਰ ਦੁਆਰਾ ਸੰਪਾਦਿਤ ਪੁਸਤਕ ਵੱਡਾ ਰੁੱਖ, ਜਿਸ ਬਾਰੇ ਮਾਂ ਬਾਰੇ ਰੇਖਾ ਚਿੱਤਰ ਹਨ, ਦਾ ਅਗਲਾ ਲੇਖ ਹੈ ਸਭ ਦੀ ਬੇਬੇ ਤੇ ਮੇਰੇ ਬੀਜੀ। ਲੇਖਕ ਬਲਬੀਰ ਸੰਘੇੜਾ। ਮੇਰੀ ਬੀਜੀ ਕੱਦ ਦੀ ਨਿੱਕੀ ਜਿਹੀ, ਕਾਠ ਦੀ ਭਰਵੀਂ, ਗੋਰੀ ਚਿੱਟੀ, ਗੋਲ ਮਟੋਲ, ਬੋੜ ਦੀ ਗੋਲ ਵਰਗੀ ਸੋਹਣੀ ਸੀ। ਇਸੇ ਲਈ ਕਈ ਪਿੰਡ ਦੀਆਂ ਸਿਆਣੀਆਂ ਔਰਤਾਂ ਉਹਨਾਂ ਨੂੰ ਗੋਲ ਵੀ ਆਖ ਦਿੰਦੀਆਂ। ਤੁਰਦੇ ਤਾਂ ਸਹਿਜੇ ਜਿਹੇ ਹੌਲੇ ਹੌਲੇ ਪੱਬ ਧਰਦੇ, ਜ਼ਮੀਨ ਉੱਤੇ ਜਿਵੇਂ ਭਾਰ ਨਾ ਦਿੰਦੇ ਹੋਣ। ਧਰਤੀ ਨੂੰ ਬਚਾ ਬਚਾ ਕੇ ਤੁਰਦੇ, ਜਿਵੇਂ ਉਹਨਾਂ ਦੇ ਭਾਰ ਨਾਲ ਧਰਤੀ ਲਿਫ ਜਾਏਗੀ। ਉਹਨਾਂ ਦੇ ਹੱਥ ਪੈਰ ਬਹੁਤ ਸੋਹਣੇ ਸਨ, ਸੁਨਹਿਰੀ ਜਿਹੀ ਭਾਅ ਮਾਰਦੇ, ਪੈਰ ਨਿੱਕੇ ਨਿੱਕੇ ਜਪਾਨੀ ਗੁੱਡੀਆਂ ਵਰਗੇ। ਮੈਂ ਨਿੱਕੀ ਹੁੰਦੀ ਉਹਨਾਂ ਦੇ ਗੋਡੇ ਮੁੱਢ ਬੈਠ ਕੇ ਉਹਨਾਂ ਦੇ ਹੱਥ ਤੇ ਪੈਰ ਨਾਪਦੀ ਰਹਿੰਦੀ ਸਾਂ। ਮੈਂ ਦੇਖਦੀ ਕਿ ਕਿਵੇਂ ਉਹ ਚਾਟੀ 'ਚ ਮਧਾਣੀ ਪਾ ਕੇ ਦੁੱਧ ਰਿੜਕਦੇ, ਕਿਵੇਂ ਚੱਕੀ ਨੂੰ ਹੱਥੀਂ ਫੜ ਪੀਂਦੇ, ਕਪਾਹ ਦੀਆਂ ਫੁੱਟੀਆਂ ਨੂੰ ਚੁਗਦੇ, ਵਿੱਚੋਂ ਕੀੜੇ ਜੇ ਵਾਲਾ ਰੂੰ ਅੱਡ ਕਰਦੇ, ਖੇਸੀਆਂ ਦੇ ਬੰਬਲ ਵੱਟਦੇ। ਉਹ ਸਵੇਰੇ ਵੇਲੇ ਸਿਰ ਉੱਠਦੇ ਤੇ ਚੱਕੀ ਚਲਾ ਦਿੰਦੇ। ਚੱਕੀ ਤੋਂ ਵਿਹਲੇ ਹੁੰਦੇ ਦੁੱਧ ਰਿੜਕਣ ਲੱਗ ਪੈਂਦੇ। ਦੁੱਧ ਰਿੜਕ ਕੇ ਹਟਦੇ ਤਾਂ ਚੁੱਲ੍ਹਾ ਚੌਂਕਾ ਸਾਂਭ ਲੈਂਦੇ। ਉਹ ਤੋਂ ਵਿਹਲੇ ਹੁੰਦੇ ਤਾਂ ਚਰਖੇ ਨਾਲ ਸਾਂਝ ਪਾ ਲੈਂਦੇ। ਸਮਝੋ ਮੈਂ ਉਹਨਾਂ ਨੂੰ ਕਦੇ ਵੀ ਵਿਹਲੇ ਬੈਠੇ ਨਹੀਂ ਸੀ ਦੇਖਿਆ। ਕੋਈ ਨਾ ਕੋਈ ਕੰਮ ਉਹਨਾਂ ਦੇ ਹੱਥਾਂ 'ਚ ਹੁੰਦਾ ਤੇ ਉਹ ਚੁੱਪ ਚੁਪੀਤੇ ਆਪਣੀ ਮਸਤ ਚਾਲ 'ਚ ਕੰਮ ਕਰਦੇ ਰਹਿੰਦੇ। ਉਹਨਾਂ ਦੀ ਚੁੱਪ ਦਾ ਸ਼ੋਰ ਇਉਂ ਜਾਪਦਾ ਜਿਵੇਂ ਉਹਨਾਂ ਦੇ ਅੰਦਰ ਨੂੰ ਖਾ ਰਿਹਾ ਹੋਵੇ। ਚੁੱਪ ਘਾਤਕ ਹੁੰਦੀ ਹੈ, ਉਹ ਬੰਦੇ ਦਾ ਅੰਦਰ ਬਾਹਰ ਨਿਕਲ ਜਾਂਦੀ ਹੈ, ਤੇ ਮੇਰੇ ਬੀਜੀ ਦਾ ਅੰਦਰ ਵੀ ਜਿਵੇਂ ਇਸੇ ਤਰ੍ਹਾਂ ਖਾ ਹੁੰਦਾ ਰਿਹਾ। ਜ਼ਿੰਦਗੀ ਦੀ ਬੇਇਨਸਾਫੀ ਨੇ ਉਹਨਾਂ ਨੂੰ ਚੁੱਪ ਚੁਪੀਤੇ ਜੇ ਬਣਾ ਦਿੱਤਾ ਸੀ। ਜਿਹੜੀ ਕੁੜੀ 13-14 ਵਰ੍ਹਿਆਂ ਦੀ ਮੁਕੰਦਪੁਰੀਏ ਸਰਦਾਰਾਂ ਦੇ ਘਰ ਵਿਆਹੀ ਆਈ ਸੀ, ਜਿਹੜੀ ਆਪਣੀ ਮਾਂ ਦੇ ਘਰ ਨਟਖਟ ਜਿਹੀ ਸ਼ਰਾਰਤਾਂ ਕਰਿਆ ਕਰਦੀ ਸੀ, ਅੰਬਾਂ ਦੇ ਬਾਗਾਂ 'ਚ ਦੌੜੀ ਫਿਰਦੀ ਸੀ, ਸਹੇਲੀਆਂ ਨਾਲ ਗੀਟੇ ਖੇਡਦੀ ਸੀ, ਗੀਤ ਗਾਉਂਦੀ, ਨਾਟ ਕਰਦੀ, ਉਹ ਸਹੁਰੇ ਘਰ ਆ ਕੇ ਚੁੱਪ ਗੁੜਪ ਜਿਹੀ ਹੋ ਗਈ ਸੀ। ਬਸ ਸਹਿਜੇ ਜਿਹੇ ਬੋਲਦੇ, ਧੀਮੀ ਜਿਹੀ ਆਵਾਜ਼ 'ਚ, ਸਭ ਵੱਲ ਵੇਖਦੇ ਰਹਿੰਦੇ। ਉਹਨਾਂ ਦੀਆਂ ਝੀਲ ਵਰਗੀਆਂ ਡੂੰਘੀਆਂ ਅੱਖਾਂ 'ਚ ਵੀ ਜਿਵੇਂ ਸਵਾਲ ਖੜੇ ਰਹਿੰਦੇ। ਮੈਨੂੰ ਉਹਨਾਂ ਦੀ ਤੋਰ ਬਹੁਤ ਸੋਹਣੀ ਲੱਗਦੀ ਸੀ। ਮੈਂ ਨਿੱਕੀ ਹੁੰਦੀ ਉਹਨਾਂ ਦੀ ਤੋਰ ਵੇਖ ਕੇ ਉਹਨਾਂ ਨੂੰ ਛੇੜਦੀ ਹੁੰਦੀ ਸੀ ਕਿ ਤੁਸੀਂ ਇੰਨੇ ਨਿੱਕੇ ਪੈਰਾਂ ਨਾਲ ਕਿਵੇਂ ਤੁਰ ਲੈਂਦੇ ਹੋ? ਉਹਨਾਂ ਦਾ ਭਾਰਾ ਸਰੀਰ, ਪੈਰ ਕਿਵੇਂ ਝੱਲਦੇ ਹੋਣਗੇ? ਮੈਂ ਹੈਰਾਨ ਹੋਇਆ ਕਰਦੀ ਸੀ। ਉਹ ਸਹਿਜੇ ਜਿਹੇ ਆਖਦੇ, ਰੱਬ ਨੇ ਕੁਝ ਸੋਚ ਕੇ ਹੀ ਬਣਾਏ ਹੋਣਗੇ, ਆਪੇ ਭਾਰ ਝੱਲ ਲੈਂਦੇ ਐ। ਮੈਨੂੰ ਮੇਰੇ ਬੀਜੀ ਦੇ ਲੰਮੇ ਵਾਲ ਬਹੁਤ ਸੁੰਦਰ ਲੱਗਦੇ ਸਨ। ਉਹਨਾਂ ਦੀਆਂ ਪਿੰਨੀਆਂ ਤੱਕ ਲੰਬੇ ਤੇ ਭਾਰੇ, ਦੁੱਧ ਚਿੱਟੇ। ਜਦੋਂ ਵਾਲ ਵਾਹੁੰਦੇ ਤਾਂ ਥੱਕ ਜਾਂਦੇ, ਬਾਹਾਂ ਹਫ ਜਾਂਦੀਆਂ। ਜਦੋਂ ਉਹਨਾਂ ਨੂੰ ਧੋਂਦੇ ਤਾਂ ਕਹਿੰਦੇ, ਅੱਜ ਮੇਰੀਆਂ ਬਾਹਾਂ ਦੀ ਬੱਸ ਹੋ ਗਈ। ਉਹ ਆਪਣੀਆਂ ਦੋਨੋਂ ਬਾਹਾਂ ਦੋਨੀ ਪਾਸਿਓਂ ਜਿਵੇਂ ਸੁੱਟ ਦਿੰਦੇ ਤੇ ਉਹ ਨਿੱਸਲ ਪਈਆਂ ਉਹਨਾਂ ਵੱਲ ਦੇਖਦੀਆਂ। ਮੈਂ ਉਹਨਾਂ ਦੇ ਵਾਲ ਹਮੇਸ਼ਾ ਦੁੱਧ ਚਿੱਟੇ ਹੀ ਦੇਖੇ। ਮੈਨੂੰ ਕਦੀ ਸਮਝ ਨਹੀਂ ਸੀ ਪਈ ਕਿ ਹੋਰ ਕੁੜੀਆਂ ਦੀਆਂ ਮਾਵਾਂ ਦੇ ਵਾਲ ਕਾਲੇ ਸਿਆਹ ਹੁੰਦੇ ਸਨ ਤੇ ਮੇਰੇ ਬੀਜੀ ਦੇ ਚਿੱਟੇ। ਥੋੜ੍ਹੀ ਵੱਡੀ ਹੋਈ ਤਾਂ ਮੈਂ ਪੁੱਛਿਆ, ਤੁਹਾਡੇ ਸਿਰ ਦੇ ਵਾਲ ਕਿਉਂ ਚਿੱਟੇ ਹਨ? ਮਾਸੀ ਜੀ ਦੇ ਤਾਂ ਹਾਲੇ ਕਾਲੇ ਹਨ। ਮੁਸਕੜੀ ਜੀ ਹੱਸੇ, ਕਹਿਣ ਲੱਗੇ, ਕਿਉਂਕਿ ਮੈਂ ਰੱਬ ਨੂੰ ਵੱਧ ਪਿਆਰੀ ਹਾਂ। ਉੱਤਰ ਨਿੱਕਾ ਜਿਹਾ ਸੀ, ਪਰ ਇਹਦੇ ਅੰਦਰਲਾ ਰੁਦਨ ਮੈਂ ਉਸ ਉਮਰ ਨਹੀਂ ਸਾਂ ਸਮਝ ਸਕੀ। ਮੈਨੂੰ ਇਸ ਗੱਲ ਦੀ ਸਮਝ ਨਾ ਪਈ। ਜਦੋਂ ਮੈਂ ਵੱਡੀ ਹੋਈ ਤਾਂ ਇੱਕ ਵੇਰ ਮਾਸੀ ਗੁਲਵੰਤ ਤੋਂ ਸੁਣਿਆ, ਤੇਰੀ ਬੀਬੀ ਏਦਾਂ ਦੀ ਹੀ ਹੈ। ਅਸੀਂ ਅੰਮ੍ਰਿਤਸਰ ਜਾਈਦਾ ਸੀ, ਦਾਸੋ ਦੇ ਮੰਦਰ, ਮੇਰਾ ਵੀਰਾ ਤੇ ਮਾਸੀ ਦਾ ਬੇਟਾ। ਉੱਥੇ ਆਪਣੇ ਤਾਈ ਕੋਲ ਪੜ੍ਹਦੇ ਸੀ। ਜਦੋਂ ਅਸੀਂ ਜਾਂਦੀਆਂ ਤਾਂ ਹਰਿਮੰਦਰ ਸਾਹਿਬ ਵੀ ਜਾਂਦੀਆਂ। ਸਾਡਾ ਘਰ ਕਿੱਤਿਆਂ ਵਿੱਚ ਹੁੰਦਾ ਸੀ। ਇੱਕ ਦਿਨ ਅਸੀਂ ਦੋਨੋਂ ਗੁਰਦੁਆਰੇ ਗਈਆਂ, ਪਰ ਕਰਮਾਂ 'ਚ ਯਾਤਰੀ ਰਾਤ ਕੱਟ ਲਿਆ ਕਰਦੇ ਸਨ। ਉਹਨਾਂ ਦਿਨਾਂ 'ਚ ਕਿਹੜਾ ਦਿਹਾੜੀ 'ਚ ਪਿੰਡ ਨੂੰ ਮੁੜ ਹੁੰਦਾ ਸੀ, ਪਰ ਸਾਡਾ ਉੱਥੇ ਘਰ ਸੀ। ਅਸੀਂ ਗੁਰਦੁਆਰੇ ਜਾਂਦੀਆਂ ਹੀ ਘਰ ਆ ਜਾਂਦੀਆਂ। ਇੱਕ ਵੇਰ ਅਸੀਂ ਵੀ ਪਰਿਕਰਮਾ 'ਚ ਬੈਠੀਆਂ ਸੀ। ਸੋਚਿਆ ਸੀ ਰਾਤ ਦੀ ਆਰਤੀ ਤੋਂ ਬਾਅਦ ਘਰ ਨੂੰ ਜਾਵਾਂਗੇ। ਇੱਕ ਬੰਦਾ ਸਾਡੇ ਨੇੜੇ ਪਰਿਕਰਮਾ 'ਚ ਲੰਮਾ ਪਿਆ ਸੀ। ਉਹਨੇ ਤੇਰੀ ਬੀਬੀ ਨੂੰ ਦੇਖ ਕੇ ਟੌਂਚ ਜਿਹੀ ਕਰਤੀ। ਰਜਿੰਦਰ ਕੌਰ ਉੱਠੀ। ਇਹਨੇ ਅੱਡੀਆਂ ਨਾਲ ਉਸ ਲੰਮੇ ਪਏ ਆਦਮੀ ਦੀ ਹਿੱਕ ਭੰਨ ਦਿੱਤੀ। ਲੋਕੀ ਇਕੱਠੇ ਹੋ ਗਏ। ਉਹਨਾਂ ਨੇ ਵੀ ਉਸ ਆਦਮੀ ਨੂੰ ਫਿੱਟ ਲਾਹਣਤ ਪਾਈ। ਥੱਕ ਥੁੱਕ ਕੇ ਤੇਰੀ ਬੀਬੀ ਬੈਠ ਗਈ। ਮੂੰਹ ਲਾਲ ਹੋਇਆ ਪਿਆ। ਉਹ ਬੰਦਾ ਤਾਂ ਡਰਦਾ ਹੋ ਗਿਆ ਤੇ ਇਹ ਬੈਠੀ ਹੱਸੇ ਕਿ ਇਹਨੇ ਕੀ ਕੀਤਾ ਸੀ, ਕਿਵੇਂ ਇਸ 'ਚ ਇੰਨੀ ਹਿੰਮਤ ਆ ਗਈ। ਅਸੀਂ ਦੇਖਦੇ ਰਹਿ ਗਏ। ਇਹ ਘਰ ਆਈ, ਪੇਠੇ ਦਾ ਪਾਣੀ ਲੈ ਕੇ ਵਿੱਚ ਲੂਣ ਪਾ ਕੇ ਕੇਸੀ ਨਹਾਉਣ ਬਹਿ ਗਈ। ਪਤਾ ਨਹੀਂ ਹੋਰ ਕੀ ਵਿੱਚ ਪਾਇਆ, ਇਹਦਾ ਸਿਰ ਚਿੱਟਾ ਹੋ ਗਿਆ। ਕਹਿਣ ਲੱਗੀ, ਹੁਣ ਲੋਕੀ ਮੈਨੂੰ ਬੇਬੇ ਸੱਦਿਆ ਕਰਨਗੇ। ਸੱਚ ਹੀ ਉਹ ਸਭ ਦੀ ਬੇਬੇ ਬਣ ਗਈ।
ਪਿੰਡ ਦੀਆਂ ਕੁੜੀਆਂ ਵਹੁਟੀਆਂ ਉਹਨਾਂ ਨੂੰ ਬੇਜੀ ਸੱਦਦੀਆਂ ਤੇ ਮੇਰੇ ਤਾਏ ਦੇ ਨਿਆਣੇ ਸਭ ਬੇਬੇ ਸੱਦਦੇ। ਮੇਰਾ ਵੀਰਾ ਦਰਸ਼ਨ ਵੀ ਬੇਬੇ ਹੀ ਸੱਦਦਾ। ਸਿਰਫ ਮੈਂ ਹੀ ਉਹਨਾਂ ਨੂੰ ਬੀਜੀ ਬੁਲਾਉਂਦੀ ਸਾਂ ਤੇ ਲਾਡ ਨਾਲ ਅੰਮੂ ਕਿਹਾ ਕਰਦੀ ਸੀ। ਬੀਜੀ ਸਿਆਣੇ ਲੱਗ ਕੇ ਬਹੁਤ ਖੁਸ਼ ਹੁੰਦੇ। ਸਿਆਣੇ ਬਣੇ ਰਹਿਣ ਦਾ ਉਹਨਾਂ ਦਾ ਆਪਣਾ ਤਰਕ ਹੁੰਦਾ ਸੀ। ਜਦੋਂ ਆਖਦੇ ਹੋਏ ਮੈਨੂੰ ਸਮਝਾਉਂਦੇ, ਬੀਬੋ ਆਪਣੇ ਤੋਂ ਵੱਡੇ ਨੂੰ ਇੰਨਾ ਛੋਟਾ ਬਣਾ ਦਿਓ, ਆਪਣੇ ਤੋਂ ਵੱਡੇ ਨੂੰ ਇੰਨਾ ਵੱਡਾ ਬਣਾ ਦਿਓ ਕੋਈ ਕਦੀ ਨੀਵੀਂ ਨਜ਼ਰ ਕਰਕੇ ਤੁਹਾਨੂੰ ਦੇਖ ਨਾ ਸਕੇ, ਤੇ ਆਪਣੇ ਛੋਟੇ ਨੂੰ ਇੰਨਾ ਛੋਟਾ ਬਣਾ ਦਿਓ ਕਿ ਉਹ ਤੁਹਾਡੇ ਮੂਹਰੇ ਅੱਖ ਨਾ ਚੁੱਕ ਸਕੇ। ਉਸ ਵੇਲੇ ਮੈਨੂੰ ਇਸ ਗੱਲ ਦੀ ਸਮਝ ਨਾ ਆਈ, ਪਰ ਜ਼ਿੰਦਗੀ ਜਿਉਂਦਿਆਂ ਹਰ ਖੇਤਰ 'ਚ ਵਿਚਰਦਿਆਂ ਇਹ ਤਰਕ ਮੇਰੇ ਬਹੁਤ ਕੰਮ ਆਇਆ। ਉਹ ਆਪਣੇ ਪਹਿਰਾਵੇ ਦਾ ਖਾਸ ਖਿਆਲ ਰੱਖਦੇ। ਪਹਿਰਾਵਾ ਵੀ ਸਿਆਣਿਆਂ ਵਾਲਾ ਹੀ ਪਹਿਨਦੇ। ਖਾਸ ਤਰ੍ਹਾਂ ਦਾ ਕੁੜਤਾ ਸੌਂਦੇ, ਜੰਪਰ ਟਾਈਪ ਉਹ ਘੱਟ ਪਹਿਨਦੇ ਸਨ। ਆਪਣੇ ਪਹਿਰਾਵੇ ਬਾਰੇ ਆਖਦੇ, ਬੰਦਾ ਘਰ ਅੰਦਰ ਭਾਵੇਂ ਜਿਸ ਤਰ੍ਹਾਂ ਮਰਜ਼ੀ ਰਹੇ, ਪਰ ਬਾਹਰ ਨਿਕਲਣ ਵੇਲੇ ਆਪਣੀ ਤੰਗੀ ਤੁਰਸ਼ੀ ਨਹੀਂ ਦਿਖਾਉਣੀ ਚਾਹੀਦੀ। ਉਹਨਾਂ ਦਿਨਾਂ 'ਚ ਔਰਤਾਂ ਘੁੰਡ ਕੱਢਦੀਆਂ ਸਨ ਤੇ ਬੀਜੀ ਵੀ ਬੜੇ ਅੰਦਾਜ਼ ਨਾਲ ਘੁੰਡ ਕੱਢਦੇ। ਢਾਕੇ ਦੀ ਮਲਮਲ ਦਾ ਦੁਪੱਟਾ ਲੈਂਦੇ ਜਾਂ ਚਿਕਨ ਦਾ ਦੁਪੱਟਾ ਲੈਂਦੇ। ਕਾਲੇ ਸੂਫ ਦਾ ਘੱਗਰਾ ਪਹਿਨਦੇ। ਉਹ ਹੋਰ ਔਰਤਾਂ ਵਾਂਗ ਮਲਮਲ ਜਾਂ ਲੱਠੇ ਦਾ ਘੱਗਰਾ ਨਹੀਂ ਸਨ ਪਹਿਨਦੇ। ਚੱਦਰ ਬੂਸਕੀ ਦੀ ਹੁੰਦੀ। ਸ਼ਾਇਦ ਇਹ ਘਰ ਦੀ ਤਹਿਜ਼ੀਬ ਵੀ ਸੀ। ਸਾਡੇ ਘਰ ਘੁੰਡ 1959-60 ਕੁ ਦੁਆਲੇ ਚੁੱਕੇ ਗਏ। ਇਸ ਸਮੇਂ ਤੋਂ ਬਾਅਦ ਨਾ ਬੀਜੀ ਨੇ ਤੇ ਨਾ ਹੀ ਮਾਸੀ ਨੇ ਘੁੰਡ ਕੱਢਿਆ ਤੇ ਨਾ ਅਗਲੀ ਪੀੜ੍ਹੀ ਨੂੰ ਕੱਢਣ ਦਿੱਤਾ। ਬੀਜੀ ਦੀ ਪੈਰਾਂ ਦੀ ਜੁੱਤੀ ਜੋਤੀ ਦੀ ਬਣਾਈ ਹੁੰਦੀ। ਜੋਤੀ ਦਾ ਪੁੱਤਰ ਪਿਆਰਾ ਹਾਲੇ ਵੀ ਸਾਡਾ ਘਰ-ਬਾਰ ਸਾਂਭਦਾ ਹੈ। ਉਹਦੀ ਬਣਾਈ ਜੁੱਤੀ ਤੋਂ ਬਿਨਾਂ ਕਿਸੇ ਹੋਰ ਤੋਂ ਜੁੱਤੀ ਨਹੀਂ ਸੀ ਬਣਵਾਉਂਦੇ। ਜਦੋਂ ਜੁੱਤੀ ਬਣ ਕੇ ਆਉਂਦੀ ਤਾਂ ਉਹਨੂੰ ਨਿਹਾਰ ਕੇ ਦੇਖਦੇ, ਜਿਵੇਂ ਜੋਤੀ ਦੇ ਹੱਥਾਂ ਦੀ ਕਲਾਕਾਰੀ ਦੀ ਸਿਫਤ ਕਰ ਰਹੇ ਹੋਣ। ਉਹ ਜੋਤੀ ਨੂੰ ਕੋਲ ਬਿਠਾਲ ਕੇ ਆਖਦੇ, ਵੇ ਪੁੱਤ ਮੇਰੇ ਪੈਰਾਂ ਨੂੰ ਆਰਾਮ ਤੇਰੀ ਜੁੱਤੀ ਨਾਲ ਹੀ ਆਉਂਦਾ ਹੈ। ਤੈਨੂੰ ਹੀ ਮੇਰੇ ਮੇਚੇ ਦਾ ਪਤਾ ਹੈ। ਉਹ ਤੁਰਦੇ ਮਟਕ ਮਟਕ ਕੇ। ਸ਼ਾਇਦ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਪੈਰ ਉਹਨਾਂ ਦਾ ਭਾਰ ਨਹੀਂ ਸਹਿ ਸਕਦੇ। ਤੇਜ਼ ਰਫ਼ਤਾਰ ਨਾਲ ਮੈਂ ਉਹਨਾਂ ਨੂੰ ਕਦੀ ਤੁਰਦੇ ਨਹੀਂ ਦੇਖਿਆ। ਬਚਪਨ 'ਚ ਮੈਂ ਉਹਨਾਂ ਤੇ ਹੱਸਿਆ ਕਰਦੀ ਸਾਂ ਤੇ ਜਦੋਂ ਮੈਂ ਵੱਡੀ ਹੋਈ ਤਾਂ ਇਹ ਸਭ ਅਲਾਮਤਾਂ ਮੇਰੇ 'ਚ ਵੀ ਆ ਇਕੱਠੀਆਂ ਹੋਈਆਂ। ਮੈਂ ਉਹਨਾਂ ਵਾਂਗ ਹੀ ਤੁਰਨ ਲੱਗੀ, ਬੋਲਣ ਲੱਗੀ, ਗੱਲ ਕਰਨ ਤੇ ਸਮਝਣ ਲੱਗੀ। ਸ਼ਾਇਦ ਉਹਨਾਂ ਵਰਗੀ ਸਹਿਜਤਾ ਮੇਰੇ 'ਚ ਨਹੀਂ। ਮੇਰੇ ਹੱਥ ਪੈਰ ਵੀ ਮੇਰੇ ਬੀਜੀ ਵਰਗੇ ਹੀ ਹਨ। ਸਮਝੋ ਕਾਰਬਨ ਕਾਪੀ ਹਨ। ਮੇਰੇ ਹੱਥ ਦੇਖ ਕੇ ਸਭ ਘਰ ਦੇ ਆਖਦੇ ਕਿ ਇਹ ਕੁੜੀ ਕੰਮ ਕਿਸ ਤਰ੍ਹਾਂ ਕਰੂ। ਮੇਰੇ ਬੀਜੀ ਦਾ ਉੱਤਰ ਹੁੰਦਾ, ਜਿਸ ਤਰ੍ਹਾਂ ਮੈਂ ਕਰ ਲਿਆ ਉਸੇ ਤਰ੍ਹਾਂ ਇਹਨੇ ਵੀ ਸਾਂਭ ਲੈਣਾ। ਸੱਚ ਹੀ ਉਹਨਾਂ ਦਾ ਕਹਿਣਾ ਬਹੁਤ ਸਹੀ ਸੀ। ਮੈਂ ਆਪਣੀ ਬੀਜੀ ਵਾਂਗ ਹੀ ਸਭ ਕੁਝ ਸਾਂਭ ਸੰਭਾਲ ਲਿਆ। ਜੇਕਰ ਅਸੀਂ ਕਿਧਰੇ ਵਾਂਢੇ ਜਾਂਦੇ, ਉਹਨਾਂ ਦਿਨਾਂ 'ਚ ਸਫ਼ਰ ਕਰਨ ਲਈ ਬਹੁਤੀ ਸੁਵਿਧਾ ਨਹੀਂ ਸੀ ਹੁੰਦੀ। ਸਾਡੇ ਪਿੰਡੋਂ ਸਿਰਫ ਬੰਗਿਆਂ ਤੱਕ ਟਾਂਗਾ ਜਾਂਦਾ ਸੀ। ਕੋਈ ਕਦ ਬੱਸ ਬੰਗਿਆਂ ਤੱਕ ਜਾਂ ਜਲੰਧਰ ਨੂੰ ਜਾਂਦੀ ਸੀ। ਹੋਰ ਛੋਟੇ ਪਿੰਡਾਂ ਨੂੰ ਜਾਣਾ ਹੋਵੇ ਤਾਂ ਤੁਰ ਕੇ ਜਾਣਾ ਪੈਂਦਾ ਸੀ। ਬੰਗਿਆਂ ਤੋਂ ਮਾਲਾ ਨੂੰ ਜਾਣਾ ਹੋਵੇ ਤਾਂ ਵੀ ਤੁਰ ਕੇ। ਜੇਕਰ ਰੁੜ ਕੇ ਭੂਆ ਜੀ ਹਰਨਾਮ ਕੌਰ ਦੇ ਜਾਣਾ ਹੋਵੇ ਤਾਂ ਵੀ ਬੜੇ ਪਿੰਡ ਤੱਕ ਤੁਰ ਕੇ ਜਾਣਾ ਪੈਂਦਾ ਸੀ। ਮਸਾਣੀ ਤੋਂ ਪਿੰਡ ਤੱਕ ਉਜਾੜ ਹੀ ਉਜਾੜ ਹੁੰਦੀ ਸੀ। ਬੀਜੀ ਹੋਰੀ ਅਕਸਰ ਹੇੜੀਆਂ ਪਿੰਡ ਨੂੰ ਜਾਂਦੇ। ਹੇੜੀਆਂ ਦਾ ਰਸਤਾ ਰੇਤਲਾ ਸੀ। ਤਲਵੰਡੀ ਫੱਤੂ ਤੋਂ ਹੇੜੀਆਂ ਤੱਕ ਕੋਈ ਚਿੜੀ ਪਰਿੰਦਾ ਵੀ ਨਜ਼ਰ ਨਹੀਂ ਸੀ ਆਉਂਦਾ। ਘਰ ਦੀਆਂ ਔਰਤਾਂ, ਮਾਸੀ ਜੀ, ਭੂਆ ਜੀ ਤੇ ਮੇਰੀਆਂ ਭਾਬੀਆਂ, ਸਾਡੇ ਸਕਿਆਂ 'ਚ ਸਭ ਆਪਣੀ ਤੋਰੇ ਤੁਰਦੀਆਂ ਤੇ ਮੇਰੇ ਬੀਜੀ ਸਭ ਤੋਂ ਪਿੱਛੇ ਖੇਤ ਦੇ ਫਾਸਲੇ ਤੇ ਹੌਲੀ ਹੌਲੀ ਤੁਰੇ ਆਉਂਦੇ। ਮੈਂ ਛੋਟੀ ਸੀ, 10 ਕੁ ਵਰ੍ਹਿਆਂ ਦੀ, ਤੇ ਮੈਂ ਬੀਜੀ ਦਾ ਫਿਕਰ ਕਰਦੀ। ਬੀਜੀ ਮੈਨੂੰ ਬਾਰ-ਬਾਰ ਆਖਦੇ, ਜਾ ਆਪਣੀ ਭੂਆ ਨਾਲ ਰਲ ਜਾ, ਆਪਣੀ ਮਾਸੀ ਕੋਲ ਜਾ, ਮੈਂ ਆਪੇ ਆ ਜਾਣਾ, ਦੌੜ ਮੇਰੀ ਰਾਣੀ। ਮੈਂ ਕਦੀ ਪਿੱਛੇ ਤੇ ਕਦੀ ਅੱਗੇ ਦੌੜਦੀ। ਮੈਨੂੰ ਅੱਜ ਵੀ ਉਹ ਦਿਨ ਉਸੇ ਤਰ੍ਹਾਂ ਖੰਭਾ ਛੇੜ ਦਿੰਦੇ ਨੇ ਕਿ ਮੈਂ ਆਪਣੀ ਬੀਜੀ ਦਾ ਕਿਵੇਂ ਫਿਕਰ ਕਰਿਆ ਕਰਦੀ ਸੀ ਕਿ ਭੂਆ ਜੀ ਕਿਉਂ ਨਹੀਂ ਉਹਨਾਂ ਨੂੰ ਉਡੀਕਦੇ। ਬੀਜੀ ਇਕੱਲਿਆਂ ਨੂੰ ਜੇ ਕੁਝ ਹੋ ਗਿਆ ਤਾਂ ਕੀ ਹੋ। ਪਤਾ ਨਹੀਂ, ਮੇਰੇ ਬੀਜੀ ਦਾ ਹੱਠ ਕਮਾਲ ਦਾ ਸੀ। ਉਹ ਨਾ ਕਿਸੇ ਨੂੰ ਕੁਝ ਆਖਦੇ ਤੇ ਨਾ ਹੀ ਕਿਸੇ ਤੋਂ ਆਸ ਰੱਖਦੇ। ਅਗਲੀਆਂ ਗੱਲਾਂ ਬਾਤਾਂ ਕਰਦੀਆਂ ਤੁਰੀਆਂ ਰਹਿੰਦੀਆਂ। ਕਈ ਵਾਰ ਪਿੱਛੇ ਸਿਰ ਘੁਮਾ ਕੇ ਵੇਖ ਲੈਂਦੀਆਂ। ਮੈਨੂੰ ਇਉਂ ਵੀ ਲੱਗਦਾ ਜਿਵੇਂ ਬੀਜੀ ਤੇ ਹੱਸਦੀਆਂ ਹੋਣ। ਬੀਜੀ ਆਪਣੀ ਮਾਂ ਦੀ ਵੱਡੀ ਧੀ ਸੀ। ਉਹਨਾਂ ਤੋਂ ਵੱਡਾ ਉਹਨਾਂ ਦਾ ਵੀਰਾ ਮਾਸਟਰ ਨਿਰਮਲ ਸਿੰਘ ਸੀ। ਬੀਜੀ ਤੋਂ ਬਾਅਦ ਉਹਨਾਂ ਦੀਆਂ 2 ਜੋੜੀਆਂ ਭੈਣਾਂ ਜੰਮੀਆਂ, ਪਰ ਉਹਨਾਂ 'ਚੋਂ ਇੱਕ ਹੀ ਬਚ ਸਕੀ। ਇੱਕ 1.5 ਕੁ ਸਾਲ ਦੀ ਹੋ ਕੇ ਰੱਬ ਦੇ ਘਰ ਚਲੀ ਗਈ। ਦੋਹਾਂ ਭੈਣਾਂ ਦਾ 5 ਵਰ੍ਹੇ ਦਾ ਪਾੜਾ ਸੀ। ਮੇਰੇ ਬੀਜੀ ਜਿੱਥੇ ਸਹਿਜ ਜਿਹੇ ਸਨ, ਉੱਥੇ ਮੇਰੀ ਮਾਸੀ ਗੁਲਵੰਤ ਚੁਸਤ ਫੁਰਤ ਸੀ। ਦੋਹਾਂ ਭੈਣਾਂ ਦਾ ਭੈਣਾਂ ਵਾਲਾ ਰਿਸ਼ਤਾ ਤਾਂ ਸੀ, ਪਰ ਉਹ ਨੇੜਤਾ ਨਹੀਂ ਸੀ।
ਇੱਕੋ ਘਰ ਵਿਆਹੀਆਂ ਦਰਾਣੀ ਜਠਾਣੀ ਹੋਣ ਕਰਕੇ ਸ਼ਰੀਕੇਬਾਜ਼ੀ ਵੀ ਸੀ। ਉਹਨਾਂ ਦੋਹਾਂ ਦੀ ਨੇੜਤਾ ਉਦੋਂ ਬਣਦੀ ਜਦੋਂ ਮਾਸੀ ਜੀ ਗੁਲਵੰਤ ਕਾਹਲੀ 'ਚ ਕੋਈ ਗਲਤੀ ਕਰ ਲੈਂਦੇ ਤੇ ਉਹਨਾਂ ਨੂੰ ਬੀਜੀ ਦੀ ਮਦਦ ਦੀ ਲੋੜ ਪੈਂਦੀ ਕਿ ਹੁਣ ਉਹ ਗੱਲ ਸਾਂਭ ਲੈਣ। ਇਹ ਦੋਨੋਂ ਭੈਣਾਂ ਕੱਦ ਕਾਠ ਵੱਲੋਂ ਇੱਕੋ ਜਿਹੀਆਂ ਹੀ ਸਨ। ਫਰਕ ਇੰਨਾ ਸੀ ਕਿ ਬੀਜੀ ਮੂਲੋਂ ਨਿੱਕੇ ਜਿਹੇ ਭਾਵ 4 ਫੁੱਟ 10 ਇੰਚ ਕੱਦ ਵਾਲੇ ਸਨ ਤੇ ਮਾਸੀ ਜੀ 5 ਫੁੱਟ ਸਨ। ਦੋਹਾਂ ਦੇ ਵਿਆਹ ਦੋਹਾਂ ਭਰਾਵਾਂ ਨਾਲ ਮੁਕੰਦਪੁਰ ਵਿਖੇ ਹੋਏ। ਇੱਥੇ ਵੀ ਇੱਕ ਫਰਕ ਸੀ। ਬੀਜੀ ਤੇ ਭਾਈਆ ਜੀ ਦੋਨੋਂ ਉਮਰ ਪੱਖੋਂ ਠੀਕ ਸਨ ਤੇ ਸੁਭਾਅ ਪੱਖੋਂ ਇੱਕ ਦੂਜੇ ਦੇ ਉਲਟ, ਤੇ ਦੂਜੇ ਬੰਨੇ ਮਾਸੀ ਜੀ ਛੋਟੇ ਸਨ ਤੇ ਮੇਰੇ ਤਾਇਆ ਜੀ ਨੂੰ ਵਿਆਹੇ ਗਏ। ਸੁਭਾਅ ਪੱਖੋਂ ਉਹ ਵੀ ਇੱਕ ਦੂਜੇ ਤੋਂ ਉਲਟ। ਜਿੱਥੇ ਤਾਇਆ ਜੀ ਸਹਿਜ ਸਨ ਤੇ ਮਾਸੀ ਜੀ ਮੇਰੇ ਭਾਈਆ ਜੀ ਵਾਂਗ ਗਰਮ ਸੁਭਾਅ ਸਨ। ਅਸੀਂ ਸਾਰੇ ਭੈਣ ਭਰਾ ਆਪੋ ਵਿੱਚ ਹੀ ਹੁਣ ਵੀ ਹੱਸਦੇ ਹਾਂ ਕਿ ਸਾਡੇ ਮਾਂ-ਬਾਪ ਦੀਆਂ ਜੋੜੀਆਂ ਉਲਟ ਬਣੀਆਂ। ਬੀਜੀ ਦਾ ਬਚਪਨ ਚੰਗੇ ਰੱਜੇ ਪੁੱਜੇ ਖਾਨਦਾਨ 'ਚ ਬੀਤਿਆ। ਬਾਪ ਦਾ ਸਾਇਆ ਸਿਰ ਤੋਂ ਚੁੱਕੇ ਜਾਣ ਮਗਰੋਂ ਹਾਲਾਤ ਬਦਲ ਗਏ। ਫਿਰ ਵੀ ਉਹਨਾਂ ਦਿਨਾਂ 'ਚ ਕੁੜੀਆਂ ਬਹੁਤ ਛੋਟੀ ਉਮਰ 'ਚ ਵਿਆਹੀਆਂ ਜਾਂਦੀਆਂ ਸਨ ਤੇ ਬੀਜੀ ਵੀ 13-14 ਵਰ੍ਹਿਆਂ ਦੀ ਉਮਰ 'ਚ ਵਿਆਹੇ ਗਏ। ਬੀਜੀ ਦੇ ਵਿਆਹ ਦਾ ਕਿੱਸਾ ਵੀ ਅਜਬ ਹੈ। ਜਦੋਂ ਮੇਰੀ ਨਾਨੀ ਨੇ ਬੀਜੀ ਦਾ ਰਿਸ਼ਤਾ ਮੁਕੰਦਪੁਰ ਕੀਤਾ ਤਾਂ ਪਿੰਡ ਮਾਲ ਗਹਿਲਾਂ ਦੀ ਪੰਚਾਇਤ ਆਫਰ ਗਈ ਕਿ ਤੁਸੀਂ ਕੁੜੀ ਨੂੰ ਵੱਡੇ ਪਿੰਡ ਤੇ ਵੱਡੇ ਖਾਨਦਾਨ 'ਚ ਕਿਉਂ ਵਿਆਹ ਰਹੇ ਹੋ। ਮੁਕੰਦਪੁਰੀਏ ਮਾਲ ਗਹਿਲਾਂ ਨਾਲੋਂ ਵੱਡੇ ਗਿਣੇ ਜਾਂਦੇ ਸਨ। ਉਹਨਾਂ ਦਿਨਾਂ 'ਚ ਸ਼ਾਇਦ ਕੁਝ ਬੰਦਿਸ਼ਾਂ ਹੁੰਦੀਆਂ ਹੋਣਗੀਆਂ ਕਿ ਕਿਹੜੇ ਪਿੰਡ ਮੁੰਡੇ ਵਿਆਹੇ ਜਾਣ ਤੇ ਕਿਹੜੇ ਪਿੰਡ ਕੁੜੀਆਂ ਵਿਆਹੀਆਂ ਜਾਣ। ਬੀਜੀ ਦੱਸਿਆ ਕਰਦੇ ਸਨ ਕਿ ਉਹਨਾਂ ਦਿਨਾਂ ਵਿੱਚ ਪਿੰਡਾਂ ਦੀਆਂ ਕਮੇਟੀਆਂ ਹੋਇਆ ਕਰਦੀਆਂ ਸਨ ਤੇ ਉਹਨਾਂ ਤੋਂ ਵੱਡੀ ਕਮੇਟੀ ਹੁੰਦੀ ਸੀ 12 ਪਿੰਡਾਂ ਦੀ ਪੰਚਾਇਤ। ਜੋ ਇਹ ਵੱਡੀ ਕਮੇਟੀ ਕਹਿੰਦੀ ਕਰਦੀ ਉਹੀ ਸਭ ਨੂੰ ਮੰਨਣਾ ਪੈਂਦਾ ਸੀ। ਉਹਨਾਂ ਨੇ ਵੀ ਮੇਰੇ ਬੀਜੀ ਦਾ ਰਿਸ਼ਤਾ ਕਬੂਲਣ ਤੋਂ ਇਨਕਾਰ ਕਰ ਦਿੱਤਾ ਤੇ ਮੇਰੀ ਨਾਨੀ ਨੂੰ ਹੁਕਮ ਚਾੜਿਆ ਕਿ ਆਪਣੀ ਕੁੜੀ ਦਾ ਰਿਸ਼ਤਾ ਤੁੜਵਾਓ, ਵਰਨਾ ਉਹ ਨਾਨੀ ਦਾ ਬਾਈਕਾਟ ਕਰ ਦੇਣਗੇ। ਮੇਰੀ ਨਾਨੀ ਬੋਲਾਂ ਦੀ ਪੱਕੀ ਔਰਤ ਸੀ। ਉਹ ਆਪਣੀ ਨਨਾਣ ਨੂੰ ਦਿੱਤੇ ਹੋਏ ਬੋਲ ਤੋਂ ਕਿਸ ਤਰ੍ਹਾਂ ਮੁੱਕਰ ਜਾਂਦੀ। ਬੀਜੀ ਦੀ ਭੂਆ ਵੀ ਸਾਡੇ ਹੀ ਭਾਈਚਾਰੇ 'ਚ ਵਿਆਹੀ ਹੋਈ ਸੀ। ਬੀਜੀ ਦੀ ਭੂਆ ਦਾ ਪੁੱਤ ਸਾਡੇ ਸਕਿਆਂ ਵਿੱਚੋਂ ਮੇਰੇ ਤਾਇਆ ਜੀ ਭੁੱਲਾ ਸਿੰਘ ਬੀਜੀ ਦਾ ਰਿਸ਼ਤਾ ਲੈ ਕੇ ਗਏ ਸਨ। ਗੱਲ ਕੀ ਨਾਨੀ ਨੇ ਰਿਸ਼ਤਾ ਤੁੜਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਚਾਇਤ ਨੂੰ ਆਖਿਆ ਕਿ ਤੁਸੀਂ ਪਹਿਲਾਂ ਆਪਣੀਆਂ ਵਿਆਹੀਆਂ ਧੀਆਂ ਦੇ ਰਿਸ਼ਤੇ ਤੁੜਵਾਓ ਤੇ ਮੈਂ ਵੀ ਆਪਣੀ ਮੰਗੀ ਹੋਈ ਧੀ ਦਾ ਰਿਸ਼ਤਾ ਤੁੜਵਾ ਲਵਾਂਗੀ। 12 ਪਿੰਡਾਂ ਦੀ ਪੰਚਾਇਤ ਨੇ ਨਾਨੀ ਦਾ ਬਾਈਕਾਟ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਪਿੰਡ ਦਾ ਨਾ ਪਿੰਡ ਦਾ ਬੰਦਾ ਤੇ ਨਾ ਹੀ 12 ਪਿੰਡਾਂ 'ਚ ਕੋਈ ਲਾਗੀ ਜੋਗੀ ਨਾਨੀ ਦੀ ਮਦਦ ਕਰ ਸਕਦਾ ਸੀ। ਨਾਨੀ ਨੇ ਸੁਨੇਹਾ ਮੁਕੰਦਪੁਰ ਭੇਜਿਆ, ਆਪਣੀ ਬਿਪਤਾ ਦੱਸੀ। ਮੁਕੰਦਪੁਰੀਏ ਪਹਿਲਾਂ ਹੀ ਬੋਲਾਂ ਤੇ ਖੜਾਉਣ ਵਾਲੇ ਸਨ। ਉਹਨਾਂ ਨੇ ਆਪਣੇ ਪਿੰਡੋਂ ਕੰਮ ਕਰਨ ਵਾਲੇ ਬੰਦੇ ਭੇਜ ਦਿੱਤੇ। ਉਹ ਰਾਤ ਨੂੰ ਕੰਮ ਕਰਦੇ, ਦਿਨ ਨੂੰ ਲੁਕ ਛਿਪ ਕੇ ਰਹਿੰਦੇ। ਜਦੋਂ ਜਨ ਵਿਆਹੁਣ ਚੜੀ ਤਾਂ ਮੇਰੇ ਭਾਈਆ ਜੀ ਤੇ ਦੋਨੋਂ ਤਾਏ ਤੇ ਭਾਈਆ ਜੀ ਦੇ ਦੋਸਤ ਆਪਣੀਆਂ ਢੋਲਕੀਆਂ ਛੈਣੇ ਵਜਾਉਂਦੇ ਨਾਨੀ ਦੇ ਘਰ ਜਨੇਤ ਲੈ ਕੇ ਪਹੁੰਚੇ। ਨਾਨੀ ਨੇ ਬੀਜੀ ਦਾ ਵਿਆਹ ਕੋਠੇ ਦੀ ਛੱਤ ਉੱਤੇ ਕੀਤਾ ਤਾਂ ਕਿ ਦੁਨੀਆ ਵੇਖ ਸਕੇ। ਮੇਰੀ ਨਾਨੀ ਵੀ ਰੈਵੋਲੂਸ਼ਨਰੀ ਔਰਤ ਸੀ ਤੇ ਉਹਦੀ ਕਹਾਣੀ ਵੱਖਰੀ ਹੈ। ਵਿਆਹ ਤੋਂ ਬਾਅਦ ਬੀਜੀ ਦੀ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਹੋਇਆ। ਭਾਵੇਂ ਇਸ ਬੱਚੀ ਦਾ ਵਿਆਹ ਛੋਟੀ ਉਮਰ ਹੀ ਕੀਤਾ ਗਿਆ ਸੀ, ਪਰ ਸਹੁਰੇ ਘਰ ਉਹ 17-18 ਵਰ੍ਹਿਆਂ ਦੀ ਹੋ ਕੇ ਆਈ ਤੇ ਆਉਂਦੀ ਜਿਵੇਂ ਬੁੱਢੀ ਹੋ ਗਈ। ਅੱਗੇ ਆਉਂਦਿਆਂ ਤੇ ਘਰ 'ਚ 2 ਵੱਡੀਆਂ ਨਨਾਣਾਂ ਸਨ ਜਿਨ੍ਹਾਂ ਦੀ ਘਰ 'ਚ ਸਰਦਾਰੀ ਚੱਲਦੀ ਸੀ। ਮੇਰੀ ਵੱਡੀ ਭੂਆ ਜੀ ਚਿੰਤੀ ਸਾਰੇ ਭੈਣ ਭਰਾਵਾਂ ਤੋਂ ਵੱਡੀ ਸੀ ਤੇ ਬਾਲ ਵਿਧਵਾ ਸੀ। ਉਹਨੇ ਸਹੁਰਾ ਘਰ ਦੇਖਿਆ ਹੀ ਨਹੀਂ ਸੀ। ਛੋਟੀ ਭੂਆ ਜੀ ਹਰਨਾਮ ਕੌਰ ਵੀ ਅੱਧਾ ਵਕਤ ਮੁਕੰਦਪੁਰ ਰਹਿੰਦੀ ਸੀ ਤੇ ਭਰਾਵਾਂ ਦੇ ਘਰ ਦੀ ਸਰਦਾਰੀ ਕਰਦੀ ਸੀ। ਮੇਰੀ ਦਾਦੀ ਭਲੀ ਮਾਨਸ ਔਰਤ ਸੀ, ਕੱਦ ਕਾਠ ਦੀ, ਵਾਹਵਾ ਉੱਚੀ ਲੰਮੀ ਜਮੇਦਾਰ ਔਰਤ, ਤੇ ਬੀਜੀ ਉਹਦੇ ਟਿੱਕ ਤੱਕ ਆਉਂਦੇ ਸਨ। ਘਰ ਦੇ ਅਸੂਲ ਦਸਤੂਰ ਬੀਜੀ ਨੂੰ ਮੇਰੀ ਵੱਡੀ ਭੂਆ ਨੇ ਸਮਝਾ ਦਿੱਤੇ ਤੇ ਇੱਕ ਦਹਿਲ ਵੀ ਉਹਨਾਂ ਦੇ ਅੰਦਰ ਬਿਠਾ ਦਿੱਤਾ। ਉਹ ਡਰ ਬੀਜੀ ਨੂੰ ਜਿਵੇਂ ਸਾਰੀ ਉਮਰ ਖਾਂਦਾ ਰਿਹਾ। ਜੀਵਨ ਦੇ ਸਾਥ ਵਾਲਾ ਇਨਸਾਨ ਵਧੀਆ ਤੇ ਛੈਲ ਛਬੀਲਾ ਸੀ, ਪਰ ਸੀ ਸਰਦਾਰਾਂ ਦਾ ਮਨਮਰਜ਼ੀ ਕਰਨ ਵਾਲਾ ਪੁੱਤ। ਸਭ ਭੈਣ ਭਰਾਵਾਂ ਤੋਂ ਛੋਟਾ, ਭੂਆ ਜੀ ਚਿੰਤੀ ਦਾ ਲਾਡਲਾ ਤੇ ਆਗਿਆਕਾਰੀ ਵੀਰ, ਮਿੱਤਰਾਂ ਦੋਸਤਾਂ 'ਚ ਬੈਠਣ ਵਾਲਾ, ਦਾਰੂ ਸਿੱਕਾ ਪੀਣ ਵਾਲਾ ਫੱਕਰ ਇਨਸਾਨ। ਕੱਛ 'ਚ ਹੀਰ ਵਾਰਸ ਸਾਂਭੀ ਤੇ ਪਤਾ ਹੀ ਨਾ ਚੱਲਦਾ ਕਿੱਥੇ ਤੇ ਕਿਵੇਂ ਪਹੁੰਚ ਗਿਆ। ਬੀਜੀ ਉਹਨਾਂ ਨੂੰ ਬੈਠੀ ਉਡੀਕਦੀ ਰਹਿੰਦੀ। ਬੀਜੀ ਦੇ ਅੰਦਰਲੇ ਮਨ ਨੂੰ ਜਿਵੇਂ ਕੋਈ ਸਮਝਣ ਵਾਲਾ ਨਾ ਅਗਲਿਆਂ 'ਚ ਤੇ ਨਾ ਪਿਛਲਿਆਂ 'ਚ ਹੈ ਹੀ ਨਹੀਂ ਸੀ ਤੇ ਉਹ ਆਪਣੀ ਵਿਥਿਆ ਕਿਸੇ ਨਾਲ ਸਾਂਝੀ ਵੀ ਨਹੀਂ ਸੀ ਕਰਦੇ। ਉਹਨਾਂ ਦਿਨਾਂ 'ਚ ਔਰਤਾਂ ਦਾ ਸੰਤਾਪ ਅੱਜ ਦੀ ਔਰਤ ਵੀ ਨਹੀਂ ਸਮਝ ਸਕਦੀ। ਮਾਸੀ ਜੀ ਦੱਸਿਆ ਕਰਦੇ ਸਨ ਕਿ ਤੇਰੀ ਬੀਬੀ ਤਾਂ ਸਾਰਾ ਕੰਮ ਕਰਕੇ ਰੋਟੀ ਵੀ ਉਦੋਂ ਖਾਂਦੀ ਸੀ ਜਦੋਂ
ਇਹਨੂੰ ਬੜੀ ਬੀਬੀ ਭਾਵ ਭੂਆ ਜੀ ਚਿੰਤੀ ਆਪ ਪਾ ਕੇ ਦਿੰਦੇ, ਵਰਨਾ ਇਹ ਸਾਰਾ ਦਿਨ ਭੁੱਖੀ ਕੰਮ ਕਰਦੀ ਰਹਿੰਦੀ। ਮਾਸੀ ਜੀ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ, ਉਹ ਆਪਣੀ ਮਨਮਰਜ਼ੀ ਕਰਦੇ ਸਨ ਕਿਉਂਕਿ ਤਾਇਆ ਜੀ ਉਹਨਾਂ ਦੇ ਨਾਲ ਹੁੰਦੇ। ਮੇਰੇ ਭਾਈਆ ਜੀ ਨੂੰ ਬੀਜੀ ਦੀ ਕਦਰ ਉਦੋਂ ਪਈ ਜਦੋਂ ਔਖੇ ਵਕਤਾਂ ਵਿੱਚ ਬੀਜੀ ਨੇ ਉਹਨਾਂ ਦਾ ਸਾਥ ਦਿੱਤਾ ਸੀ। ਫਿਰ ਵੀ ਹਾਲਾਤ ਨੇ ਬੀਜੀ ਦੇ ਅੰਦਰ ਨੂੰ ਐਸੀ ਗੰਢ ਦਿੱਤੀ ਜਿਹੜੀ ਖੁੱਲ੍ਹ ਹੀ ਨਾ ਸਕੀ। ਮੇਰੇ ਨਿੱਕੇ ਜਿਹੇ ਬੀਜੀ ਦਾ ਹੱਠ ਕਮਾਲ ਦਾ ਸੀ। ਭਾਵੇਂ ਉਹ ਨਾਪ ਤੋਲ ਕੇ ਬੋਲਦੇ, ਪਰ ਜੇਕਰ ਟੱਬਰ ਉੱਤੇ ਬਿਪਤਾ ਆ ਪਵੇ ਤਾਂ ਲੋਹੇ ਦੀ ਲੱਠ ਬਣ ਕੇ ਖੜੋ ਜਾਂਦੇ ਸਨ। ਬੀਜੀ ਵਿਆਹਿਆਂ ਨੂੰ 10 ਕੁ ਸਾਲ ਹੋ ਗਏ ਸਨ। ਕੋਈ ਬੱਚਾ ਪੈਦਾ ਨਾ ਹੋਣ ਕਾਰਨ ਮੇਰੀ ਭੂਆ ਜੀ ਚਿੰਤੀ ਭਾਈਆ ਜੀ ਦਾ ਦੂਜਾ ਵਿਆਹ ਕਰਨ ਦੀ ਤਿਆਰੀ ਕਰਨ ਲੱਗ ਗਈ। ਕਾਰਨ ਤਾਇਆ ਜੀ ਹਰਨਾਮ ਸਿੰਘ ਦਾ ਵਿਆਹ ਹੋਇਆ ਨਹੀਂ ਸੀ ਤੇ ਤਾਇਆ ਜੀ ਫੁੰਮਣ ਸਿੰਘ 2 ਵੇਰ ਵਿਆਹੇ ਤੇ ਮੇਰੀਆਂ ਦੋਨੋਂ ਤਾਈਆਂ ਰੱਬ ਘਰ ਜਾ ਬੈਠੀਆਂ ਸਨ। ਇੱਕ ਬੱਚੇ ਦੇ ਜਨਮ ਵੇਲੇ ਤੇ ਦੂਜੇ ਬਿਮਾਰ ਹੋ ਗਏ। ਬੀਜੀ ਬੜੀ ਡੂੰਘੀ ਸੋਚ ਰੱਖਦੇ ਸਨ। ਉਹ ਆਪਣੀ ਮਾਂ ਕੋਲ ਗਏ ਤੇ ਆਪਣੀ ਬਿਪਤਾ ਸਾਂਝੀ ਕੀਤੀ। ਉਹ ਆਪਣੀ ਛੋਟੀ ਭੈਣ ਗੁਲਵੰਤ ਦਾ ਰਿਸ਼ਤਾ ਆਪਣੇ ਜੇਠ ਹਰਨਾਮ ਸਿੰਘ ਨੂੰ ਲੈ ਆਏ। ਸੋਚਿਆ ਜੇਕਰ ਔਲਾਦ ਨਹੀਂ ਹੈ ਤਾਂ ਮੇਰੀ ਭੈਣ ਦੇ ਹੀ ਬੱਚਾ ਹੋ ਜਾਊ ਤੇ ਮੈਨੂੰ ਇਸ ਘਰੋਂ ਬਾਹਰ ਨਾ ਹੋਣਾ ਪਊ। ਰੱਬ ਦੀ ਮਿਹਰ ਦੇਖੋ, ਮਾਸੀ ਦੇ ਪੈਰ ਸਾਡੇ ਘਰ ਪੈਂਦੇ ਵੀਰੇ ਦਾ ਸਾਲ ਬਾਅਦ ਜਨਮ ਹੋ ਗਿਆ। ਪਰ ਇਹ ਖੁਸ਼ੀ ਬੀਜੀ ਵਾਸਤੇ ਵਕਤੀ ਸੀ, ਓਨੇ ਚਿਰ ਵਾਸਤੇ ਜਿੰਨਾ ਚਿਰ ਵੀਰਾ ਉਹਨਾਂ ਦੇ ਗਰਭ 'ਚ ਸੀ। ਵੀਰੇ ਦਾ ਜਨਮ ਹੋਇਆ 2 ਕੁ ਮਹੀਨੇ ਦੇ ਵੀਰੇ ਨੂੰ ਬੀਜੀ ਦੀ ਗੋਦ ਨਾਲੋਂ ਮੇਰੀ ਵੱਡੀ ਭੂਆ ਜੀ ਚਿੰਤੀ ਨੇ ਤੋੜ ਲਿਆ। ਦੁੱਧ ਵੀ ਬੋਤਲ ਨਾਲ ਪਿਲਾਉਣ ਲੱਗ ਪਏ। ਬਾਕੀ ਸਭ ਘਰ ਦੇ ਵੀ ਆਖਣ, ਮੁੰਡਾ ਤਾਂ ਘਰ ਵਿੱਚ ਹੀ ਹੈ, ਚਿੰਤੀ ਬਾਲ ਵਿਧਵਾ ਹੈ, ਇਹਨੇ ਦੂਜਾ ਵਿਆਹ ਵੀ ਨਹੀਂ ਕਰਾਇਆ, ਇਹ ਦਰਸ਼ਨ ਨੂੰ ਪਾਲ ਲਊ ਤੇ ਇਹਦੀ ਮਾਂ ਬਣ ਜਾਊ। ਬੀਜੀ ਆਪਣੀ ਹੁਬਕ ਅੰਦਰ ਦੱਬ ਕੇ ਰਹਿ ਗਏ। ਉਹ ਸਿਰਫ ਵੀਰੇ ਦੀ ਗੋਲੀ ਬਣ ਕੇ ਰਹੇ। ਭਾਵੇਂ ਵੀਰਾ ਉਸੇ ਘਰ 'ਚ ਪਲ ਰਿਹਾ ਸੀ, ਪਰ ਨਾ ਉਹ ਭਾਈਆ ਜੀ ਤੇ ਨਾ ਬੀਜੀ ਦੇ ਹਿੱਸੇ ਆਇਆ। ਇੱਥੋਂ ਹੀ ਸ਼ਾਇਦ ਮੇਰੇ ਭਾਈਆ ਜੀ ਦੀ ਸੋਚ ਵੀ ਬਦਲਣੀ ਸ਼ੁਰੂ ਹੋਈ। ਜ਼ਿੰਦਗੀ ਦੀ ਗੰਭੀਰਤਾ ਨੂੰ ਉਹ ਸਮਝਣ ਲੱਗੇ, ਜ਼ਿੰਦਗੀ ਦਾ ਦਰਦ ਭੋਗਣ ਲੱਗੇ। ਭਾਈਆ ਜੀ ਤੇ ਬੀਜੀ ਦੋਨੋਂ ਲਲਚਾਈਆਂ ਅੱਖਾਂ ਨਾਲ ਵੀਰੇ ਨੂੰ ਦੂਰ ਖੜੇ ਦੇਖਦੇ ਤੇ ਗੋਦੀ ਚੁੱਕਣ ਨੂੰ ਤਰਸਦੇ। ਮੇਰੀ ਬੀਜੀ ਅੰਦਰ ਹੌਕੇ ਤੋਂ ਹੌਕੇ ਭਰਦੇ ਗਏ। ਘਰ ਵਾਲਿਆਂ ਦਾ ਵਿਵਹਾਰ ਸਹਿਣਯੋਗ ਨਹੀਂ ਸੀ। ਭਾਈਆ ਜੀ ਵੀ ਇਸ ਗੱਲ ਨੂੰ ਸਮਝਣ ਲੱਗ ਪਏ ਸਨ ਤੇ ਉਹ ਬੀਜੀ ਦਾ ਖਿਆਲ ਰੱਖਣ ਲੱਗ ਪਏ। ਦੂਜੀ ਜੰਗ ਵੇਲੇ ਭਾਈਆ ਜੀ ਮਲਾਇਆ ਨੂੰ ਗਏ ਹੋਏ ਵਾਪਸ ਪਰਤ ਆਏ ਤੇ ਮੇਰਾ ਜਨਮ ਉਸ ਜੰਗ ਤੋਂ ਬਾਅਦ ਹੋਇਆ। ਮੇਰਾ ਤੇ ਵੀਰੇ ਦਾ ਪੂਰਾ 14 ਵਰ੍ਹਿਆਂ ਦਾ ਪਾੜਾ ਸੀ। ਮੇਰੇ ਜਨਮ ਤੋਂ ਬਾਅਦ ਬੀਜੀ ਬਿਮਾਰ ਹੋ ਗਏ। ਪਹਿਲੇ ਕੁਝ ਮਹੀਨੇ ਮੈਨੂੰ ਮਾਸੀ ਜੀ ਗੁਲਵੰਤ ਨੇ ਪਾਲਿਆ। ਬੀਜੀ ਦੇ ਬਿਮਾਰ ਹੋਣ ਦਾ ਕਾਰਨ ਜਿੱਥੇ ਜਿਸਮਾਨੀ ਬਿਮਾਰੀ ਸੀ, ਉਹਦੇ ਨਾਲ ਮਾਨਸਿਕ ਬਿਮਾਰੀ ਵੀ ਸੀ, ਕਿਉਂਕਿ ਬੀਜੀ ਨੂੰ ਵੱਜਦੇ ਮਿਹਣੇ ਧੀ ਜੰਮੀ, ਉਹ ਵੀ ਲੀਰ ਜਿਹੀ। ਇਸ ਧੀ ਖੁਣੋਂ ਕੀ ਥੋੜ੍ਹਿਆ ਸੀ, ਅੱਗੇ ਘਰ 'ਚ ਧੀਆਂ ਘੱਟ ਬੈਠੀਆਂ ਨੇ ਤੇ ਉਹਨਾਂ ਨੂੰ ਰੋਗੀ ਬਣਾ ਦਿੱਤਾ। ਮੈਂ ਲਾਡਲੀ ਸਾਂ ਤੇ ਆਪਣੇ ਭਾਈਆ ਜੀ ਦੀ ਤੇ ਦਾਦੀ ਦੀ। ਸ਼ਾਇਦ ਇਸੇ ਕਾਰਨ ਭਾਈਆ ਜੀ ਨੇ ਮੈਨੂੰ ਬਹੁਤ ਲਾਡ ਲਡਾਇਆ। ਬੀਜੀ ਮੈਨੂੰ ਲਾਡ ਵੀ ਡਰਦੇ ਡਰਦੇ ਕਰਦੇ ਸਨ ਕਿ ਕੋਈ ਦੇਖਦਾ ਨਹੀਂ ਰਿਹਾ। ਫਿਰ ਵੀ ਬੀਜੀ ਤੇ ਹੋਰ ਤਰ੍ਹਾਂ ਦੀਆਂ ਮੁਸੀਬਤਾਂ ਪੈਂਦੀਆਂ ਰਹੀਆਂ। ਮੇਰੇ ਭਾਈਆ ਜੀ ਨੇ 2 ਮੁਕੱਦਮਿਆਂ ਵਿੱਚ ਵੀ ਫਸੇ। ਇਸ ਸਮੇਂ ਭਾਈਆ ਜੀ ਦਾ ਸਾਥ ਕਿਸੇ ਭੈਣ ਭਾਈ ਨੇ ਨਾ ਦਿੱਤਾ। ਇਹ ਬੀਜੀ ਸਨ ਜਿਨ੍ਹਾਂ ਨੇ ਭਾਈਆ ਜੀ ਦੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਵੱਡੇ ਖਾਨਦਾਨਾਂ 'ਚ ਪਲੇ ਤੇ ਵਿਆਹੇ ਬੀਜੀ ਮੁਕੱਦਮਿਆਂ ਨੇ ਝੰਬ ਸੁੱਟੇ। ਮੁਕੱਦਮੇ ਘਰ ਖਾਲੀ ਕਰਾ ਦਿੰਦੇ ਹਨ ਤੇ ਮੇਰੇ ਬੀਜੀ ਨੇ ਵੀ ਇਹ ਔਖ ਝੱਲੀ। ਉਹਨਾਂ ਨੇ ਭੁੱਖੇ ਰਹਿ ਕੇ ਦਿਨ ਕੱਟ ਲਏ, ਪਰ ਕਿਸੇ ਕੋਲ ਬਾਹਰ ਗੱਲ ਨਹੀਂ ਕੱਢੀ। ਭੂਆ ਜੀ ਚਿੰਤੀ ਨੇ ਗੰਢ ਕੇ ਆਪਣੇ ਹੱਥ ਵਿੱਚ ਰੱਖਿਆ 3 ਭਰਾਵਾਂ ਦਾ ਟੱਬਰ, ਜਿਹਦੀ ਸਜ਼ਾ ਮੇਰੇ ਬੀਜੀ ਦੇ ਹਿੱਸੇ ਆਉਂਦੀ ਰਹੀ, ਖੁਰ ਗਿਆ। ਮਾਸੀ ਜੀ ਗੁਲਵੰਤ ਮੁੱਢ ਤੋਂ ਹੀ ਜਵਾਬ ਦੇ ਦਿੰਦੇ ਸਨ ਤੇ ਬੀਜੀ ਅੰਤਰਮੁਖੀ ਹੋਣ ਕਰਕੇ ਸਭ ਝੱਲ ਲੈਂਦੇ ਸਨ। ਜੇਕਰ ਕਿਸੇ ਨੇ ਕੁਝ ਆਖ ਦਿੱਤਾ ਤਾਂ ਚੱਕੀ ਦਾ ਗੇੜਾ ਹੋਰ ਦੇ ਦਿੰਦੇ, ਕੋਈ ਹੋਰ ਕੰਮ ਢੋ ਲੈਂਦੇ। ਗੁੱਸਾ ਅੰਦਰ ਰੀਂਗਦਾ ਸਭ ਨੂੰ ਦਿਖਾਈ ਦਿੰਦਾ, ਪਰ ਮੂੰਹੋਂ ਕੁਝ ਨਾ ਬੋਲਦੇ। ਸਾਨੂੰ ਸਭ ਨੂੰ ਪਤਾ ਹੁੰਦਾ ਕਿ ਬੀਜੀ ਅੱਜ ਗੁੱਸੇ 'ਚ ਹਨ। ਉਹ ਗੁੱਸਾ ਵੀ ਆਪਣੇ ਆਪ ਤੇ ਹੀ ਕੱਢਦੇ। ਫੇਰ ਵੀ ਉਹਨਾਂ ਨੇ ਹੌਸਲਾ ਨਾ ਛੱਡਿਆ, ਅੰਦਰ ਵੜ ਕੇ ਰਲ ਕੇ ਵਕਤ ਕੱਟ ਲਿਆ, ਪਰ ਕਿਸੇ ਕੋਲ ਆਪਣੀ ਔਖ ਦਾ ਧੂੰ ਨਹੀਂ ਕੱਢਿਆ। ਇਸ ਸਮੇਂ ਨੇ ਭਾਈਆ ਜੀ ਨੂੰ ਬੀਜੀ ਦੇ ਹੋਰ ਵੀ ਕਰੀਬ ਲਿਆਂਦਾ ਤੇ ਉਹਨਾਂ ਦੇ ਅੰਦਰ ਬੀਜੀ ਲਈ ਮੋਹ ਦੇ ਨਾਲ ਆਦਰ ਭਰਿਆ ਗਿਆ। ਉਹ ਦੋਨੋਂ ਹਰ ਕੰਮ ਰਲ ਕੇ ਕਰਦੇ। ਬੀਜੀ ਰੋਟੀ ਪਕਾਉਂਦੇ, ਭਾਈਆ ਜੀ ਸਬਜ਼ੀ ਗਰਮ ਕਰਦੇ। ਭਾਈਆ ਜੀ ਸਾਜਰੇ ਸਵੇਰੇ ਉੱਠਦੇ, ਚਾਹ ਬਣਾਉਂਦੇ, ਬੀਜੀ ਤੇ ਮੈਨੂੰ ਬੈਠੀ ਦਿੰਦੇ। ਗੱਲ ਕੀ, ਉਹ ਦੋਨੋਂ ਇਸੇ ਤਰ੍ਹਾਂ ਇਕੱਠੇ ਜ਼ਿੰਦਗੀ ਦੀ ਕੁੜੱਤਣ ਰਲ ਕੇ ਪੀਂਦੇ। ਮੇਰੇ ਲਈ ਦੋਨੋਂ ਨਵ ਯੁੱਗ ਦੇ ਸਾਥੀ ਸਨ।
ਮੈਂ ਪੜ੍ਹਨ ਨੂੰ ਬਹੁਤ ਨਿਕੰਮੀ ਸੀ। ਮੈਂ ਘਰ ਆਉਂਦੀ ਆਪਣੀ ਫੱਟੀ ਪੋਚਣ ਦੀ ਥਾਂ ਲੁਕੋ ਦਿੰਦੀ। ਬੀਜੀ ਪਤਾ ਨਹੀਂ ਕਿਸ ਤਰ੍ਹਾਂ ਭਾਲ ਲੈਂਦੇ। ਦੂਜੀ ਸਵੇਰ ਮੇਰੀ ਫੱਟੀ ਪੋਚੀ ਹੋਈ ਹੁੰਦੀ, ਦਵਾ ਤਿਆਰ ਹੁੰਦੀ, ਕਲਮ ਘੜੀ ਹੋਈ ਹੁੰਦੀ, ਮੇਰਾ ਬਸਤਾ ਤਿਆਰ ਕਰਕੇ ਰੱਖ ਦਿੰਦੇ। ਪੜ੍ਹਨ ਦਾ ਉਹਨਾਂ ਨੂੰ ਸ਼ੌਕ ਸੀ। ਆਪਣੇ ਬਚਪਨ ਦੀ ਗਲਤੀ ਉਹ ਮੈਨੂੰ ਨਾ ਕਰਨ ਦਿੰਦੇ। ਉਹ ਮੈਨੂੰ ਦੱਸਿਆ ਕਰਦੇ ਕਿ ਮੈਂ ਪੜ੍ਹਨ ਨੂੰ ਨਿਕੰਮੀ ਸੀ। ਸਕੂਲ ਜਾਂਦੀ, ਪੜ੍ਹਾਈ ਘੱਟ ਤੇ ਖੇਲਦੀ ਵੱਧ, ਸ਼ਰਾਰਤਾਂ ਕਰਦੀ ਰਹਿੰਦੀ। ਕਾਇਦੇ ਦੇ ਪਤੰਗ ਬਣਾ ਕੇ ਉਡਾ ਦਿੰਦੀ। ਮਾਂ ਹੋਰ ਕਾਇਦਾ ਲੈ ਦਿੰਦੀ ਤੇ ਦੂਜੇ ਦਿਨ ਉਹਦਾ ਵੀ ਰਾਮ ਨਾਮ ਸੱਤ ਹੋ ਜਾਂਦਾ। ਹੁਣ ਤੂੰ ਏਦਾਂ ਨਹੀਂ ਕਰਨਾ। ਬੀਜੀ ਤੇ ਭਾਈਆ ਜੀ ਮੈਨੂੰ ਹਰ ਹਾਲ 'ਚ ਪੜ੍ਹਾਉਣਾ ਚਾਹੁੰਦੇ ਸਨ। ਬੀਜੀ ਭਾਈਚਾਰੇ 'ਚ ਸਿਆਣੀ ਸੂਝਵਾਨ ਔਰਤ ਦੇ ਤੌਰ ਤੇ ਗਿਣੇ ਜਾਂਦੇ ਸਨ। ਚੰਗੀ ਸਲਾਹਕਾਰ ਦੇ ਤੌਰ ਤੇ ਮੰਨੇ ਜਾਂਦੇ ਸਨ। ਹਰ ਕੋਈ ਉਹਨਾਂ ਦੀ ਸਲਾਹ ਲੈਂਦਾ ਤੇ ਲੈਣ ਘਰ ਆਉਂਦਾ। ਬੀਜੀ ਹਰ ਇੱਕ ਨੂੰ ਸਹਿਜ ਜਿਹੀ ਤੇ ਸਿਆਣੀ ਸਲਾਹ ਦਿੰਦੇ। ਆਂਢ ਗੁਆਂਢ ਦੀਆਂ ਔਰਤਾਂ ਉਹਨਾਂ ਕੋਲ ਦਿਲ ਦੇ ਰਾਜ਼ ਖੋਲ ਜਾਂਦੀਆਂ, ਆਪਣੇ ਦੁੱਖੜੇ ਰੋ ਜਾਂਦੀਆਂ। ਪਰ ਮਜ਼ਾਲ ਹੈ ਬੀਜੀ ਕਦੀ ਕਿਸੇ ਗੱਲ ਦਾ ਧੂੰ ਕੱਢ ਦੇਣ। ਉਹ ਮਾਸੀ ਗੁਲਵੰਤ ਨੂੰ ਵੀ ਵਾਧੂ ਗੱਲ ਕਰਨ ਤੋਂ ਰੋਕਦੇ ਰਹਿੰਦੇ। ਕਿਹਾ ਕਰਦੇ, ਢਿੱਡ 'ਚ ਰੋਟੀ ਹਜ਼ਮ ਹੁੰਦੀ ਹੈ, ਕੀ ਗੱਲ ਹਜ਼ਮ ਨਹੀਂ ਹੁੰਦੀ? ਬੀਜੀ ਨੂੰ ਜੇਕਰ ਕੋਈ ਕੁਝ ਆਖ ਵੀ ਦਿੰਦਾ ਤਾਂ ਆਪਣੇ ਆਪ ਵਿੱਚ ਭਾਵੇਂ ਕੁੜ ਲੈਂਦੇ, ਪਰ ਉਹਦਾ ਉੱਤਰ ਤੱਤੇ ਘਾਹ ਨਾ ਦਿੰਦੇ। ਵਕਤ ਪੈਣ ਤੇ ਇਸ਼ਾਰੇ ਮਾਤਰ ਗੱਲ ਕਰਦੇ। ਅਗਲਾ ਸਮਝ ਵੀ ਜਾਂਦਾ ਤੇ ਸ਼ਰਮਿੰਦਾ ਵੀ ਹੁੰਦਾ। ਇਹ ਗੁਣ ਸ਼ਾਇਦ ਕੁਝ ਮੇਰੇ 'ਚ ਵੀ ਹੈ। ਮੈਂ ਬਹੁਤ ਦੇਰ ਤੱਕ ਹੋ ਪਰੇ ਕਰ ਦਿੰਦੀ ਹਾਂ ਤੇ ਫਿਰ ਗੱਲ ਕਹਿਣ ਵੇਲੇ ਕਹਿ ਵੀ ਦਿੰਦੀ ਹਾਂ। ਉਸ ਵੇਲੇ ਬੀਜੀ ਮੈਨੂੰ ਜਿਵੇਂ ਮੇਰੇ ਕੰਨਾਂ ਕੋਲ ਕੁਝ ਆਖਦੇ ਸੁਣਾਈ ਦਿੰਦੇ ਹਨ। ਬੀਜੀ ਕਲਾ ਪਾਰਖੂ ਵੀ ਸਨ। ਉਹਨਾਂ ਦੇ ਕਸੀਦਾ ਕੀਤੇ ਹੋਏ ਸਾਲੂ ਭਾਵ ਫੁਲਕਾਰੀਆਂ ਹਾਲੇ ਮੇਰੇ ਕੋਲ ਮੌਜੂਦ ਹਨ। ਲੰਮੇ ਗੀਤ ਬੀਜੀ ਤੇ ਮਾਸੀ ਜੀ ਰਲ ਕੇ ਗਾਉਂਦੀਆਂ ਤੇ ਸਾਨੂੰ ਸਿਖਾਉਂਦੀਆਂ। ਬੀਜੀ ਰੇਡੀਓ ਤੇ ਫੋਕਸ ਗੀਤ ਸੁਣਿਆ ਕਰਦੇ ਸਨ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਰੂਹ ਨਾਲ ਸੁਣਦੇ। ਗੁਰਦਾਸ ਮਾਨ ਦਾ ਛੱਲਾ ਉਹਨਾਂ ਦੇ ਮਨ ਭਾਉਂਦਾ ਗੀਤ ਸੀ। ਸ਼ਾਮ ਨੂੰ ਰੇਡੀਓ ਉੱਤੇ ਦਿਹਾਤੀ ਪ੍ਰੋਗਰਾਮ ਵਿੱਚ ਆ ਰਿਹਾ ਇਹ ਗੀਤ ਸੁਣਨ ਵਾਸਤੇ ਉਹ ਹਰ ਕੰਮ ਛੱਡ ਦਿੰਦੇ। ਬੀਜੀ ਨੂੰ ਕਹਾਣੀਆਂ ਗੁੰਦਣ ਦਾ ਸ਼ੌਕ ਵੀ ਸੀ। ਉਹ ਮੈਨੂੰ ਨਿੱਕੀ ਹੁੰਦੀ ਨੂੰ ਆਪ ਕਹਾਣੀਆਂ ਘੜ ਕੇ ਸੁਣਾਉਂਦੇ ਹੁੰਦੇ ਸਨ। ਇਹ ਸਭ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣ ਕੇ ਮੈਂ ਵੱਡੀ ਹੋਈ। ਬੀਜੀ ਨੂੰ ਬਹੁਤੀ ਲੋਲੋ ਪੋਪੋ ਨਹੀਂ ਸੀ ਆਉਂਦੀ, ਨਾ ਹੀ ਮੈਨੂੰ ਆਮ ਮਾਵਾਂ ਵਾਂਗ ਜੱਫੀਆਂ ਹੀ ਪਾਉਂਦੇ ਸਨ। ਮੈਂ ਦੂਰ ਬੈਠੀ ਉਹਨਾਂ ਨੂੰ ਨਿਹਾਰਦੀ। ਉਹਨਾਂ ਦਾ ਲਾਡ ਇਸੇ ਤਰ੍ਹਾਂ ਦਾ ਹੁੰਦਾ। ਜਦੋਂ ਮੈਨੂੰ ਸਹਿਜ ਜਿਹੇ 'ਚ ਕਹਿੰਦੇ, ਏਦਾਂ ਨਹੀਂ ਕਰੀਦਾ, ਬਗਾਨੇ ਘਰ ਜਾਏਂਗੀ ਤਾਂ ਅਗਲੇ ਕਹਿਣਗੇ ਮਾਂ ਨੇ ਮੱਤ ਨਹੀਂ ਦਿੱਤੀ, ਅਗਲੇ ਮੇਰੀ ਚੂੰਡੀ ਪੱਟਣਗੇ। ਬੀਜੀ ਦੀ ਤੱਕਣੀ 'ਚ ਹੀ ਮੈਨੂੰ ਪਤਾ ਚੱਲ ਜਾਂਦਾ ਕਿ ਉਹ ਮੇਰੇ ਨਾਲ ਕਿਸੇ ਗੱਲੋਂ ਗੁੱਸੇ ਹਨ ਜਾਂ ਖੁਸ਼ ਹਨ। ਮੈਨੂੰ ਬੀਜੀ ਨੇ ਕਦੀ ਝਿੜਕਿਆ ਨਹੀਂ, ਮਾਰਨਾ ਤਾਂ ਕਦੀ ਹੋ ਹੀ ਨਹੀਂ ਸਕਦਾ। ਬਸ ਹੌਲੀ ਜੀ ਕਹਿੰਦੇ, ਬੀਬੇ ਬਣੀਦਾ ਹੁੰਦਾ। ਜੇਕਰ ਕੋਈ ਵਣਜਾਰਨ ਗੱਡੀਆਂ ਵਾਲੀ ਸੂਈਆਂ ਸਲਾਈਆਂ ਵੇਚਣ ਆ ਜਾਏ ਤਾਂ ਬੀਜੀ ਉਹਨੂੰ ਬਰਾਂਡੇ 'ਚ ਬਿਠਾ ਲੈਂਦੇ ਤੇ ਆਖਦੇ, ਕੁੜੀਏ ਆਹ ਥਾਲ ਤੇਰੇ ਸਾਹਮਣੇ ਦਾਣਿਆਂ ਦਾ ਪਿਆ, ਮਿਲੂ ਉਦੋਂ ਜਦੋਂ ਤੂੰ ਮੈਨੂੰ ਕੋਈ ਗੀਤ ਸੁਣਾਏਂਗੀ। ਗਲੀ ਗੁਆਂਢ ਦੀਆਂ ਔਰਤਾਂ ਆਖਦੀਆਂ, ਲੈ ਬੇਬੇ ਫੇਰ ਗੁਆਂਢ ਬੈਠ ਗਈ। ਬੀਜੀ ਕਰਮ ਕਾਂਡਾਂ 'ਚ ਵਿਸ਼ਵਾਸ ਨਹੀਂ ਸੀ ਕਰਦੇ। ਉਹ ਸਿਰਫ ਤੇ ਸਿਰਫ ਗੁਰਬਾਣੀ ਦੇ ਲੜ ਲੱਗਦੇ ਸਨ। ਸਾਡੇ ਪਿੰਡ 'ਚ ਇੱਕ ਪੰਡਿਤ ਹੁੰਦਾ ਸੀ ਜਿਹਦਾ ਨਾਂ ਸੀ ਚੂਨੀ। ਉਹ ਹਰ ਮਹੀਨੇ ਆਉਂਦਾ, ਆਟਾ ਜਾਂ ਦਾਣੇ ਲੈ ਜਾਂਦਾ। ਉਹ ਹਰ ਵੇਰ ਪੱਤਰੀ ਖੋਲ੍ਹਣ ਲੱਗਦਾ ਤਾਂ ਬੀਜੀ ਉਹਨੂੰ ਪਹਿਲਾਂ ਹੀ ਬੰਦ ਕਰ ਦਿੰਦੇ। ਦੇਖ ਚੂਨੀ, ਐਵੇਂ ਤੂੰ ਸਾਡਾ ਟਾਈਮ ਨਾ ਖਰਾਬ ਕਰ। ਇਹ ਵਹਿਮ ਜੇ ਚੋਚਲੇ ਨਾ ਪਾਇਆ ਕਰ। ਤੂੰ ਆਟਾ ਲੈਣਾ ਲੈ ਤੇ ਚੱਲਦਾ ਬਣ। ਬੀਜੀ ਕੋਲ ਇਸ ਤਰ੍ਹਾਂ ਕੋਰਾ ਜਵਾਬ ਹੁੰਦਾ। ਸਾਡੇ ਪੂਰੇ ਟੱਬਰ ਉੱਤੇ ਕੋਈ ਬਿਪਤਾ ਆਣ ਪਵੇ ਤਾਂ ਬੀਜੀ ਸਾਹਮਣੇ ਖੜੋ ਜਾਂਦੇ ਸਨ। ਉਸ ਵੇਲੇ ਉਹਨਾਂ ਤੋਂ ਸਭ ਡਰ ਜਾਂਦੇ ਸਨ। ਪਤਾ ਨਹੀਂ ਰੋਹ 'ਚ ਉਹਨਾਂ 'ਚ ਕਿਵੇਂ ਆ ਜਾਂਦਾ ਸੀ। ਇੱਕ ਭੂਆ ਜੀ ਹੋਰਾਂ ਮੂਹਰੇ ਨਹੀਂ ਸੀ ਉਹ ਖੜੋ ਸਕੇ। ਇਹ ਕਿੱਸਾ ਸਾਡੇ ਘਰ ਬੀਤਿਆ ਜੋ ਮੇਰੇ ਅੰਦਰੋਂ ਜਾਂਦਾ ਹੀ ਨਹੀਂ। ਮੇਰੀ ਉਮਰ ਉਸ ਵੇਲੇ 15-16 ਵਰ੍ਹਿਆਂ ਦੀ ਸੀ। ਸਾਡੇ ਗੁਆਂਢੀ ਸਾਡੇ ਸਕਿਆਂ ਵਿੱਚੋਂ ਚਾਚੇ ਚੈਨੇ ਦਾ ਘਰ ਸੀ। ਚਾਚਾ ਚੈਨਾ ਇਕੱਲਾ ਰਹਿੰਦਾ ਸੀ। ਉਹਦੀ ਘਰ ਵਾਲੀ ਮਰ ਗਈ ਸੀ। ਇੱਕ ਧੀ ਸੀ ਜੋ ਬੱਚੇ ਦੇ ਜਣੇਪੇ ਵੇਲੇ ਮਰ ਗਈ। ਸਮਝੋ ਇਕੱਲੀ ਜਾਨ ਸੀ ਉਹ। ਉਹਦਾ ਜਵਾਈ ਸੋਹਣ ਸਿੰਘ ਕਦੇ ਕਦਾਈ ਉਹਨੂੰ ਮਿਲਣ ਆ ਜਾਂਦਾ ਤੇ ਢੱਡ ਸਾਰੰਗੀ ਨਾਲ ਵਿਹੜੇ 'ਚ ਗੀਤ ਸੰਗੀਤ ਚੱਲਦਾ, ਦਾਰੂ ਵੀ ਚੱਲਦਾ। ਮੇਰੇ ਤਾਇਆ ਜੀ ਹਰਨਾਮ ਸਿੰਘ ਇਹ ਸਭ ਪਸੰਦ ਨਹੀਂ ਸੀ ਕਰਦੇ ਤੇ ਉਹਨਾਂ ਨੇ ਚਾਚੇ ਚੈਨੇ ਨੂੰ ਝਿੜਕ ਦਿੱਤਾ ਕਿ ਤੂੰ ਤਾਂ ਛੜਾ ਛਡਾਂਗੇ, ਸਾਡੇ ਘਰ ਧੀਆਂ ਨੂੰਹਾਂ ਵੀ ਹੈ, ਇੱਥੇ ਗਲੀ 'ਚ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਹੀਂ ਚੱਲਣਾ। ਹੁਣ ਚਾਚੇ ਨੇ ਤਾਇਆ ਜੀ ਤੋਂ ਬਦਲਾ ਲੈਣਾ ਸੀ। ਉਹਨੇ ਆਪਣੇ ਜਵਾਈ ਦੇ ਨਾਲ 2-4 ਬੰਦੇ ਹੋਰ ਸੱਦ ਲਏ।
ਉਹਨਾਂ ਨੇ ਸੋਚਿਆ ਮੇਰੇ ਭਾਈਆ ਜੀ ਇਸ ਤਰ੍ਹਾਂ ਦੀਆਂ ਮਹਿਫਲਾਂ 'ਚ ਬੈਠ ਲੈਂਦੇ ਹਨ ਤੇ ਉਹਨਾਂ ਨੂੰ ਦਾਰੂ 'ਚ ਕੁਝ ਦੇ ਕੇ ਬੇਹੋਸ਼ ਕਰ ਦਿੰਦੇ ਆ। ਬਾਅਦ 'ਚ ਤਾਇਆ ਜੀ ਦਾ ਕੰਡਾ ਕੱਢ ਦਿਆਂਗੇ। ਉਹਨਾਂ ਬੰਦਿਆਂ ਵਿੱਚ ਇੱਕ ਮੁੰਡਾ ਪਿੰਡ ਦਾ ਵੀ ਸੀ। ਉਹ ਸਾਰੀ ਗੱਲ ਸਮਝ ਗਿਆ। ਉਹਨੇ ਆ ਕੇ ਬੀਜੀ ਨੂੰ ਦੱਸਿਆ ਕਿ ਅੱਜ ਕੀ ਹੋਣ ਵਾਲਾ ਹੈ। ਬੀਜੀ ਨੇ ਭਾਈਆ ਜੀ ਨੂੰ ਆਵਾਜ਼ ਮਾਰ ਕੇ ਬਹਾਨੇ ਨਾਲ ਘਰ ਸੱਦ ਲਿਆ ਤੇ ਗੁਲਾਬੀ ਜੀ ਹਾਲਤ ਵਿੱਚ ਦਲਾਨ ਵਿੱਚ ਬੰਦ ਕਰ ਦਿੱਤਾ ਤੇ ਬਾਹਰੋਂ ਜੰਦਰਾ ਲਾ ਦਿੱਤਾ। ਤਾਇਆ ਜੀ ਨੂੰ ਵੀ ਹਵੇਲੀ ਨੂੰ ਭੇਜ ਦਿੱਤਾ ਜਿੱਥੇ ਉਹ ਸੌਂਦੇ ਹੁੰਦੇ ਸਨ। ਸਾਨੂੰ ਸਭ ਨਿਆਣਿਆਂ ਨੂੰ ਵੀ ਆਖ ਦਿੱਤਾ ਕਿ ਗਲੀ 'ਚ ਨਹੀਂ ਨਿਕਲਣਾ। ਡਿਉੜੀ ਦਾ ਬਾਹਰੋਂ ਕੁੰਡਾ ਲਾ ਦਿੱਤਾ। ਮਾਸੀ ਤੇ ਭੂਆ ਜੀ ਨੂੰ ਵੀ ਦੂਜੇ ਘਰ ਅੰਦਰ ਛੱਡ ਕੇ ਬਾਹਰੋਂ ਕੁੰਡਾ ਲਾ ਦਿੱਤਾ। ਘਰ 'ਚ ਕਿਸੇ ਨੂੰ ਪਤਾ ਹੀ ਨਾ ਲੱਗਣ ਦਿੱਤਾ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹੈ ਤੇ ਆਪ ਉਹ ਘਰ ਦੇ ਬਾਹਰ ਸਾਡੇ ਵੱਡੇ ਚੌਂਤੇ ਉੱਤੇ ਸੰਮ ਵਾਲੀ ਲਾਠੀ ਲੈ ਕੇ ਖੜੋ ਗਏ ਤੇ ਚਾਚੇ ਚੈਨੇ ਨੂੰ ਲਲਕਾਰ ਕੇ ਬੋਲੇ, ਚੈਨਿਆ ਹਿੰਮਤ ਹੈ ਤਾਂ ਅੱਜ ਬਾਹਰ ਨਿਕਲ। ਗੱਲ ਕੀ ਹੈ, ਅਸੀਂ ਸਾਰੇ ਬਨੇਰਿਆਂ ਉੱਤੇ ਬੈਠੇ ਦੇਖੀਏ ਕਿ ਕੀ ਬਣਦਾ ਹੈ। ਭੂਆ ਜੀ ਰੌਲੀ ਪਾਉਣ, ਮਾਸੀ ਜੀ ਕਹਿਣ, ਪਰ ਬੀਜੀ ਨੂੰ ਜਿਵੇਂ ਕੁਝ ਨਾ ਸੁਣੇ। ਸਾਡੀ ਗਲੀ 'ਚ ਆਲੇ ਦੁਆਲੇ ਦੇ ਬੰਦੇ ਇਕੱਠੇ ਹੋ ਗਏ। ਬਾਜ਼ਾਰ ਦੇ ਲੋਕ ਆ ਗਏ, ਪਰ ਬੀਜੀ ਗਲੀ ਦੇ ਗੱਭੇ ਸਿਪਾਹੀ ਵਾਂਗ ਖੜੇ ਆਖਣ ਕੇ, ਚੈਨਿਆ ਜਿਹੜਾ ਚੌਣਾ ਤੂੰ ਅੰਦਰ ਬਿਠਾਇਆ ਹੋਇਆ ਉਹਨੂੰ ਕੱਢ ਬਾਹਰ। ਜਿਸ ਔਰਤ ਨੂੰ ਬਾਹਰ ਆਦਮੀਆਂ ਸਾਹਮਣੇ ਬੋਲਣ ਦੀ ਮਨਾਹੀ ਸੀ, ਜਿਹੜੀ ਔਰਤ ਕੋਈ ਮਰਦ ਘਰ ਆ ਜਾਏ ਤਾਂ ਭੂਆ ਜੀ ਤੋਂ ਬਿਨਾਂ ਦਰਵਾਜ਼ਾ ਨਹੀਂ ਸੀ ਖੋਲ੍ਹ ਸਕਦੀ, ਹੁਣ ਉਹੀ ਔਰਤ ਘੁੰਡ ਕੱਢ ਕੇ ਸਭ ਨੂੰ ਲਲਕਾਰ ਰਹੀ ਸੀ। ਲੋਕੀ ਬੀਜੀ ਨੂੰ ਚੁੱਪ ਕਰਾਉਣ, ਪਰ ਬੀਜੀ ਆਖਣ, ਇਸ ਬੰਦੇ ਨੇ ਸੋਚ ਕਿੱਦਾਂ ਲਿਆ ਕਿ ਇਹਨਾਂ ਦੇ ਮੁੰਡੇ ਪ੍ਰਦੇਸ਼ ਚਲੇ ਗਏ, ਘਰ 'ਚ ਕੋਈ ਹੈ ਨਹੀਂ ਬਚਾਉਣ ਵਾਲਾ। ਮੈਂ ਹੈਗੀ ਹਾਂ ਚੈਨਿਆ, ਅੱਜ ਤੂੰ ਮੇਰੇ ਨਾਲ ਗੱਲ ਕਰ। ਭੂਆ ਜੀ, ਮਾਸੀ ਜੀ ਸਭ ਬੀਜੀ ਨੂੰ ਕੁੰਡਾ ਖੋਲ੍ਹਣ ਨੂੰ ਕਹਿਣ, ਪਰ ਬੀਜੀ ਕਿੱਥੋਂ ਮੰਨਣ। ਗੁੱਲੂ ਦਿਆਂ ਦਾ ਭਾਵ ਬਾਜ਼ਾਰ ਵਿੱਚ ਲਿਆਂਦਾ ਚਾਚਾ ਅਰਜਨ ਸਿੰਘ ਬੀਜੀ ਨੂੰ ਆਖਣ ਲੱਗਾ, ਤੁਸੀਂ ਜਾਓ ਜੀ ਅੰਦਰ, ਮੈਂ ਵੇਖਦਾ। ਤੇ ਬੀਜੀ ਉਹਨੂੰ ਵੀ ਬੋਲੇ, ਮੈਂ ਹੈਗੀ ਹਾਂ ਜੀ, ਤੁਸੀਂ ਜਾਓ ਆਪਣੇ ਘਰਾਂ ਨੂੰ। ਗੱਲ ਕੀ ਬੀਜੀ ਨੂੰ ਐਸਾ ਭਵਕ ਚੜਿਆ ਕਿ ਉਹਨਾਂ ਨੇ ਉਸੇ ਵੇਲੇ ਉਹ ਸਾਰੇ ਬੰਦੇ ਉੱਥੋਂ ਕਢਵਾ ਕੇ ਸਾਹ ਲਿਆ। ਇਹੋ ਦਿਨ ਸੀ ਜਦੋਂ ਤੋਂ ਸਾਡੇ ਘਰ ਔਰਤਾਂ ਦਾ ਘੁੰਡ ਚੱਕਿਆ ਗਿਆ ਸੀ। ਦੂਜੇ ਦਿਨ ਸਾਰੇ ਪਿੰਡ ਵਾਲੇ ਆਖਣ, ਰਾਤੀ ਬੇਬੇ ਨੇ ਕਮਾਲ ਕਰਦੇ, ਚੈਨੇ ਦੇ ਮਨਸੂਬੇ ਫੇਲ ਕਰਤੇ, ਵਰਨਾ ਪਤਾ ਨਹੀਂ ਕੀ ਹੋ ਜਾਂਦਾ। ਇਹਨਾਂ ਦੋਵਾਂ ਭਰਾਵਾਂ ਨੂੰ ਉਹਨਾਂ ਨੇ ਬੰਨੇ ਲਾ ਦੇਣਾ ਸੀ। ਬਸ ਏਦਾਂ ਦੇ ਹੀ ਸਨ ਮੇਰੇ ਬੀਜੀ। ਮੈਂ ਇੰਗਲੈਂਡ ਨੂੰ 1962 'ਚ ਤੁਰੀ ਤਾਂ ਉਹਨਾਂ ਨੇ ਮੇਰੀ ਹਰ ਰੀਝ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਦਿੱਲੀ 4-5 ਦਿਨ ਰਹਿ ਕੇ ਘੁਮਾਇਆ ਫਿਰਾਇਆ। ਬੀਜੀ ਸੰਸਕਾਰੀ ਔਰਤ ਸਨ, ਪਰ ਪਿਛਾਂ ਖਿੱਚੂ ਜਾਂ ਨਹਿਰੂ ਮਾਈਂਡਡ ਨਹੀਂ ਸਨ। ਉਹ ਮੇਰੇ ਲਈ ਨਵੇਂ ਯੁੱਗ ਦੀ ਔਰਤ ਬਣ ਕੇ ਮੈਨੂੰ ਹੱਲਾਸ਼ੇਰੀ ਦਿੰਦੇ। ਉਹਨਾਂ ਦੇ ਕਹਿਣ ਅਨੁਸਾਰ ਮੈਨੂੰ ਜ਼ਿੰਦਗੀ 'ਚ ਕਦੇ ਵੀ ਹਾਰਨਾ ਨਹੀਂ ਚਾਹੀਦਾ। ਸੱਚੀ ਬੀਜੀ ਨੇ ਸਮੇਂ ਅਨੁਸਾਰ ਜੋ ਵੀ ਝੱਲਿਆ, ਆਪਣੇ ਚਿਹਰੇ 'ਤੇ ਸ਼ਿਕਨ ਨਹੀਂ ਆਉਣ ਦਿੱਤੀ ਤੇ ਨਾ ਹੀ ਕਿਸੇ ਕੋਲ ਰੋਂਦੂ ਜੀਆਂ ਕਹਾਣੀਆਂ ਹੀ ਸੁਣਾਈਆਂ। ਚੁੱਪ ਚੁਪੀਤੇ ਜੇ ਸਭ ਦੇਖਦੇ ਸਹਿੰਦੇ ਰਹੇ, ਪਰ ਹੱਠ ਦਾ ਪੱਲਾ ਨਹੀਂ ਛੱਡਿਆ। ਬੀਜੀ ਨੂੰ ਹਰ ਚੀਜ਼ ਦੀ ਸਮਝ ਤੇ ਪਰਖ ਸੀ। ਹਰ ਬੰਦੇ ਦੇ ਧੁਰ ਅੰਦਰਲੇ ਨੂੰ ਉਹ ਪਛਾਣ ਲੈਂਦੇ ਸਨ। ਦੂਜੇ ਦੇ ਗੱਲ ਕਰਨ ਦੇ ਅੰਦਾਜ਼ ਤੋਂ ਸਮਝ ਜਾਂਦੇ ਸਨ। ਸਾਡੇ ਘਰ ਭਾਈਆ ਜੀ ਤੇ ਤਾਇਆ ਜੀ ਭਾਵੇਂ ਜੁਦੇ ਹੋਏ, ਪਰ ਬੱਚਿਆਂ 'ਚ ਇੱਕ ਦੂਜੇ ਪਾਸੇ ਕੋਈ ਰੋਕ ਟੋਕ ਨਹੀਂ ਸੀ। ਮੇਰੀ ਮਾਸੀ ਦਾ ਮੁੰਡਾ ਰਣਜੀਤ ਸਕੂਲ ਜਾਣ ਤੋਂ ਪਹਿਲਾਂ ਭਾਵੇਂ ਘਰੋਂ ਰੋਟੀ ਖਾ ਕੇ ਆਉਂਦਾ, ਪਰ ਉਹ ਬੀਜੀ ਦੇ ਹੱਥ ਦੀ ਰੋਟੀ ਜ਼ਰੂਰ ਖਾਂਦਾ। ਛਾਬੇ 'ਚ ਤਾਜ਼ੀ ਪੱਕੀ ਰੋਟੀ ਤੋਂ ਬਿਨਾਂ ਜਿਵੇਂ ਉਹਨੂੰ ਸਾਹ ਨਾ ਆਉਂਦਾ। ਬੀਜੀ ਦੇਖਦੇ ਰਹਿ ਜਾਂਦੇ ਤੇ ਰਣਜੀਤ ਰੋਟੀ ਚੁੱਕਦਾ, ਉੱਪਰ ਸਾਗ ਸਬਜ਼ੀ ਪਾਉਂਦਾ, ਖਾਂਦਾ ਹੋਇਆ ਸਕੂਲ ਨੂੰ ਦੌੜ ਜਾਂਦਾ। ਬੀਜੀ ਲਾਡ ਜੇ ਨਾਲ ਕਹਿੰਦੇ, ਵੇ ਰੰਜੋ, ਹੁਣ ਮੈਨੂੰ ਹੋਰ ਰੋਟੀ ਪਕਾਉਣੀ ਪਊ, ਕਿਉਂਕਿ ਸਾਡੇ ਤਿੰਨਾਂ ਜੀਆਂ ਦੀ ਗਿਣਵੀਂ ਤਾਂ ਰੋਟੀ ਹੁੰਦੀ ਸੀ। ਪਰ ਉਹ ਰੰਜੋ ਨੂੰ ਇਹ ਨਾ ਦੱਸਦੇ ਕਿ ਉਹਨਾਂ ਨੇ ਵਾਧੂ ਰੋਟੀ ਪਹਿਲਾਂ ਹੀ ਪਕਾ ਕੇ ਰੱਖੀ ਹੋਈ ਹੈ। 1963 'ਚ ਵੀਰੇ ਨੇ ਭਾਈਆ ਜੀ ਨੂੰ ਇੰਗਲੈਂਡ ਸੱਦ ਲਿਆ ਤੇ 1965 'ਚ ਬੀਜੀ ਵੀ ਇੰਗਲੈਂਡ ਆ ਗਏ। ਇੰਗਲੈਂਡ 'ਚ 7 ਕੁ ਵਰ੍ਹੇ ਬੀਜੀ ਬਹੁਤ ਖੁਸ਼ ਰਹੇ। ਇੰਗਲੈਂਡ 'ਚ ਵੀ ਵੀਰੇ ਦੇ ਸਭ ਰਿਸ਼ਤੇਦਾਰਾਂ ਦੋਸਤਾਂ ਦੀ ਬੀਜੀ ਵੀ ਬੇਬੇ ਹੀ ਰਹੀ। ਉਮਰ ਬੀਤਣ ਬਾਅਦ ਵੀਰੇ ਦੀ ਉਹ ਬੇਬੇ ਤਾਂ ਸੀ, ਪਰ ਭੂਆ ਜੀ ਚਿੰਤੀ ਮਾਂ ਰਹੀ। ਇਹ ਵਿੱਥ ਕਦੀ ਪੂਰੀ ਨਹੀਂ ਹੋਈ। ਬੀਜੀ ਕਈ ਗੱਲਾਂ ਤੋਂ ਬਹੁਤ ਸਿੱਧੇ ਵੀ ਸਨ। ਜਿਵੇਂ ਉਹਨਾਂ ਦੇ ਘਰ ਨੇੜੇ ਇੱਕ ਔਰਤਾਂ ਦੇ ਵਾਲ ਬਣਾਉਣ ਵਾਲਾ ਸੈਲੂਨ ਸੀ। ਔਰਤਾਂ ਵਾਲ ਬਣਵਾਉਣ ਆਉਂਦੀਆਂ ਤੇ ਵਾਲ ਧੋ ਕੇ ਸੈੱਟ ਕਰਕੇ ਔਰਤਾਂ ਨੂੰ ਵਾਲ ਸੈੱਟ ਕਰਨ ਵਾਲੀਆਂ ਮਸ਼ੀਨਾਂ ਟੋਪੀ ਜਿਹੇ ਹੁੱਡ ਵਾਲੀਆਂ ਹੇਠਾਂ ਬਿਠਾ ਦਿੰਦੇ। ਹੁੱਡ ਕਾਲੇ ਰੰਗ ਦੇ ਹੁੰਦੇ ਸਨ। ਬੀਜੀ ਉਸ ਵਿੰਡੋ ਮੋਹਰ ਦੀ ਲੰਘਦੇ ਦੇਖਦੇ ਤੇ ਇੱਕ ਦਿਨ ਸਾਡੇ ਹੀ ਪਿੰਡ ਦੀ ਨੂੰਹ ਭਾਬੀ ਨੰਜੋ ਨੂੰ ਕਹਿਣ ਲੱਗੇ, ਕੁੜੇ ਨੰਜੋ, ਤੇਰੇ ਘਰ ਦੇ ਨਾਲ ਇੰਨੀ ਪੁਲਿਸ ਕਿਉਂ ਬੈਠੀ ਰਹਿੰਦੀ ਹੈ?
ਉਹ ਕਹਿੰਦੀ ਕਿੱਥੇ ਬੇਜੀ? ਆ ਜਿਹੜਾ ਤੈਥੋਂ ਅਗਲਾ ਘਰ ਹੈ, ਉੱਥੇ ਪੁਲਿਸ ਹੀ ਪੁਲਿਸ ਬੈਠੀ ਹੁੰਦੀ ਹੈ ਟੋਪੀਆਂ ਵਾਲੀ। ਮੇਰੀ ਛੋਟੀ ਭਾਬੀ ਜਗਜੀਤ, ਮਾਸੀ ਜੀ ਗੁਲਵੰਤ ਦੀ ਨੂੰ, ਵਿੱਚੋਂ ਬੋਲੀ, ਮਰ ਜਾਏ ਬੇਜੀ, ਉਹ ਪੁਲਿਸ ਨਹੀਂ ਹੈ, ਉਹ ਤਾਂ ਤੀਵੀਆਂ ਦੇ ਵਾਲ ਬਣਾਉਣ ਵਾਲੀਆਂ ਮਸ਼ੀਨਾਂ ਨੇ। ਇਸੇ ਤਰ੍ਹਾਂ ਇੱਕ ਵਾਰ ਉਹ ਸਟੈਫੋਰਡ ਸ਼ਹਿਰ ਸ਼ਾਪਿੰਗ ਕਰਨ ਵਾਸਤੇ ਜਾ ਰਹੇ ਸਨ। ਉਹਨਾਂ ਦੇ ਨਾਲ ਮੇਰੀ ਵੱਡੀ ਭੈਣ ਭੂਆ ਜੀ ਹਰਨਾਮ ਕੌਰ ਦੀ ਕੁੜੀ ਅਮਰਜੀਤ ਸੀ। ਅਮਰਜੀਤ ਮੋਹਰੇ ਤੇ ਬੀਜੀ ਮਗਰ। ਬੀਜੀ ਜਦੋਂ ਤੁਰਦੇ ਤਾਂ ਆਪਣੇ ਹਿੱਪ ਭਾਵ ਲੱਕ ਉੱਤੇ ਹੱਥ ਧਰ ਲੈਂਦੇ। ਸ਼ਾਇਦ ਇਸ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਆਪਣਾ ਬੈਲੈਂਸ ਠੀਕ ਰੱਖ ਸਕਦੇ ਹੋਣ। ਜਦੋਂ ਇੱਕ ਚੁਰਾਹੇ ਨੂੰ ਪਾਰ ਕਰਕੇ ਵੱਡੀ ਸਾਰੀ ਬਿਲਡਿੰਗ ਕੋਲ ਦੀ ਲੰਘਣ ਲੱਗੇ ਤਾਂ ਖੜੋ ਕੇ ਜੁੱਤੀ ਖੋਲ ਕੇ ਉੱਥੇ ਪੌੜੀਆਂ ਤੇ ਮੱਥਾ ਟੇਕਣ ਲੱਗ ਪਏ। ਭੈਣ ਜੀ ਪਿੱਛਾ ਮੁੜ ਕੇ ਦੇਖਿਆ ਤੇ ਉਹ ਬੀਜੀ ਵੱਲ ਦੇਖ ਕੇ ਹੱਸ ਪਏ। ਕਹਿਣ ਲੱਗੇ, ਮਾਮੀ ਜੀ ਇਹ ਕੀ ਕਰਦੇ ਹੋ? ਬੀਜੀ ਬੋਲੇ, ਅੰਬੋ ਰੱਬ ਹਰ ਥਾਂ ਹੈ, ਦੇਖ ਗੋਰਿਆਂ ਦਾ ਕਿੱਡਾ ਵੱਡਾ ਗੁਰਦੁਆਰਾ ਹੈ, ਕਿੰਨੀ ਸੋਹਣੀ ਇਮਾਰਤ, ਰੂਹ ਖੁਸ਼ ਹੁੰਦੀ ਹੈ। ਇਹ ਲੋਕ ਇਹਨੂੰ ਚਰਚ ਕਹਿੰਦੇ ਹੈ। ਮੈਂ ਸੋਚਿਆ ਮੈਂ ਵੀ ਮੱਥਾ ਟੇਕਦੇ ਹਾਂ। ਭੈਣ ਜੀ ਹੱਸਣੋਂ ਨਾ ਰੁਕਣ ਤੇ ਉਹਨਾਂ ਨੇ ਬੀਜੀ ਨੂੰ ਦੱਸਿਆ, ਮਾਮੀ ਜੀ ਇਹ ਗੁਰਦੁਆਰਾ ਨਹੀਂ ਹੈ, ਇਹ ਤਾਂ ਜੂਆ ਖਾਨਾ ਹੈ, ਇੱਥੇ ਲੋਕ ਬਿੰਗੋ ਖੇਡਣ ਆਉਂਦੇ ਹੈ। ਹਾਂ ਤੁਹਾਨੂੰ ਮੈਂ ਨਾ ਕਹਾਂ, ਇੰਨੇ ਲੋਕ ਕਿਉਂ ਇੱਥੇ ਆਉਂਦੇ ਆ? ਖਸਮਾਂ ਨੂੰ ਖਾਣਿਓ, ਪੈਸੇ ਵਾਧੂ ਦੇ ਬਰਬਾਦ ਕਰਦੇ ਹੋ। ਬੀਜੀ ਦੀਆਂ ਝੱਲਵੱਲੀਆਂ ਗੱਲਾਂ ਜਦੋਂ ਅਸੀਂ ਸਾਰੇ ਭੈਣਾਂ ਭਰਾ ਭਾਵ ਸਭ ਕਜ਼ਨ ਇਕੱਠੇ ਹੁੰਦੇ ਤਾਂ ਕਰਦੇ ਹਾਂ। ਬੀਜੀ ਦੀ ਪਰਸਨੈਲਿਟੀ ਦੇ ਕਈ ਪੱਖ ਹਨ। ਮੇਰੇ ਬੀਜੀ ਜਿੱਥੇ ਹੱਠ ਵਾਲੀ ਔਰਤ ਸਨ, ਉੱਥੇ ਬਹੁਤ ਨਰਮ ਦਿਲ ਔਰਤ ਵੀ ਸਨ, ਸਮਾਜੀ ਤੌਰ 'ਤੇ ਹਰ ਰਿਸ਼ਤੇ ਨੂੰ ਨਿਭਾਉਣ ਵਾਲੇ। ਮੈਂ ਜਦੋਂ ਇੰਗਲੈਂਡ ਨੂੰ ਤੁਰੀ ਤਾਂ ਉਹਨਾਂ ਦੀ ਸਿੱਖਿਆ ਮੈਨੂੰ ਕਦੇ ਨਹੀਂ ਭੁੱਲੀ। ਸਿਰਫ 2-4 ਸ਼ਬਦ ਸਨ ਉਹਨਾਂ ਨੇ ਆਖੇ, ਪਰ ਉਹਨਾਂ ਦੇ ਅਰਥ ਬਹੁਤ ਡੂੰਘੇ ਸਨ। ਉਹਨਾਂ ਨੇ ਮੈਨੂੰ ਆਖਿਆ ਸੀ, ਬੀਬੋ ਤੂੰ ਪਰਦੇਸ ਚੱਲੀ ਹੈ, ਦੂਜੇ ਘਰ ਵੀ ਜਾਣਾ। ਹਰ ਕੋਈ ਆਪਣੇ ਟੱਬਰ ਦਾ ਖਿਆਲ ਰੱਖ ਸਕਦਾ ਹੈ। ਬੰਦਾ ਉਹ ਹੈ ਜੋ ਸਹੁਰੇ ਦੇ ਟੱਬਰ ਦਾ ਓਨਾ ਹੀ ਖਿਆਲ ਰੱਖੇ। ਗੱਲ ਨਿੱਕੀ ਜਿਹੀ ਸੀ, ਪਰ ਜ਼ਿੰਦਗੀ ਦੇ ਨਿਚੋੜ ਤੇ ਰਿਸ਼ਤਿਆਂ ਦੇ ਨਿਭਾਅ ਨੂੰ ਤੋਰੀ ਰੱਖਣ ਦੀ ਜਾਚ ਮੈਨੂੰ ਇਹਨਾਂ ਸ਼ਬਦਾਂ ਤੋਂ ਹੀ ਆਈ। ਸੱਚ ਹੀ ਉਹ ਰਿਸ਼ਤੇ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ। ਭੂਆ ਜੀ ਅੱਗੇ ਨਾ ਬੋਲਣਾ ਵੀ ਇਹਨਾਂ ਰਿਸ਼ਤਿਆਂ ਦੇ ਨਿਭਾਅ ਤੇ ਆਦਰ ਦੀ ਗੱਲ ਸੀ, ਜੋ ਬੀਜੀ ਹੀ ਸਮਝ ਸਕਦੇ ਸਨ। ਅੱਜ ਦੇ ਵੇਲੇ ਹਰ ਕੋਈ ਆਖ ਦੇਗਾ, ਭਲਾ ਨਨਾਣ ਦਾ ਕੀ ਹੱਕ ਹੋਇਆ? ਪਰ ਨਹੀਂ, ਇਹ ਸਮਝ ਤੇ ਸਹਿਨਸ਼ੀਲਤਾ ਬੀਜੀ ਵਿੱਚ ਹੀ ਹੋ ਸਕਦੀ ਸੀ। ਉਹ ਅਕਸਰ ਆਖਦੇ, ਕੀ ਹੋਇਆ ਜੇ ਵੱਡੀ ਬੀਬੀ ਨੇ ਕੁਝ ਕਹਿਤਾ, ਮਾਂ ਹੈ ਸਾਡੀ। ਕਾਰਨ ਇਹ ਵੀ ਸੀ ਕਿ ਭੂਆ ਜੀ ਭਾਈਆ ਜੀ ਤੋਂ 18 ਵਰ੍ਹੇ ਵੱਡੇ ਸਨ। ਬੀਜੀ ਤੇ ਭਾਈਆ ਜੀ ਉਹਨਾਂ ਨੂੰ ਵੱਡੀ ਭੈਣ ਤਾਂ ਮੰਨਦੇ ਹੀ ਸਨ, ਪਰ ਮਾਂ ਦਾ ਵੀ ਥਾਂ ਦਿੰਦੇ ਸਨ। ਵੀਰੇ ਨਾਲ ਉਹਨਾਂ ਦਾ ਰੂਹ ਦਾ ਰਿਸ਼ਤਾ ਸੀ, ਜੋ ਉਹਨਾਂ ਨੂੰ ਨਿਭਾਉਣਾ ਨਹੀਂ ਸੀ ਮਿਲਿਆ। ਪੂਰੀ ਉਮਰ ਉਸ ਰਿਸ਼ਤੇ ਦੇ ਦਰਦ 'ਚ ਜੀਏ, ਉਸੇ ਲਈ ਤਰਸੇ। ਚੁੱਪ ਦੀ ਭਾਸ਼ਾ 'ਚ ਬੜਾ ਦਰਦ ਹੁੰਦਾ ਹੈ। ਇਹਨਾਂ ਮਾਂ ਪੁੱਤ ਦੀ ਵੀ ਚੁੱਪ ਦੀ ਭਾਸ਼ਾ ਸੀ। ਦਰਦ ਵੀ ਆਪਣਾ ਆਪਣਾ ਸੀ। ਬੀਜੀ ਨੇ ਤਾਂ ਹੰਢਾਇਆ ਹੀ, ਪਰ ਵੀਰੇ ਨੇ ਵੀ ਹੰਢਾਇਆ। ਕੁਝ ਹੱਦ ਤੀਕਰ ਅਸੀਂ ਪਿਓ ਧੀ ਨੇ ਵੀ ਹੰਢਾਇਆ। ਸ਼ਾਇਦ ਇਹੀ ਕਾਰਨ ਸੀ ਮੈਂ ਵੀ ਬੀਜੀ ਦੇ ਹਿੱਸੇ ਨਹੀਂ ਸੀ ਆਈ। ਮੇਰਾ ਰਿਸ਼ਤਾ ਮੇਰੇ ਭਾਈਆ ਜੀ ਨਾਲ ਐਸਾ ਪੀੜਾ ਸੀ, ਜਿਵੇਂ ਬੀਜੀ ਲਈ ਵਿਚਾਲੇ ਥਾਂ ਹੀ ਨਹੀਂ ਸੀ ਰਹਿੰਦੀ। ਉਹ ਸਿਰਫ ਮੇਰੀ ਮਾਂ ਸਨ। ਉਹਨਾਂ ਅੰਦਰ ਕੀ ਟੁੱਟਦਾ ਹੋਏਗਾ, ਸ਼ਾਇਦ ਮੈਨੂੰ ਗਿਆਨ ਨਹੀਂ ਸੀ। ਮੇਰੇ ਲਈ ਉਹ ਆਪਣਾ ਫਰਜ਼ ਨਿਭਾਉਂਦੇ, ਲਾਡ ਵੀ ਕਰਦੇ, ਫਿਰ ਵੀ ਇੱਕ ਖਿਲਾਅ ਸੀ ਕਿਧਰੇ, ਜੋ ਕਦੀ ਪੂਰਾ ਨਹੀਂ ਸੀ ਹੁੰਦਾ। ਤੇ ਜਦੋਂ ਮੈਨੂੰ ਤੇ ਭਾਈਆ ਜੀ ਨੂੰ ਇਕੱਠੇ ਦੇਖਦੇ ਤਾਂ ਇੱਕ ਗੀਤ ਗਾਉਂਦੇ ਤੁਰੇ ਫਿਰਦੇ, ਲਾਡਲੀ ਨਾ ਰੱਖੀ ਬਾਬਲਾ, ਤੇਰੀ ਲਾਡਲੀ ਨੂੰ ਦੁੱਖ ਵੀ ਘਨੇਰੇ। ਸ਼ਾਇਦ ਇਹ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਨਿਚੋੜ ਸੀ। 1982 ਨੂੰ ਬੀਜੀ ਨੂੰ ਬ੍ਰੇਨ ਸਟ੍ਰੋਕ ਹੋ ਗਿਆ। ਚੰਗੀ ਭਲੀ ਸਿਹਤ, ਪਰ ਚੇਤਾ ਕਿਸੇ ਦਾ ਵੀ ਨਹੀਂ। ਮੈਂ ਤੇ ਵੀਰਾ ਦੋਨੋਂ ਇੰਡੀਆ ਉਹਨਾਂ ਦੀ ਦੇਖਭਾਲ ਕਰਨ ਲਈ ਗਏ। ਵੀਰੇ ਦੀ ਜ਼ਿੱਦ ਸੀ ਕਿ ਇਹ ਉਹਦਾ ਫਰਜ਼ ਹੈ। ਮੈਂ ਵੀਰੇ ਦੇ ਰੋਕਦੇ ਰੋਕਦੇ ਵੀ ਇੰਡੀਆ ਚਲੀ ਗਈ। ਜ਼ਿੰਦਗੀ 'ਚ ਪਹਿਲੀ ਵਾਰ ਮੇਰੇ ਬੀਜੀ ਤੇ ਭਾਈਆ ਜੀ ਦਾ ਆਪਣਾ ਟੱਬਰ ਭਾਵ ਮੈਂ ਤੇ ਵੀਰਾ ਇਕੱਠੇ ਉਹਨਾਂ ਦੇ ਕੋਲ ਇੱਕ ਘਰ 'ਚ ਸੀ। ਪਰ ਬੀਜੀ ਸਾਨੂੰ ਦੋਹਾਂ ਨੂੰ ਪਛਾਣ ਨਹੀਂ ਸੀ ਰਹੇ। ਹਫ਼ਤੇ ਕੁ ਬਾਅਦ ਉਹ ਸਮਝ ਗਏ ਕਿ ਅਸੀਂ ਕੌਣ ਹਾਂ। ਉਹ ਕੁਝ ਠੀਕ ਵੀ ਹੋਣ ਲੱਗ ਪਏ। ਪਰ ਤਰਾਸਦੀ ਦੇਖੋ, ਵੀਰਾ ਲਿਵਰ ਸਰੋਸਿਸ ਦਾ ਮਰੀਜ਼ ਸੀ ਤੇ ਉਹ ਬਿਮਾਰ ਹੋ ਗਿਆ ਤੇ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਇੱਕ ਹੋਰ ਹੌਕਾ ਬੀਜੀ ਦੀ ਹਿੱਕ ਅੰਦਰ ਬੀਜਿਆ ਗਿਆ ਕਿ ਮੇਰੀ ਦੇਖਭਾਲ ਕਰਨ ਆਇਆ ਮੇਰਾ ਪੁੱਤ ਤੁਰ ਗਿਆ। ਵੀਰੇ ਨੂੰ ਦੇਖਦਿਆਂ ਸਾਰ ਬੀਜੀ ਧੜਮ ਕਰਕੇ ਡਿੱਗ ਪਏ। ਮੁੜ ਪੂਰੀ ਹੋਸ਼ ਆਈ ਨਹੀਂ, ਬਸ ਨਰਵਸ ਬ੍ਰੇਕ ਡਾਊਨ ਹੋ ਗਈ। ਪੂਰੇ 8 ਵਰ੍ਹੇ ਇਸ ਸੁਰਤ ਬੇਸੁਰਤੀ ਦੇ ਆਲਮ ਦਾ ਉਹਨਾਂ ਨੇ ਸੰਤਾਪ ਭੋਗਿਆ। ਉਹਨਾਂ ਦਾ ਦਿਮਾਗ ਇੱਕੋ ਲੈਅ ਵਿੱਚ ਭਾਵ ਵੀਰੇ 'ਚ ਲੱਗਾ ਰਿਹਾ।
ਮੈਂ 6 ਮਹੀਨੇ ਕਦੀ ਘਰ ਤੇ ਕਦੀ ਹਸਪਤਾਲ ਉਹਨਾਂ ਨੂੰ ਲੈ ਕੇ ਬੈਠੀ ਰਹੀ। ਉਹ ਮੇਰੀ ਜ਼ਿੰਦਗੀ ਦੀ ਸਾੜ ਸਤੀ ਦਾ ਵਰ੍ਹਾ ਸੀ। ਜਦੋਂ ਕੁਝ ਠੀਕ ਹੋਏ ਤਾਂ ਅਸੀਂ ਉਹਨਾਂ ਨੂੰ ਫਿਰ ਇੰਗਲੈਂਡ ਬੁਲਾ ਲਿਆ, ਪਰ ਕਿੱਥੇ, ਉਹਨਾਂ ਦੀ ਰੂਹ ਪਿੰਡ ਦੇ ਸਿਵਿਆਂ ਵਿੱਚ ਹੀ ਭਟਕਦੀ ਰਹੀ, ਜਿੱਥੇ ਉਹਨਾਂ ਦਾ ਲਾਡਲਾ ਸੁੱਤਾ ਪਿਆ ਸੀ, ਤੇ ਉਹ ਜ਼ਿੱਦ ਕਰਕੇ ਫਿਰ ਵਾਪਸ ਪਿੰਡ ਨੂੰ ਚਲੇ ਗਏ। ਭਾਈਆ ਜੀ ਵੀ ਕਹਿਣ ਲੱਗੇ ਕਿ ਜੇਕਰ ਇਹ ਵੱਧ ਉਦਾਸ ਰਹਿਣਗੇ ਤਾਂ ਇਹਨਾਂ ਦੀ ਸਿਹਤ ਹੋਰ ਖਰਾਬ ਹੋਊ। ਇਹਨਾਂ ਦਾ ਮਨ ਜਿਸ ਤਰ੍ਹਾਂ ਖੁਸ਼ ਹੈ ਉਸੇ ਤਰ੍ਹਾਂ ਠੀਕ ਹੈ। 1999 ਵਿੱਚ ਮੈਂ ਉਹਨਾਂ ਨੂੰ ਮਿਲਣ ਪੰਜਾਬ ਗਈ। ਉਸ ਮਹੀਨੇ 1.5 ਮਹੀਨੇ 'ਚ ਉਹਨਾਂ ਨੇ ਆਪਣੀ ਸੁਰਤ ਬੇਸੁਰਤੀ ਦੀ ਹਾਲਤ ਵਿੱਚ ਵੀ ਮੈਨੂੰ ਇੰਨਾ ਪਿਆਰ ਦਿੱਤਾ ਕਿ ਸਾਰੀ ਉਮਰ ਦੇ ਉਲਾਂਭੇ ਲਾ ਦਿੱਤੇ। ਤੇ ਉਸੇ ਵੇਲੇ ਮੈਂ ਉਹਨਾਂ ਨੂੰ ਆਖਰੀ ਵਾਰ ਦੀ ਫਤਿਹ ਬੁਲਾ ਕੇ ਕੈਨੇਡਾ ਵਾਪਸ ਆ ਗਈ। 1990 'ਚ ਮੈਨੂੰ ਸਦਾ ਲਈ ਛੱਡ ਕੇ ਚਲੇ ਗਏ ਤੇ ਮੇਰੀ ਅੰਮੂ ਰਹਿ ਗਈ ਮੇਰੇ ਮਨ ਦੇ ਹਨੇਰਿਆਂ 'ਚ, ਮੇਰੀਆਂ ਕਹਾਣੀਆਂ ਦੇ ਕਈ ਕੋਨਿਆਂ ਵਿੱਚ। ਮੈਨੂੰ ਜਾਪਦਾ ਜਿਵੇਂ ਮੇਰੀ ਅੰਮੂ ਮੇਰੀਆਂ ਕਹਾਣੀਆਂ ਨੂੰ ਕੰਧਾਂ ਦੇ ਕੇ ਕਈ ਥਾਂ ਖੜਾਉਂਦੀ ਹੋਵੇ। ਮੈਨੂੰ ਹਾਲੇ ਵੀ ਜਾਪਦਾ ਜਿਵੇਂ ਬੀਜੀ ਦੇ ਅਨੇਕ ਰੂਪ ਉੱਭਰ ਕੇ ਮੇਰੇ ਸਾਹਮਣੇ ਆਉਂਦੇ ਹੋਣ, ਇੱਕ ਜੰਗਲ ਵਾਂਗ ਮੇਰੇ ਅੱਗੇ ਵਿਛ ਜਾਂਦੇ ਹੋਣ, ਜਿਵੇਂ ਆਖਰੇ ਹੋਣ, ਤੂੰ ਕਦੋਂ ਮੇਰੇ ਗੱਲ ਕਰੇਂਗੀ। ਉਹਨਾਂ ਦੀਆਂ ਪੀੜਾਂ ਜਿਵੇਂ ਮੇਰੀ ਹਿੱਕ 'ਚ ਜੰਮ ਜਾਂਦੀਆਂ ਰਹੀਆਂ ਹੋਣ ਤੇ ਮੈਂ ਉਹਨਾਂ ਬਾਰੇ ਕੋਈ ਗੱਲ ਨਾ ਕਰ ਸਕੀ। ਅੱਜ ਵੀ ਗੱਲ ਕਰਦਿਆਂ ਬਹੁਤ ਕੁਝ ਐਸਾ ਹੈ ਜੋ ਆਖ ਸਕਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ। ਧੰਨਵਾਦ। ਹਰਪਾਲ ਸਿੰਘ ਪੰਨੂ ਦੁਆਰਾ ਲਿਖਤ ਰੇਖਾ ਚਿੱਤਰ ਹੈ ਮਿੱਟੀ ਦਾ ਪੁਰਾਣਾ ਥੇ ਬੇਬੀ। ਇੱਕ ਆਦਮੀ ਦੇ ਮਨ 'ਚ ਦੁਨੀਆ ਦੀ ਤਸਵੀਰ ਬਣਾਉਣ ਦਾ ਫੁਰਨਾ ਫੁਰਿਆ। ਵਰ੍ਹਿਆਂ ਦੀ ਮਿਹਨਤ ਕਰਕੇ ਉਹਨੇ ਰਾਜਧਾਨੀਆਂ ਬਣਾਈਆਂ, ਹਕੂਮਤਾਂ ਦਿਖਾਈਆਂ, ਪਹਾੜ, ਸਮੁੰਦਰ, ਬੰਦਰਗਾਹਾਂ, ਜਹਾਜ਼, ਮੱਛੀਆਂ, ਤਾਰੇ, ਘੋੜੇ ਤੇ ਲੋਕ, ਅਨੇਕ ਰੰਗਾਂ ਹੁਨਰਾਂ ਨਾਲ ਚਿੱਤਰੇ। ਮਰਨ ਤੋਂ ਥੋੜ੍ਹਾ ਸਮਾਂ ਪਹਿਲਾਂ ਉਹਨੇ ਧਿਆਨ ਮਾਰਿਆ ਤਾਂ ਦੇਖਿਆ ਕਿ ਦੁਨੀਆ ਦੀ ਥਾਵੇਂ ਇਸ ਵਿੱਚੋਂ ਚਿੱਤਰਕਾਰ ਦੇ ਆਪਣੇ ਨੈਣ ਨਕਸ਼ ਦਿਸਣ ਲੱਗੇ ਹਨ। ਜਾਰਜ ਲੂਈ ਬੋਰਖੇਜ਼ ਅਨੁਸਾਰ। 6ਵੀਂ ਜਮਾਤ 'ਚ ਮੈਂ ਸਾਂ ਉਦੋਂ। ਅਸੀਂ ਭੈਣ ਭਰਾ ਸਵੇਰ ਸਾਰ ਸਕੂਲ ਜਾਣ ਤੋਂ ਪਹਿਲਾਂ ਚੁੱਲ੍ਹੇ ਦੇ ਦੁਆਲੇ ਘੇਰਾ ਪਾਈ ਬੈਠੇ ਸਾਂ। ਕੁੱਤਾ ਤੇ ਬਿੱਲਾ ਪੂਰੀ ਠਾਠ ਨਾਲ ਸਾਡੇ ਵਾਂਗ ਸਾਡੇ ਵਿਚਕਾਰ ਜੰਮ ਕੇ ਬੈਠਦੇ। ਬੇਬੇ ਨੇ ਰੋਟੀ ਤਵੇ ਤੇ ਪਾਈ ਤਾਂ ਪੂਰਬ ਵੱਲੋਂ ਘੋੜਾ ਹਿਣਕਣ ਦੀ ਆਵਾਜ਼ ਸੁਣੀ ਤੇ ਅੱਖ ਦੇ ਪਲਕਾਰੇ 'ਚ ਮਾਮਾ ਜੀ ਆ ਗਏ। ਮਾਮਾ ਜੀ ਨਿਹੰਗ ਸਿੰਘ ਸਨ, ਨਾਨਕੇ ਹਰਿਆਣੇ 'ਚ ਹਨ। ਬੇਬੇ ਨੂੰ ਮਾਮਾ ਜੀ ਨੇ ਮੱਥਾ ਟੇਕਿਆ, ਅਸੀਸਾਂ ਦੇ ਕੇ ਕਹਿਣ ਲੱਗੀ, ਤਵੇ ਉੱਪਰ ਜਦੋਂ ਪਹਿਲੀ ਰੋਟੀ ਪਾਈ ਤਾਂ ਤੂੰ ਯਾਦ ਆਇਆ, ਤੁਰੰਤ ਤੂੰ ਸਾਹਮਣੇ ਆ ਗਿਆ। ਤੂੰ ਵੱਡਾ ਬਾਬਾ ਤਾਂ ਨਹੀਂ ਕਿਤੇ? ਮਾਮਾ ਜੀ ਬੋਲੇ, ਨਾ ਬੇਬੇ ਨਾ, ਉਸ ਵਰਗਾ ਉਹੀ ਸੀ। ਪਹਿਲਾਂ ਕਦੀ ਉਸ ਵਰਗਾ ਨਾ ਕੋਈ ਹੋਇਆ ਨਾ ਬਾਅਦ ਵਿੱਚ, ਪਰ ਇਹ ਸੱਚ ਹੈ ਕਿ ਹਰ ਭੈਣ ਬੇਬੇ ਨਾਨਕੀ ਹੋਇਆ ਕਰਦੀ ਹੈ। ਇਹ ਲਿਖਤ ਕਿੱਥੋਂ ਸ਼ੁਰੂ ਕਰਾਂ ਪਤਾ ਨਹੀਂ ਲੱਗ ਰਿਹਾ ਸੀ, ਕਿਉਂਕਿ ਘਟਨਾਵਾਂ ਤਿੱਖੇ ਵੇਗ 'ਚ ਉਗੜ ਦੁਗੜੀਆਂ ਆ ਜਾ ਰਹੀਆਂ ਸਨ। ਸੋ ਗੁਰੂ ਮਹਾਰਾਜ ਦਾ ਨਾਮ ਮੰਗਲਾਚਰਨ ਠੀਕ ਰਹੇਗਾ। ਸੰਭਵ ਹੈ ਬਾਬਾ ਜੀ ਨੂੰ ਯਾਦ ਕਰਨ ਉਪਰੰਤ ਇਸ ਲੇਖ ਦੇ ਨੈਣ ਨਕਸ਼ ਕੁਝ ਠੀਕ ਹੋ ਜਾਣ। ਬਾਟ ਠੀਕ, ਠਾਠ ਠੀਕ ਬਣੇ, ਅਲਾਪ ਸਹੀ ਹੋਵੇ ਤਾਂ ਗਾਇਨ ਠੀਕ ਨਿਭ ਜਾਂਦਾ ਅਕਸਰ। ਬਾਪੂ ਦੇ ਨਾਨਕੇ ਵੀ ਹਰਿਆਣੇ 'ਚ ਹਨ। ਅੰਮਾ ਨੇ 90 ਸਾਲ ਦੀ ਉਮਰ ਭੋਗੀ ਤੇ ਗਰੀਬੀ ਦੇ ਬਾਵਜੂਦ ਸੰਸਾਰ ਤੋਂ ਸੁਖੀ ਵਿਦਾ ਹੋਈ। ਜਦੋਂ ਨਾਨਕਿਆਂ ਤੋਂ ਕੋਈ ਮਿਲਣ ਗਿਲਣ ਆਉਂਦਾ ਤਾਂ ਬੇਬੇ ਉਸ ਨਾਲ ਹਰਿਆਣਵੀ 'ਚ ਗੱਲਾਂ ਕਰਦੀ, ਸਾਡੇ ਨਾਲ ਸਾਡੀ ਇੱਧਰ ਦੀ ਬੋਲੀ ਬੋਲਦੀ। ਅੰਮਾ ਨੇ ਕੁੱਲ ਉਮਰ ਵਿੱਚ ਇੱਕ ਵੀ ਵਾਕ ਪੰਜਾਬੀ ਦਾ ਨਹੀਂ ਬੋਲਿਆ। ਉਹ ਗੋਦ 'ਚ ਬਿਠਾ ਕੇ ਸਾਰੀਆਂ ਲੋਕ ਕਹਾਣੀਆਂ ਹਰਿਆਣਵੀ 'ਚ ਸੁਣਾਉਂਦੀ ਹੋਈ ਆਖ ਦਿੰਦੀ, थारी माँ की एक बात चंगी नहीं, बोली नहीं इंसान को छोड़नी चाहिए अपनी। चंगी है थारी माँ, पर जौन सा अपनी बोली छोड़ दे वो बेतबारा होया करे। बेतबारे बंदे का चंगपना के काम। 2-2.5 साल की उम्र तक दा अपना बचपन मैनू याद है। सिर उपर घड़ा चक्की वो खूही उपर पानी भरन जांदी तां हर गेड़ मैं ਉਹਦੀ कमीज ਦੀ ਕੰਨੀ फड़ी नाल नाल ਜਾਂਦਾ। ਕਈ ਵਾਰ ਲੱਤਾਂ ਚੁਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਮਸਾਂ ਬਚਦੀ। ਝਿੜਕਾਂ ਤਾਂ ਆਮ ਪੈਂਦੀਆਂ, ਕਦੀ ਕਦਾਈ ਇੱਕ ਅੱਧ ਥੱਪੜ ਵੀ ਰਸੀਦ ਹੋ ਜਾਂਦਾ, ਫਿਰ ਵੀ ਨਾ ਹਟਦਾ। ਬਿਲਕੁਲ ਇਸੇ ਤਰ੍ਹਾਂ ਮੇਰੇ ਨਾਲ ਕੁੱਤਾ ਤੇ ਬਿੱਲਾ ਕਰਦੇ। ਜਦੋਂ ਬਿੱਲੇ ਨੂੰ ਭੁੱਖ ਲੱਗਦੀ ਤਾਂ ਮਿਆਉਂ ਮਿਆਉਂ ਕਰਦਾ ਲੱਤਾਂ 'ਚ ਵੱਜ ਕੇ ਰੋਕਣ ਦਾ ਯਤਨ ਕਰਦਾ। ਕਈ ਵਾਰ ਠੁੱਡਾ ਵੱਜ ਜਾਂਦਾ ਤਾਂ ਚੀਕਦਾ,
ਪਰ ਫਿਰ ਖਾਣ ਲਈ ਕੁਝ ਦੇਣ ਦੀ ਥਾਂ ਮੈਂ ਗੋਦੀ ਬਿਠਾ ਕੇ ਪਲੋਸਣ ਲੱਗਦਾ। ਉਹ ਸੌਂ ਜਾਂਦਾ ਤੇ ਘੁਰਾੜੇ ਮਾਰਨ ਲੱਗਦਾ। ਅਸੀਂ ਬੜੇ ਹੱਸਦੇ ਕਿ ਦੇਖੋ ਕਿੰਨੇ ਆਰਾਮ ਨਾਲ ਇਹ ਜਾਨਵਰ ਮੂਰਖ ਬਣ ਜਾਂਦੇ ਹਨ। ਰਤਾ ਪਲੋਸੋ, ਨਾ ਭੁੱਖ ਯਾਦ ਨਾ ਪਿਆਸ। ਇਹ ਹੁਣ ਪਤਾ ਲੱਗਦਾ ਹੈ ਕਿ ਪਿਆਰ ਦੇ ਸਾਹਮਣੇ ਜਾਨਵਰ ਤਾਂ ਕੀ, ਬੰਦਾ ਵੀ ਮੂਰਖ ਬਣ ਜਾਂਦਾ ਹੈ। ਭੁੱਖ ਤਰੇ ਦੀ ਗੱਲ ਛੱਡੋ, ਪਿਆਰ ਕਰਨ ਵਾਲੇ ਭੁੱਲ ਜਾਂਦੇ ਹਨ ਜਿਉਣਾ ਚੰਗੀ ਗੱਲ ਹੈ ਕਿ ਮਰ ਜਾਣਾ ਠੀਕ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਨਾਲ ਬਾਬਾ ਬੰਦਾ ਸਿੰਘ ਦੇ ਸਿਰ ਉੱਤੇ ਹੱਥ ਰੱਖ ਦਿੱਤਾ। ਉਹ ਆਪਣੀ ਸਾਰੀ ਤਪੱਸਿਆ ਸਾਰਾ ਗਿਆਨ ਗੁਆ ਬੈਠਾ ਤੇ ਮੁਰੀਦ ਹੋ ਗਿਆ। ਦੁਨੀਆ ਤੋਂ ਹਟ ਕੇ ਜੰਗਲ 'ਚ ਬੈਠੇ ਇਸ ਹੱਟੀ ਤਪਸਵੀ ਨੂੰ ਗੁਰੂ ਬਾਬੇ ਨੇ ਕਿਸੇ ਹੋਰ ਕੰਮ ਲਾ ਦਿੱਤਾ, ਜਿਸ ਬਾਰੇ ਉਹਨੇ ਕਦੀ ਨਹੀਂ ਸੋਚਿਆ ਸੀ। ਇੱਕ ਵਾਰ ਨਹੀਂ, ਬਾਬਾ ਬੰਦਾ ਸਿੰਘ ਲੱਖ ਵਾਰ ਗੁਰੂ ਦੇ ਨਾਮ ਤੋਂ ਸ਼ਹੀਦ ਹੋਣ ਲਈ ਤਿਆਰ ਹੋ ਗਿਆ। ਬੇਬੇ ਬਾਰੇ ਥੋੜ੍ਹੀਆਂ ਕੁ ਗੱਲਾਂ ਕਰਨੀਆਂ ਹਨ ਪਾਠਕ ਜੀ, ਵਿੱਚ ਵਿਚਾਲੇ ਕੁਝ ਹੋਰ ਗੱਲਾਂ ਵੀ ਤੁਰਦੀਆਂ ਰਹਿਣਗੀਆਂ ਨਾਲ ਨਾਲ। ਪੇਂਟਿੰਗ ਨਾਲੋਂ ਲਿਖਤ ਦਾ ਇਹੀ ਵੱਡਾ ਫਰਕ ਹੈ। ਇੱਕੋ ਨਜ਼ਰ 'ਚ ਪੇਂਟਿੰਗ ਸਾਰੀ ਦੀ ਸਾਰੀ ਨਿਗਾਹਾਂ ਦੀ ਪਕੜ 'ਚ ਆ ਜਾਂਦੀ ਹੈ ਸੰਪੂਰਨ। ਲਿਖਤ ਦਾ ਮਹਿਲ ਇੱਕ ਇੱਕ ਇੱਟ ਦੀ ਚਿਣਾਈ ਨਾਲ ਉਸਰਦਾ ਸਹਿਜ ਨਾਲ ਦਿਸੇਗਾ। 4 ਕੁ ਸਾਲ ਦਾ ਮੇਰਾ ਬੇਟਾ ਬੇਬੇ ਦੀ ਗੋਦ 'ਚ ਬੈਠਾ ਪੁੱਛਣ ਲੱਗਾ, ਬੇਬੇ ਜੀ ਮੈਨੂੰ ਪਤਾ ਲੱਗਿਆ ਹੈ ਕਿ ਪਿੰਡ 'ਚ ਤੁਸੀਂ ਜਾਨਵਰ ਪਾਲੇ ਹੋਏ ਹਨ, ਦੱਸੋ ਕਿਹੜੇ ਕਿਹੜੇ ਸਨ? ਬੇਬੇ ਨੇ ਕਿਹਾ, ਕਟਰੂ ਬਛਰੂ ਤਾਂ ਸਾਰਿਆਂ ਘਰਾਂ 'ਚ ਹੀ ਹੁੰਦੇ ਹਨ, ਪਰ ਮੈਂ ਮੁਰਗੇ ਮੁਰਗੀਆਂ ਪਾਲਦੀ, ਖਰਗੋਸ਼ ਹੁੰਦੇ, ਕੁੱਤਾ ਤੇ ਬਿੱਲਾ ਹੁੰਦੇ। ਇਹ ਜਾਨਵਰ ਬਹੁਤ ਭਲੇ ਸਨ, ਅੱਖਾਂ ਮਣਦੇ ਸਨ। ਤੂੰ ਮੇਰਾ ਕਮਾਲ ਦੇਖ ਪੁੱਤਰ, ਤੇਰੇ ਪਾਪਾ ਵਰਗੇ ਖਤਰਨਾਕ ਜਾਨਵਰ ਵੀ ਪਾਲੇ ਨੇ ਮੈਂ। ਪਿੰਡੋਂ ਇੱਕ ਵਾਰ ਜਦੋਂ ਪਟਿਆਲੇ ਆਈ, ਬੇਟੇ ਦਾ ਜਨਮ ਦਿਨ ਮਨਾ ਰਹੇ ਸਾਂ, ਦੋਸਤ ਬੜੇ ਖਿਡੌਣੇ ਲੈ ਕੇ ਆਏ। ਇੰਨੇ ਕਿ ਢੇਰ ਲੱਗ ਗਿਆ। ਬੇਬੇ ਨੇ ਕਿਹਾ, ਇੰਨੇ ਖਿਡੌਣਿਆਂ ਦਾ ਕੀ ਕਰੂਗਾ ਮੁੰਡਾ ਤੇਰਾ? ਮੈਂ ਕਿਹਾ, ਬੇਬੇ ਇਹ ਬੜੇ ਕੰਮ ਦੇ ਖੇਡ ਨੇ, ਦਿਮਾਗ ਤਿੱਖਾ ਕਰਨ ਵਾਲੇ, ਅਕਲ ਤੇਜ਼ ਕਰਨ ਵਾਸਤੇ ਬਣਾਏ ਨੇ ਸਾਇੰਸਦਾਨਾਂ ਨੇ। ਬੇਬੇ ਬੋਲੀ, ਤੂੰ ਜਦੋਂ ਨਿੱਕਾ ਜਿਹਾ ਸੀ ਤਾਂ ਮੈਂ ਦਰਵਾਜ਼ੇ ਦੇ ਹੇਠਲੇ ਪਾਸੇ ਲੱਗਿਆ ਹੋਇਆ ਸੰਗਲੀ ਵਾਲਾ ਕੁੰਡਾ ਤੇਰੇ ਹੱਥ 'ਚ ਫੜਾ ਦਿਆ ਕਰਦੀ, ਤੂੰ ਉਹਨੂੰ ਛਣਕਾਉਂਦਾ ਵੱਡਾ ਹੋ ਗਿਆ। ਫਿਰ ਤੈਨੂੰ ਤਾਂ ਇਹਦਾ ਮਤਲਬ ਭੋਰਾ ਅਕਲ ਨਹੀਂ ਆਈ। ਚਮਚਾ ਕੌਲੀ ਜਾਂ ਵਿਚਾਰਾ ਸੰਗਲੀ ਵਾਲਾ ਕੁੰਡਾ ਕਿੱਥੇ ਦੇ ਸਕਦਾ ਹੈ ਅਕਲ? ਘਰ 'ਚ ਅੰਤਾਂ ਦੀ ਗਰੀਬੀ ਸੀ, ਕਰਜ਼ਾ ਕਦੀ ਉਤਰਿਆ ਨਹੀਂ ਸੀ। ਫੀਸ 1 ਰੁਪਇਆ ਮਹੀਨਾ ਹੁੰਦੀ ਤੇ ਚੰਦਾ 10 ਪੈਸੇ। 1 ਰੁਪਇਆ ਮਾਸਟਰ ਜੀ ਮਾਫ਼ ਕਰ ਦਿੰਦੇ ਤੇ 10 ਮਾਫ਼ ਕਰਾਉਣ ਲਈ ਨਵੀਂ ਅਰਜ਼ੀ ਦੇ ਦਿੰਦਾ। ਮਾਸਟਰ ਜੀ ਆਖਦੇ ਕਿ ਚੰਦਾ ਨਹੀਂ ਮਾਫ਼ ਹੋਇਆ ਕਰਦਾ। ਮੇਰੇ ਵਰਗੇ 5-4 ਹੋਰ ਵੀ ਹੁੰਦੇ ਸਨ ਕਲਾਸ 'ਚ। ਅਸੀਂ ਇਸ ਗੱਲੋਂ ਬੜਾ ਹੱਸਦੇ ਕਿ ਮਾਸਟਰ 1 ਰੁਪਇਆ ਆਰਾਮ ਨਾਲ ਮਾਫ਼ ਕਰ ਦਿੰਦਾ ਤੇ 10 ਮਾਫ਼ ਕਰਦਿਆਂ ਰੋਂਦਾ ਕਿਉਂ ਹੈ? ਪੜ੍ਹਨ 'ਚ ਚੰਗਾ ਹੋਣ ਕਰਕੇ ਮਾਸਟਰ ਆਪਣੇ ਕੋਲੋਂ ਵੀ 10 ਦੇ ਦਿਆ ਕਰਦੇ ਸਨ ਕਦੀ ਕਦੀ। ਸਾਲ 1966 'ਚ 8ਵੀਂ ਜਮਾਤ ਦੀ ਮੈਰਿਟ ਲਿਸਟ ਵਿੱਚ ਆ ਗਿਆ ਤਾਂ 8 ਰੁਪਏ ਮਹੀਨਾ ਵਜ਼ੀਫਾ ਲੱਗਾ। ਸਾਲ ਬਾਅਦ 96 ਰੁਪਏ ਮਿਲੇ ਤਾਂ ਮਾਂ ਦੀ ਹਥੇਲੀ ਤੇ ਧਰ ਦਿੱਤੇ। ਬਦਲੇ 'ਚ ਲੱਖਾਂ ਦੀਆਂ ਅਸੀਸਾਂ ਮਿਲੀਆਂ। ਇਹਨਾਂ ਪੈਸਿਆਂ ਦਾ ਕੀ ਕਰੀਏ? ਘਰ 'ਚ ਸੰਦੂਕ ਨਹੀਂ ਸੀ। ਸਾਰਾ ਸਾਲ ਰਜਾਈਆਂ ਗਧੈਲਿਆਂ ਉੱਪਰ ਮਿੱਟੀ ਘੱਟਾ ਪੈਂਦਾ ਰਹਿੰਦਾ। 80 ਰੁਪਏ ਦੀ ਪੇਟੀ ਸਮਾਣੇ ਤੋਂ ਲਿਆਂਦੀ ਤੇ 16 ਰੁਪਈਆਂ ਦੇ ਲੱਡੂ ਗੁਆਂਢੀਆਂ 'ਚ ਵੰਡੇ ਤੇ ਖੁਦ ਵੀ ਗੁਲਛਰੇ ਉਡਾਏ। ਇਹ ਪੇਟੀ ਅਜੇ ਤੱਕ ਟੁੱਟੀ ਨਹੀਂ, ਗਲੀ ਨਹੀਂ। ਵੱਡਾ ਭਰਾ ਹਵਾਈ ਫੌਜ 'ਚ ਭਰਤੀ ਹੋ ਗਿਆ ਤਾਂ ਬੇਬੇ ਬਹੁਤ ਰੋਈ, ਹਟਦੀ ਨਹੀਂ ਸੀ। ਦਿਨ ਦੇਖਦੀ ਨਾ ਰਾਤ, ਬੜਾ ਸਮਝਾਉਂਦੇ, ਆਖਦੀ ਕੋਈ ਵੱਸ 'ਚ ਹੈ ਮੇਰੇ, ਰੋਣ ਨੂੰ ਕਿਸੇ ਦਾ ਜੀਅ ਕਰਦਾ, ਨਹੀਂ ਰੁਕਿਆ ਜਾਂਦਾ, ਕੀ ਕਰਾਂ? 2-3 ਮਹੀਨੇ ਇਸੇ ਤਰ੍ਹਾਂ ਬੀਤ ਗਏ। ਸਾਡੇ ਪੁੰਨੂਆਂ ਦੇ ਭਾਈਚਾਰੇ 'ਚ ਦੇਰ ਪਹਿਲਾਂ ਜੀਤ ਚਾਚਾ ਭਰਤੀ ਹੋਇਆ ਸੀ। ਮਾਂ ਤਾਂ ਚਾਚਿਆਂ ਦੀ ਦੇਰ ਪਹਿਲਾਂ ਮਰ ਗਈ ਹੋਈ ਸੀ। ਬੱਚੇ ਬਾਬਾ ਜੀ ਨੇ ਪਾਲੇ। ਵੱਡੇ ਜੀਤ ਸਿੰਘ ਨੂੰ ਫੌਜ 'ਚ ਭਰਤੀ ਕਰਾ ਦਿੱਤਾ ਗਿਆ। ਅਸੀਂ ਸੋਚਿਆ ਬੇਬੇ ਨੂੰ ਬਾਬੇ ਕੋਲ ਲੈ ਚੱਲੀਏ ਤੇ ਜਾ ਕੇ ਪੁੱਛੀਏ ਕਿ ਉਹਨਾਂ ਦਾ ਜੀ ਕਿੰਨੇ ਮਹੀਨਿਆਂ ਬਾਅਦ ਦਿਲ ਲੱਗ ਗਿਆ ਸੀ। ਮੈਂ ਬੇਬੇ ਨਾਲ ਚਲਾ ਗਿਆ। ਬਾਬਾ ਜੀ ਘਰ ਸਨ, ਮੱਥਾ ਟੇਕ ਕੇ ਬੈਠ ਗਏ। ਗੱਲਾਂ ਤੁਰੀਆਂ ਤਾਂ ਬੇਬੇ ਨੇ ਪੁੱਛਿਆ, ਬਾਬਾ ਜੀ ਗੁਰਦਿਆਲ ਸਿੰਘ ਦੇ ਫੌਜ 'ਚ ਜਾਣ ਪਿੱਛੋਂ ਮੇਰਾ ਦਿਲ ਨਹੀਂ ਲੱਗਦਾ। ਜਦੋਂ ਆਪਣਾ ਜੀਤ ਭਰਤੀ ਹੋ ਕੇ ਗਿਆ ਸੀ ਤਾਂ ਤੁਹਾਡਾ ਜੀ ਕਿੰਨੀ ਦੇਰ ਬਾਅਦ ਦਿਲ ਲੱਗਿਆ ਸੀ? ਬਾਬਾ ਜੀ ਨੇ ਗੱਲ ਸੁਣੀ ਤਾਂ ਰੱਸਾ ਵੱਟਦੇ ਵੱਟਦੇ ਤੁਰੰਤ ਰੋਣ ਲੱਗ ਪਏ। ਮੇਰਾ ਤਾਂ ਹੁਣ ਤੱਕ ਜੀ ਨਹੀਂ ਲੱਗਦਾ ਭਾਈ। 11 ਸਾਲ ਹੋ ਗਏ ਨੇ ਜੀਤ ਨੂੰ ਭਰਤੀ ਹੋਇਆ, ਹੁਣ ਤੱਕ ਉਹੀ ਹਾਲ ਹੈ। ਬੇਬੇ ਘਰ ਆ ਕੇ ਚੁੱਪ ਕਰਕੇ ਬੈਠ ਗਈ ਤਾਂ ਅਸੀਂ ਬੱਚੇ ਬੜਾ ਹੱਸੇ। ਹੋਰ ਕਰਵਾ ਲਓ ਵੱਡੇ ਹਕੀਮ ਕੋਲੋਂ ਇਲਾਜ, ਲੈ ਆਏ ਜਲੇਬੀਆਂ ਉੱਥੋਂ। ਬਲਦ ਆਫਰ ਕੇ ਮਰ ਗਿਆ ਤਾਂ ਕਲਵਾਣੂ ਪਿੰਡ ਦੇ ਬਾਣੀਏ ਚੂੜਮਲ ਤੋਂ
400 ਰੁਪਏ ਦਾ ਗੋਰਾ ਬਲਦ ਖਰੀਦਿਆ। ਛਮਾਈ ਬਾਅਦ ਉਹ ਵਿਆਜ ਦੀ ਵਸੂਲੀ ਕਰਨ ਘੋੜੀ ਉੱਪਰ ਸਵਾਰ ਹੋ ਕੇ ਆਇਆ ਕਰਦਾ ਸੀ। 2 ਲੱਠ ਮਾਰ ਉਹਦੇ ਪਿੱਛੇ ਪਿੱਛੇ ਹੁੰਦੇ। ਇੱਕ ਬੰਦੇ ਦੇ ਹੱਥ 'ਚ ਬਰਛਾ ਹੁੰਦਾ। ਚੂੜਮਾਲ ਪਹਿਲਾਂ ਪੈਸੇ ਮੰਗਦਾ, ਜਦੋਂ ਉੱਤਰ ਮਿਲਦਾ ਕਿ ਹੈ ਨਹੀਂ ਤਾਂ ਉਹ ਆਪਣੇ ਬੰਦਿਆਂ ਨੂੰ ਅੰਦਰ ਵੜਨ ਦਾ ਇਸ਼ਾਰਾ ਕਰਦਾ। ਜਿਹੜੇ 10-12 ਮਣ ਦਾਣੇ ਆਪਣੇ ਖਾਣ ਲਈ ਰੱਖੇ ਹੁੰਦੇ ਉਹ ਚੁੱਕ ਲੈ ਜਾਂਦਾ। ਸ਼ਰਾਬ ਕੱਢਣ ਵਾਲਿਆਂ ਦੇ ਘਰ ਜਿਵੇਂ ਪੁਲਿਸ ਖੂੰਜਿਆਂ 'ਚੋਂ ਬਰਛੇ ਗੱਡ ਕੇ ਦੇਖਦੀ ਹੈ ਕਿ ਕਿਤੇ ਸ਼ਰਾਬ ਦੱਬੀ ਪਈ ਹੋਏਗੀ, ਸ਼ਾਇਦ ਕਿਧਰੇ ਇਵੇਂ ਕਿਤੇ ਮੱਟਾਂ ਵਿੱਚ ਪਾ ਕੇ ਦਾਣੇ ਲੁਕੋ ਨਾ ਰੱਖੇ ਹੋਣ, ਉਹ ਬਰਛੇ ਗੱਡ ਤਲਾਸ਼ੀ ਲੈਂਦੇ। ਇੱਕ ਵਾਰੀ 2 ਮਣ ਦਾਣੇ ਇਸ ਕਰਕੇ ਬਚੇ ਕਿਉਂਕਿ ਬੇਬੇ ਨੇ 2 ਥੈਲੇ ਤੂੜੀ 'ਚ ਦੱਬ ਰੱਖੇ ਸਨ। ਖੁਸ਼ ਹੋ ਕੇ ਕਹਿਣ ਲੱਗੀ, ਹੁਣ ਸਬਜ਼ੀਆਂ ਬੀਜ ਦਿਆਂਗੇ, 2 ਮਹੀਨੇ ਦਾਣੇ ਚੱਲ ਜਾਣਗੇ, 2 ਮਹੀਨਿਆਂ 'ਚ ਸਬਜ਼ੀ ਹੋ ਜਾਏਗੀ, ਬਸ ਫੇਰ ਵਾਰੇ ਕੇ ਨਿਆਰੇ। ਤੱਕੜੀ ਤਾਂ ਘਰ ਵਿੱਚ ਸੀ, ਵੱਟੇ ਨਹੀਂ ਸਨ। ਸਿੱਧਾ ਜਿਹਾ ਹਿਸਾਬ ਹੁੰਦਾ, ਨਾ ਸਬਜ਼ੀ ਵੇਚਣ ਵਾਲਿਆਂ ਕੋਲ ਪੈਸੇ ਹੁੰਦੇ ਨਾ ਖਰੀਦਣ ਵਾਲਿਆਂ ਕੋਲ। ਗਾਹਕ ਦਾਣੇ ਲੈ ਕੇ ਆਉਂਦੇ, ਕਰੇਲੇ ਇੱਕ ਵਾਰ ਦਾਣੇ 2 ਵਾਰ ਲੈਂਦੇ, ਦਾਣੇ ਇੱਕ ਵਾਰ ਕੱਦੂ 2 ਵਾਰ ਦਿੰਦੇ, ਬਾਕੀ ਸਬਜ਼ੀਆਂ ਦਾਣਿਆਂ ਦੇ ਬਰਾਬਰ। ਮੈਨੂੰ ਪੁਲਿਸ ਨੇ ਕਈ ਵਾਰ ਗ੍ਰਿਫਤਾਰ ਕੀਤਾ। ਦਰਬਾਰ ਸਾਹਿਬ 'ਚ ਉੱਪਰ ਹਮਲਾ ਹੋਇਆ ਤਾਂ ਫੌਜ ਆ ਗਈ ਸੀ ਵੜਨ। ਅੱਧੀ ਰਾਤ ਚਾਰੇ ਪਾਸੇ ਸਰਚ ਲਾਈਟਾਂ, ਗੁਆਂਢੀਆਂ ਦੀਆਂ ਛੱਤਾਂ ਉੱਪਰ ਪੋਜੀਸ਼ਨਾਂ ਲਈ ਬੈਠੇ ਸੈਨਿਕ, ਬਖਤਰਬੰਦ ਗੱਡੀਆਂ, ਸਭ ਦੇਖ ਕੇ ਮੈਂ ਹੈਰਾਨ ਹੋ ਗਿਆ। ਮੈਂ ਦਿਲ 'ਚ ਸੋਚਿਆ, ਜਿੱਡਾ ਵੱਡਾ ਖੱਬੀ ਖਾਂ ਤੇ ਖੂੰਖਾਰ ਮੈਨੂੰ ਸਮਝ ਰਹੇ ਹੈ, ਚੰਗਾ ਹੁੰਦਾ ਜੇ ਮੈਂ ਉਹੋ ਜਿਹਾ ਹੀ ਹੁੰਦਾ। ਅਸਲ 'ਚ ਵੀ ਉਦੋਂ ਵੀ ਭੋਰਾ ਡਰ ਨਹੀਂ ਲੱਗਾ ਮੈਨੂੰ। ਜਦੋਂ ਕਦੀ ਚੂੜਮਲ ਦੇ ਰੇਡ ਯਾਦ ਆ ਜਾਂਦੇ ਸਨ, ਮੈਨੂੰ ਕਾਂਬਾ ਛਿੜ ਜਾਂਦਾ। ਕਦੀ ਕਦਾਈ ਮੈਂ ਆਪਣੇ ਆਪ ਨੂੰ ਸਵਾਲ ਵੀ ਕੀਤਾ ਕਿ ਅਜਿਹਾ ਕਿਉਂ ਹੁੰਦਾ। ਇੱਕ ਦਿਨ ਮਾਂ ਨੂੰ ਪੁੱਛਿਆ, ਆਪਾਂ ਗੁਰੂ ਦਸ਼ਮੇਸ਼ ਪਿਤਾ ਦੇ ਸਿੰਘ ਇੱਕ ਬਾਣੀਏ ਤੋਂ ਕਿਉਂ ਡਰ ਜਾਂਦੇ ਹਾਂ? ਉੱਤਰ, ਬਾਣੀਏ ਤੋਂ ਕੌਣ ਡਰਦਾ ਹੈ? ਅਸੀਂ ਤਾਂ ਪੁੱਤਰ ਸੱਪ ਛੀਂ ਤੋਂ ਨਹੀਂ ਡਰਦੇ, ਬਾਣੀਏ ਤੋਂ ਨਹੀਂ, ਕੰਗਾਲੀ ਤੋਂ ਡਰਦੇ ਸਾਂ। ਸੰਸਾਰ 'ਚ ਗਰੀਬੀ ਤੋਂ ਵਧੇਕ ਡਰਾਉਣਾ ਨਾ ਕੋਈ ਜਾਨਵਰ ਹੈ, ਨਾ ਕੋਈ ਹਥਿਆਰ। ਦੁਸ਼ਮਣ ਦੇ ਘਰ ਵੀ ਦਾਣਿਆਂ ਤੋਂ ਖਾਲੀ ਨਾ ਹੋਣ ਦੇ ਮਹਾਰਾਜ। ਜਦੋਂ ਘਰ 'ਚ ਹੁੰਦੇ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ 'ਚ ਹੱਥ ਵਟਾਉਂਦੇ, ਬਾਂਦਰ ਵਾਂਗ ਦਰਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ 'ਚ ਛਾਲ, ਫਿਰ ਤੱਤੇ ਰੇਤ 'ਚ ਲੇਟਣੀ, ਫੇਰ ਨਹਿਰ 'ਚ ਛਾਲ। ਸੱਟ ਫੇਟ ਬਿਮਾਰੀ ਨੇੜੇ ਤੇੜੇ ਨਹੀਂ ਸੀ ਆਉਂਦੀ। ਜਿਉਂਦਾ ਜਾਗਦਾ ਪੂਰਾ ਸਜਗ ਘਰ ਹੁੰਦਾ। ਜਦੋਂ ਕਦੀ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮ ਸਮਝੇ ਫਿਰਦੇ ਰਹਿੰਦੇ, ਇੱਧਰ ਉੱਧਰ। ਆਪਸ 'ਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ ਤੋਂ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ ਤੇ ਦੋਵਾਂ ਕੋਲ 50 ਏਕੜ ਜ਼ਮੀਨ ਸੀ। ਉਦੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਗਾਂ ਲੈ ਜਾਂਦੇ ਤੇ ਤਾਜ਼ੀ ਸੂਈ ਮੱਝ ਛੱਡ ਜਾਂਦੇ। ਘਿਓ ਦਿੰਦੇ, ਖੋਇਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੋਇਆ ਕਰਦਾ। ਪੜ੍ਹਨ ਨੂੰ ਮੈਂ ਚੰਗਾ ਨਿਕਲਿਆ। 5ਵੀਂ, 8ਵੀਂ, 10ਵੀਂ 'ਚ ਬਹੁਤ ਵਧੀਆ ਨੰਬਰ ਲਏ। ਪਿੰਡ 'ਚ ਤੇ ਰਿਸ਼ਤੇਦਾਰਾਂ 'ਚ ਬੱਲੇ ਬੱਲੇ ਹੋਈ। ਵੱਡਾ ਭਰਾ ਗੁਰਦਿਆਲ ਸਿੰਘ, ਜੋ ਮੇਰੇ ਤੋਂ 10 ਸਾਲ ਵੱਡਾ ਸੀ, ਬੜਾ ਮਿਹਨਤੀ ਤੇ ਤੇਜ਼ ਤਰਾਰ ਦਿਮਾਗ ਵਾਲਾ ਸੀ, ਪਰ ਘਰ ਦੀਆਂ ਤੰਗੀਆਂ ਕਰਕੇ ਕਾਲਜ ਜਾਣ ਦੀ ਥਾਂ ਭਰਤੀ ਹੋ ਗਿਆ। 80 ਰੁਪਏ ਮਹੀਨਾ ਤਨਖਾਹ ਉੱਪਰ। ਉੱਥੇ ਉਹਨੇ ਅੰਗਰੇਜ਼ੀ ਦੀ MA ਕੀਤੀ ਤੇ ਉਹਦੀ ਲਿਖਤ ਤੇ ਬੋਲਚਾਲ ਦੀ ਅੰਗਰੇਜ਼ੀ ਤੋਂ ਮੇਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਭਾਵਿਤ ਹੁੰਦੇ। 10ਵੀਂ ਦੇ ਰਿਜ਼ਲਟ ਤੋਂ ਬਾਅਦ ਬਾਪੂ ਨਾਲ ਗੱਲ ਕੀਤੀ ਕਿ ਕਾਲਜ 'ਚ ਦਾਖਲਾ ਕਰਵਾਓ। ਬਾਪੂ ਜੀ ਬੋਲੇ, ਘਰ 'ਚ ਕੋਈ ਪਸ਼ੂ ਹੈ? ਦੱਸ, ਉਹ ਵੇਚ ਦੇਣਾ। ਤੇਰੀ ਬੇਬੇ ਕੋਲ ਕੋਈ ਟੂਮ ਹੈ ਤਾਂ ਉਹ ਵੇਚ ਦੇ। ਬਾਣੀਆਂ ਹੋਰ ਕਰਜ਼ਾ ਦੇਣ ਤੋਂ ਇਨਕਾਰੀ ਹੈ। ਇੱਕ ਮੈਂ ਬਚਿਆ, ਮੈਨੂੰ ਵੇਚ ਦੇ। ਮੇਰੀ ਇੱਛਾ ਹੈ ਕਿ ਤੂੰ ਪੜ੍ਹੇ, ਅਫਸਰ ਬਣ ਸਕਦਾ ਤੂੰ। ਮੈਨੂੰ ਸੀਰੀ ਰਲਾ ਦੇ ਕਿਸੇ ਨਾਲ, ਮੈਂ ਤਿਆਰ ਹਾਂ। ਇਹੋ ਜਿਹੀ ਗੱਲ ਮੈਨੂੰ ਬਹੁਤ ਛੇਤੀ ਸਮਝ ਆ ਜਾਂਦੀ ਹੈ। ਮੈਂ ਸੋਚਿਆ ਬਾਪੂ ਦੀਆਂ ਗੱਲਾਂ 'ਚ ਵਕਤ ਨਸ਼ਟ ਕਰਨ ਦੀ ਥਾਂ ਨਾਨਕੇ ਚੱਲਦੇ ਹਾਂ। ਮਾਂ ਨੇ ਤੋਰਦਿਆਂ ਹੋਇਆਂ ਕਿਹਾ, ਅਕਲ ਨਾਲ, ਹਲੀਮੀ ਨਾਲ ਗੱਲ ਕਰੀ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ, ਮਾਮੀ ਨਾਲ ਅੱਡ। ਜਾ, ਗੁਰੂ ਰਾਖਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਨਾਨਕੇ ਨਾਨਾ ਨਾਨੀ ਨਾਲ ਹੁੰਦੇ ਹਨ। ਮੇਰੇ ਨਾਨਾ ਨਾਨੀ ਚਰੋਖਣੇ ਤੁਰ ਗਏ ਹੋਏ ਸਨ।
ਮਾਮੇ ਤੇ ਮਾਮੀਆਂ ਫਰਿਸ਼ਤਿਆਂ ਪਰੀਆਂ ਵਰਗੇ ਲੋਕ ਸਨ। ਜਦੋਂ ਜਾ ਕੇ ਦੱਸਿਆ ਕਿ 10ਵੀਂ 'ਚੋਂ ਬਹੁਤ ਨੰਬਰ ਲੈ ਕੇ ਪਾਸ ਹੋਇਆ ਤਾਂ ਬੜੀਆਂ ਅਸੀਸਾਂ ਮਿਲੀਆਂ। ਖਾਣ ਪੀਣ ਲਈ ਬੜਾ ਕੁਝ ਬਣਾ ਧਰਿਆ। ਵੱਡੇ ਮਾਮਾ ਜੀ ਨਾਲ ਛੱਤ ਉੱਪਰ ਸੌਣ ਵਾਸਤੇ ਚਲੇ ਗਏ, ਜਿੱਥੇ 3-4 ਮੰਜੀਆਂ ਵਿਛਾਈਆਂ ਗਈਆਂ ਸਨ। ਮੈਂ ਕਾਲਜ 'ਚ ਪੜ੍ਹਨ ਜਾਣ ਦੀ ਗੱਲ ਤੋਰ ਕੇ ਪੈਸੇ ਮੰਗੇ। ਮਾਮਾ ਜੀ ਬੋਲੇ, ਕਿੱਥੇ ਪੈਸੇ ਭਾਣਜੇ, ਘਰ 'ਚ 2 ਰੁਪਈਏ ਵੀ ਨਹੀਂ, ਤੂੰ 200 ਮੰਗਦਾ। ਮੈਂ ਕਿਹਾ, ਮੇਰੇ ਬਾਪੂ ਨੂੰ ਉਧਾਰ ਨਹੀਂ ਮਿਲਦੇ, ਤੁਹਾਨੂੰ ਉਧਾਰ ਤਾਂ ਮਿਲ ਜਾਣਗੇ, ਬਾਣੀਏ ਤੋਂ ਲਿਆ ਕੇ ਦਿਓ। ਮਾਮਾ ਜੀ ਨੇ ਕਿਹਾ, ਫਸਲ ਦੀ ਨਾ ਇਹ ਰੁੱਤ ਨਾ ਉਹ ਰੁੱਤ, ਭਾਵ ਨਾ ਬੀਜਣ ਦੀ ਰੁੱਤ ਨਾ ਵੱਢਣ ਦੀ। ਇਹਨਾਂ 2 ਵੇਲਿਆਂ ਦੇ ਬਾਣੀਆਂ ਪੈਸੇ ਦਿਆ ਕਰਦਾ, ਹੁਣ ਉਧਾਰ ਵੀ ਨਹੀਂ ਮਿਲਣੇ। ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਮੈਂ ਜੂਆ ਖੇਡਣ ਵਾਸਤੇ ਪੈਸੇ ਮੰਗਣ ਨਹੀਂ ਆਇਆ, ਨਾ ਸ਼ਰਾਬਾਂ ਪੀਣ ਲਈ ਮਦਦ ਮੰਗਦਾ। ਬਹੁਤ ਨੇਕ ਤੇ ਵੱਡਾ ਕੰਮ ਕਰਨ ਦਾ ਫੈਸਲਾ ਕੀਤਾ ਮੈਂ। ਇਸ ਚੰਗੇ ਕੰਮ ਕਰਨ ਵਾਸਤੇ ਜੇ ਪੈਸੇ ਨਹੀਂ ਦੇਣੇ ਤਾਂ ਇਹ ਦੱਸ, ਮੰਮਾ ਆਪਣੀ ਭੈਣ ਗਰੀਬ ਜੱਟ ਨੂੰ ਕਿਉਂ ਵਿਆਹੀ ਸੀ? ਮਾਮਾ ਜੀ ਰੋਣ ਲੱਗ ਗਏ। ਭਾਣਜੇ, ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹ ਛੇੜਿਆ ਨਹੀਂ ਕਰਦੇ। ਤੂੰ ਸਿਆਣਾ, ਮੈਂ ਤਾਂ ਕੋਰਾ ਅਨਪੜ੍ਹ। ਤੇਰੀ ਬੇਬੇ ਤੇ ਮਾਸੀ ਵੱਡੀਆਂ ਹਨ, ਅਸੀਂ ਦੋਵੇਂ ਭਰਾ ਛੋਟੇ ਹਾਂ। ਤੇਰਾ ਨਾਨਾ ਵੱਡੀ ਲਾਮ ਉੱਤੇ ਜੰਗ 'ਚ ਮਾਰਿਆ ਗਿਆ ਸੀ। ਜਦੋਂ ਤਾਂ ਅਸੀਂ ਬਹੁਤ ਛੋਟੇ ਸੀ। ਸਾਨੂੰ ਕੀ ਪਤਾ ਸੀ ਮੰਗਣਿਆਂ ਵਿਆਹਾਂ ਦਾ, ਨਾ ਪੈਸਾ ਨਾ ਟਕਾ, ਸ਼ਰੀਕ ਜਿਵੇਂ ਕਰਦੇ ਹੁੰਦੇ ਆ ਉਸੇ ਤਰ੍ਹਾਂ ਕੀਤਾ। ਤੇਰੀ ਬੇਬੇ ਔਰ ਤੇਰੀ ਮਾਸੀ ਦਾ ਵਿਆਹ ਬਿਨਾਂ ਪੈਸਿਆਂ ਤੋਂ ਜਿਹੋ ਜਿਹਾ ਹੋ ਸਕਦਾ ਸੀ, ਗੁਆਂਢੀਆਂ ਨੇ ਕਰ ਦਿੱਤਾ। ਹੁਣ ਤੂੰ ਸੌਂ ਜਾ, ਕਰੂੰਗਾ ਕੋਈ ਹੀਲਾ ਜੇ ਬਣਿਆ। ਉਹ ਹੇਠਾਂ ਚਲੇ ਗਏ। ਮਾਮੀ ਨਾਲ ਹੌਲੀ ਹੌਲੀ ਗੱਲਾਂ ਕਰਦੇ ਰਹੇ। ਫਿਰ ਪਤਾ ਨਹੀਂ ਪਿੰਡ 'ਚ ਕਿੱਥੇ ਕਿੱਥੇ ਗਏ। ਮੈਂ ਸੌਂ ਗਿਆ। ਉਹ ਕਦੋਂ ਸੁੱਤੇ ਪਤਾ ਨਹੀਂ। ਸਵੇਰੇ ਉੱਠਿਆ ਤਾਂ ਚਾਹ ਲਿਆ ਕੇ ਮਾਮੀ ਕਹਿਣ ਲੱਗੀ, ਨਹਾ ਲੈ ਦੋਤੇ, ਫਿਰ ਪਰਾਂਠੇ ਤਿਆਰ ਨੇ। ਤੇਰਾ ਮਾਮਾ ਤੇਰੇ ਨਾਲ ਜਾਊਗਾ ਪਟਿਆਲੇ ਤੈਨੂੰ ਛੱਡਣ। ਮੇਰੇ ਪੇਕੇ ਸੰਗਤਪੁਰੇ ਦੇ ਨਾਲ ਪਿੰਡ ਫਤਿਹਗੜ੍ਹ ਹੈ। ਉੱਥੇ ਦਾ ਇੱਕ ਸਰਦਾਰ ਹੈ, ਉਹਦਾ ਨਾਮ ਹੈ ਗੁਰਨਾਮ ਸਿੰਘ। ਉਹ ਮੇਰੇ ਭਾਈ ਦਾ ਪੱਗ-ਵੱਟ ਦੋਸਤ ਹੈ। ਉਹਦੀ ਕੋਠੀ ਪਟਿਆਲੇ ਹੈ। ਆਪ ਤਾਂ ਰਹਿੰਦਾ ਨਹੀਂ ਉਹ ਪਟਿਆਲੇ। ਇੱਕ ਮੁੰਡਾ ਹੈ ਲਾਲੀ, ਉਹ ਪੜ੍ਹਿਆ ਲਿਖਿਆ ਬਹੁਤ ਹੈ, ਉਹ ਵੀ ਘੱਟ ਹੀ ਰਹਿੰਦਾ ਹੈ। ਕੋਠੀ ਖਾਲੀ ਪਈ ਹੁੰਦੀ ਹੈ। ਤੇਰਾ ਮਾਮਾ ਇੱਕ ਕਮਰਾ ਉਸ ਕੋਠੀ 'ਚ ਦਵਾ ਦਊਗਾ। ਨਾਲੇ ਤੇਰਾ ਕਿਰਾਇਆ ਬਚੂ, ਨਾਲੇ ਉਹ ਬੰਦੇ ਬੜੇ ਚੰਗੇ ਨੇ। ਮੈਂ ਤਿਆਰ ਹੋ ਗਿਆ। ਮਾਮੀ ਨੇ 2 ਪੀਪੇ ਤਿਆਰ ਕਰ ਰੱਖੇ ਸਨ। ਇੱਕ ਪੀਪਾ ਅੱਧਾ ਚੌਲਾਂ ਦਾ, ਅੱਧਾ ਆਟੇ ਦਾ ਭਰਿਆ ਸੀ। ਦੂਜੇ 'ਚ ਪੰਜੀਰੀ, ਘਿਓ ਦਾ ਡੱਬਾ, ਸ਼ੱਕਰ ਦਾ ਡੱਬਾ, ਅਚਾਰ ਦਾ ਡੱਬਾ, 10-12 ਪਰੌਂਠੇ ਆਦਿਕ ਸੁੱਖ ਸੀ। ਇੱਕ ਕੱਪੜਿਆਂ ਦੀ ਗਠੜੀ ਜਿਹੀ ਸੀ। ਫੜਾਉਂਦਿਆਂ ਕਹਿਣ ਲੱਗੀ, 2 ਪੱਗਾਂ ਹਨ, 2 ਕੁੜਤਿਆਂ ਪਜਾਮਿਆਂ ਦਾ ਕੱਪੜਾ ਹੈ। ਇੱਥੇ ਸਿਉਂਤੇ ਤੇਰੇ ਪਸੰਦ ਨਹੀਂ ਆਉਣੇ। ਸਵਾ ਪਟਿਆਲਿਓਂ ਲਈ, ਉੱਥੇ ਤਾਂ ਕਹਿੰਦੇ ਨੇ ਜਾਨ ਪਾ ਦਿੰਦੇ ਨੇ ਕੱਪੜਿਆਂ 'ਚ। ਅਸੀਂ ਤਾਂ ਭਾਈ ਸਾਰੀ ਉਮਰ ਬੇਜਾਨ ਕੱਪੜਿਆਂ ਨਾਲ ਕੱਢਤੀ। ਹੱਸ ਕੇ ਉਹਨੇ 10 ਰੁਪਏ ਕਿਰਾਏ ਲਈ ਵੱਖਰੇ ਦੇ ਕੇ 200 ਰੁਪਇਆ ਫੀਸਾਂ ਲਈ ਵੱਖ ਮੇਰੀ ਜੇਬ 'ਚ ਪਾ ਦਿੱਤਾ। ਫਿਰ ਮਾਮਾ ਜੀ ਨੂੰ ਕਿਹਾ, ਟਿਕਟ ਤੂੰ ਆਪ ਖਰੀਦੀ। ਇਹ ਤਾਂ ਉਹੀ ਟਿਕਟ ਦਾ ਨਾਂ ਲੈ ਕੇ ਪੈਸੇ ਜੇਬ 'ਚ ਪਾਏ ਨੇ ਘੁੱਗੂ ਦੇ। ਮੇਰਾ ਪਿੰਡ ਘੱਗਾ ਹੋਣ ਕਰਕੇ ਨਾਨਕੇ ਘੱਗੂ ਆਖਿਆ ਕਰਦੇ ਸਨ। ਪਟਿਆਲੇ ਦੀ ਕਹਾਣੀ ਸੁਣਾਵਾਂਗੇ ਵੱਖਰੇ ਅਧਿਆਇ 'ਚ ਕਿਸੇ ਹੋਰ ਥਾਂ। ਹੁਣ ਬੇਬੇ ਦੀ ਕਹਾਣੀ ਚੱਲੇਗੀ। ਜਿੰਨਾ ਕੁ ਜ਼ਿਕਰ ਕਾਲਜ ਦਾਖਲ ਹੋਣ ਵੇਲੇ ਦਾ ਹੋਇਆ, ਓਨਾ ਕੁ ਜ਼ਰੂਰੀ ਸੀ, ਕਿਉਂਕਿ ਆਪਣੇ ਪਿੰਡ ਤੋਂ ਨਾਨਕਿਆਂ ਦੇ ਰਸਤੇ ਮੈਂ ਪਟਿਆਲੇ ਦਾਖਲ ਹੋਇਆ। ਬੇਸ਼ੱਕ ਪਿੱਛੋਂ 2 ਭਰਾਵਾਂ ਗੁਰਦਿਆਲ ਸਿੰਘ ਤੇ ਇੰਦਰ ਸਿੰਘ ਨੇ ਬੜੀ ਮਦਦ ਕੀਤੀ। ਇੱਕ ਦਿਨ ਬੇਬੇ ਨੇ ਦੱਸਿਆ, ਤੁਹਾਡਾ ਨਾਨਾ ਭਰ ਜਵਾਨੀ 'ਚ ਸਾਨੂੰ ਨਿੱਕਿਆਂ ਨਿੱਕਿਆਂ ਨੂੰ ਛੱਡ ਕੇ ਤੁਰ ਗਿਆ। ਤੇਰੀ ਨਾਨੀ ਨੇ ਪਹਾੜ ਜਿੱਡੀ ਉਮਰ ਤਕੜੇ ਜਰਨੈਲ ਵਾਂਗ ਬਿਤਾਈ। ਘੋੜੀ ਤੇ ਸਵਾਰ ਹੋ ਆਪੇ ਮੱਝਾਂ ਚਾਰ ਲਿਆਇਆ ਕਰਦੀ ਸੀ। ਘਿਓ ਦੇ ਤੌਲੇ ਕਦੇ ਖਾਲੀ ਨਹੀਂ ਸੀ ਹੋਏ। ਇੱਕ ਦਿਨ ਸਵੇਰੇ ਨੇਰੇ ਬਾਹਰਲੇ ਘਰ ਪਸ਼ੂਆਂ ਨੂੰ ਕੱਖ ਪਾਉਣ ਗਈ। ਮੇਰਾ ਚਾਚਾ ਵੀ ਉੱਥੇ ਆਪਣੀ ਮੱਝਾਂ ਦਾ ਦੁੱਧ ਚੋਣ ਗਿਆ ਸੀ। ਉਹਨੇ ਤੇਰੀ ਨਾਨੀ ਦੇ ਨੇੜੇ ਆ ਕੇ ਉਹਦੀ ਬਾਂਹ ਫੜ ਲਈ। ਤੇਰੀ ਨਾਨੀ ਨੇ ਕਿਹਾ, ਕੱਲੀ ਰਹਿ ਗਈਆਂ, ਬੜਾ ਡਰ ਲੱਗਦਾ ਹੈ। ਮੇਰੀ ਇੱਛਾ ਹੈ ਤੂੰ ਮੇਰੀ ਬਾਂਹ ਫੜੇ। ਇੱਥੇ ਹਨੇਰੇ 'ਚ ਨਹੀਂ, ਦਿਨ ਵਿੱਚ, ਚਾਨਣ 'ਚ। ਕਹੇ ਤਾਂ ਭਾਈਚਾਰੇ ਦਾ ਇਕੱਠ ਬੁਲਾਵਾਂ। ਫੜੇਗਾ ਬਾਂਹ? ਚਾਚਾ ਚਲਾ ਗਿਆ। ਮਹੀਨੇ 'ਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਮਾਂ ਦੀਆਂ ਅੱਖਾਂ ਛਲਕਦੀਆਂ। ਮੈਂ ਖੂਬ ਹੱਸਦਾ ਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਜੋ ਰੋਣ ਧੋਣ ਸ਼ੁਰੂ ਹੋ ਗਿਆ? ਮਾਂ ਅੱਖਾਂ ਪੂੰਝ ਕੇ ਆਖਦੀ, ਕੱਟੜੂ ਬਛਰੂ ਸਰਹੱਦਾਂ ਉੱਪਰ ਦੁਸ਼ਮਣਾਂ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੰਭਣ ਰਿੰਗਣ ਲੱਗਦੀਆਂ, ਰੱਸੇ ਤੜਾਉਂਦੀਆਂ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਕਿ ਜਿੱਥੇ ਤੱਕ ਬੱਚੇ ਨਜ਼ਰ 'ਚ ਹਨ ਸਭ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਕੀ ਵਾਪਰ ਜਾਏ।
ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੋ ਸਕਦੀ। ਹੋ ਸਕਦਾ ਕਦੇ ਵੀ ਨਾ ਸਮਝ ਸਕੇ ਕਿਉਂਕਿ ਤੇਰੀ ਕਿਸਮਤ 'ਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸਾਂ ਦੇ ਕੇ ਤੋਰਦੀ। ਹਜ਼ਰਤ ਮੁਹੰਮਦ ਸਾਹਿਬ ਨੇ ਮਰਦਾਂ ਨੂੰ ਇਹ ਹੁਕਮ ਦਿੱਤਾ ਸੀ, ਔਰਤਾਂ ਦੀ ਇੱਜ਼ਤ ਕਰੋ ਕਿਉਂਕਿ ਤੁਹਾਡੇ ਬੱਚਿਆਂ ਦਾ ਸੁਰਗ ਉਹਨਾਂ ਦੀਆਂ ਮਾਵਾਂ ਦੇ ਕਦਮਾਂ ਹੇਠ ਛੁਪਿਆ ਹੋਇਆ। ਮਾਵਾਂ ਬੜੀਆਂ ਅਜੀਬ ਸ਼ੈਆਂ ਹੁੰਦੀਆਂ ਹਨ। ਮੈਂ 15 ਏਕੜ ਜ਼ਮੀਨ ਸਸਤੀ ਜਾਣ ਕੇ ਟਿੱਬੀਆਂ ਖਰੀਦੀਆਂ ਤੇ ਪੱਧਰ ਕਰਨ ਲਈ 8 ਟਰੈਕਟਰ ਚਲਾ ਦਿੱਤੇ। ਇੱਕ ਟਟੀਰੀ ਬੜੀ ਤੇਜ਼ੀ ਨਾਲ ਇੱਧਰ ਉੱਧਰ ਦੌੜਦੀ ਰੌਲਾ ਪਾਉਂਦੀ ਦੇਖੀ। ਮੈਂ ਜਾਣ ਗਿਆ ਕਿ ਇਹਦੇ ਇੱਥੇ ਨੇੜੇ ਕਿਧਰੇ ਬੱਚੇ ਹਨ। ਸਾਰੇ ਕਿਤੇ ਫਿਰ ਤੁਰ ਕੇ ਦੇਖਿਆ, ਕਿਤੇ ਨਾ ਦਿਸੇ। ਟਰੈਕਟਰ ਫੇਰ ਚਲਾਤੇ। ਇੱਕ ਥਾਂ ਅਜਿਹੀ ਆਈ ਜਿਵੇਂ ਟਟੀਰੀ ਵੱਡੇ ਦਿਓ ਕੱਦ ਟਰੈਕਟਰ ਦੇ ਟੱਕਰ ਮਾਰ ਦੇਗੀ। ਮੈਂ ਟਰੈਕਟਰ ਵਾਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ। 2 ਬੱਚੇ ਸਹਿਮੇ ਬੈਠੇ ਲੱਭ ਗਏ, ਦੁੱਬ ਕੇ। ਬੱਚਿਆਂ ਨੇੜੇ ਸੋਟੀ ਗੱਡ ਦਿੱਤੀ ਤੇ ਉਸ ਉੱਪਰ ਪਰਨਾ ਬੰਨ੍ਹ ਦਿੱਤਾ। ਐਲਾਨ ਹੋ ਗਿਆ ਕਿ ਸੋਟੀ ਉੱਪਰਲਾ ਪਰਨਾ ਟਟੀਰੀ ਦਾ ਵਿਜੇ ਝੰਡਾ ਤੇ 1 ਵਿੱਘੇ ਥਾਂ ਉੱਪਰ ਟਰੈਕਟਰ ਉਦੋਂ ਚੱਲਣਗੇ ਜਦੋਂ ਇੱਥੋਂ ਬੱਚਿਆਂ ਸਮੇਤ ਚਲੀ ਜਾਏਗੀ। ਮੈਂ ਨਿੱਕੇ ਚੂਚਿਆਂ ਦੀ ਰਖਵਾਲੀ ਕਰਦੀ ਮੁਰਗੀ ਨੂੰ ਕੁੱਤੇ ਉੱਪਰ ਹਮਲਾ ਕਰਦਿਆਂ ਦੇਖਿਆ। ਆਪਣੀ ਔਲਾਦ ਖਾਤਰ ਮਾਵਾਂ ਕੋਈ ਵੀ ਖਤਰਾ ਸਹੇੜ ਸਕਦੀਆਂ ਹਨ। ਮਾਂ ਗੁਜਰੀ ਦਾ ਕਾਰਨਾਮਾ ਸਾਬਤ ਕਰਦਾ ਹੈ ਕਿ ਉਹ ਕੁੱਲ ਮਨੁੱਖਤਾ ਦੀ ਮਾਂ ਹੋਣ ਕਰਕੇ ਸਾਰਿਆਂ ਨੂੰ ਬਚਾ ਗਈ। ਕੁਰੂਕਸ਼ੇਤਰ ਦੇ ਮੈਦਾਨ 'ਚ ਅਰਜਨ ਡੋਲ ਗਿਆ ਸੀ। ਉਹ ਵੱਡਾ ਯੋਧਾ ਸੀ, ਤੀਖਣ ਬੁੱਧ ਵੀ। ਉਹਨੂੰ ਸਮਝਾਉਣ ਵਾਲਾ ਕੋਈ ਆਮ ਵਿਅਕਤੀ ਨਹੀਂ, ਭਗਵਾਨ ਖੁਦ ਸੀ। ਫਿਰ ਵੀ ਕਾਫੀ ਦੇਰ ਲੱਗੀ ਸੀ। ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਉਹਨੇ ਦੁਬਾਰਾ ਹਥਿਆਰ ਨਹੀਂ ਚੁੱਕੇ ਸਨ। ਭਗਵਾਨ ਕ੍ਰਿਸ਼ਨ ਨੇ ਆਪਣਾ ਤ੍ਰੈਕਾਲੀ ਵਿਰਾਟ ਰੂਪ ਦਿਖਾਇਆ ਤੇ ਦੱਸਿਆ ਕਿ ਇਹ ਸਭ ਮਰ ਚੁੱਕੇ ਹਨ। ਮਰਿਆ ਹੋਇਆਂ ਨੂੰ ਮਾਰ ਦੇਣ ਨਾਲ ਤੈਨੂੰ ਪਾਪ ਨਹੀਂ ਲੱਗੇਗਾ। ਇੱਥੇ ਸਰਹੰਦ ਵਿੱਚ ਜਿਹੜਾ ਧਰਮ ਯੁੱਧ ਹੋਇਆ ਉਸ ਵਿਚਲੇ ਜਰਨੈਲ ਬਹੁਤ ਛੋਟੀ ਉਮਰ ਦੇ ਸਨ ਤੇ ਭਗਵਾਨ ਕ੍ਰਿਸ਼ਨ ਦੀ ਜ਼ਿੰਮੇਵਾਰੀ ਮਾਂ ਗੁਜਰੀ ਨੇ ਨਿਭਾਈ। ਗੀਤਾ ਦਾ ਉਪਦੇਸ਼ ਦੇਣ ਦੀ ਲੋੜ ਨਹੀਂ ਪਈ। ਸਾਹਿਬਜ਼ਾਦਿਆਂ ਦੇ ਪਿਤਾ ਨੇ 9 ਸਾਲ ਦੀ ਉਮਰ 'ਚ ਸਾਬਤ ਕਰ ਦਿੱਤਾ ਸੀ ਕਿ ਉਹਨੇ ਅਨੰਤ ਸੱਚ ਦੇਖ ਲਿਆ। ਉਹ ਦੇਸ਼ ਜਿੱਥੇ ਨਾ ਜੀਵਨ ਹੈ ਨਾ ਮੌਤ, ਉਸ ਦੇਸ਼ ਦਾ ਵਸਨੀਕ ਸੀ। ਇੱਥੇ ਛੋਟਿਆਂ ਦੀ 7 ਤੇ ਵੱਡੇ ਬਾਬਿਆਂ ਦੀ ਉਮਰ 9 ਸਾਲ ਸੀ। ਮੇਰੇ ਮੰਨਣ 'ਚ ਨਹੀਂ ਆਉਂਦਾ ਕਿ ਮਾਂ ਨੇ ਸਾਹਿਬਜ਼ਾਦਿਆਂ ਨੂੰ ਲੰਮਾ ਸਮਾਂ ਕੋਈ ਸਿੱਖਿਆਵਾਂ ਦਿੱਤੀਆਂ। ਇਸ ਮਾਂ ਨੇ ਯੁੱਗਾਂ ਦੀ ਤਪੱਸਿਆ ਕੀਤੀ ਹੋਈ ਸੀ। ਉਸ ਤਪੱਸਿਆ ਦਾ ਕੁਝ ਹਿੱਸਾ ਗੁਰੂ 10ਮ ਪਾਤਸ਼ਾਹ ਹਜ਼ੂਰ ਦੇ ਹਿੱਸੇ ਆਇਆ ਤੇ ਬਾਕੀ ਦਾ ਸਾਹਿਬਜ਼ਾਦਿਆਂ ਦੇ ਹਿੱਸੇ। ਮਾਪਿਆਂ ਦੀ ਜਾਇਦਾਦ ਬੱਚਿਆਂ ਨੂੰ ਮਿਲਣੀ ਹੁੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਇੱਕ ਸੰਨਿਆਸੀ ਨੇ ਪੁੱਛਿਆ, स्वामी जी आप क्या साधना करते हो? कौन सी बंदगी, कौन सा तप किया है जो आपके चेहरे पर इतना नूर है? ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਤਪ ਸਾਧਨਾ ਬੰਦਗੀ ਕਰਨੀ ਤਾਂ ਕੀ ਸੀ, ਮੈਨੂੰ ਤਾਂ ਇਹ ਪਤਾ ਨਹੀਂ ਕਿ ਇਹ ਹੁੰਦੀ ਕੀ ਹੈ। ਪਰ ਇੱਕ ਗੱਲ ਦਾ ਪਤਾ ਹੈ ਕਿ ਬਾਦਸ਼ਾਹ ਦੇ ਘਰ ਬੱਚਾ ਜਨਮ ਲੈਣ ਸਾਰ ਰਾਜਕੁਮਾਰ ਹੁੰਦਾ ਹੈ। ਤਪ ਕੀਤਾ ਸੀ ਗੁਰੂ ਕਲਗੀਧਰ ਹਜ਼ੂਰ ਨੇ। ਉਹਨਾਂ ਦੇ ਘਰ ਸਾਡਾ ਜਨਮ ਹੋ ਗਿਆ ਤਾਂ ਉਹਨਾਂ ਦੀ ਕਮਾਈ ਸਾਨੂੰ ਖੁਦ ਬ ਖੁਦ ਵਿਰਸੇ 'ਚ ਮਿਲ ਗਈ। ਗੁਜਰੀ ਮਾਂ ਬਾਰੇ ਘੱਟ ਲਿਖਿਆ ਗਿਆ ਕਿਉਂਕਿ ਉਸ ਬਾਰੇ ਲਿਖਣ ਦੀ ਸਮਰੱਥਾ ਲੋੜੀਂਦੀ ਹੈ। ਉਸ ਬਾਰੇ ਲਿਖਣ ਲਈ ਕੋਈ ਕਾਲੀਦਾਸ ਚਾਹੀਦਾ ਹੈ। ਕਾਲੀਦਾਸ ਨੇ ਮੇਘਦੂਤ ਵਿੱਚ ਲਿਖਿਆ ਹੈ, ਹੇ ਮੇਘ, ਜਦੋਂ ਸ੍ਰਿਸ਼ਟੀ ਦਾ ਵਿਨਾਸ਼ ਕਰਨਾ ਹੋਏ ਤਦ ਸ਼ਿਵ ਜੀ ਆਪਣੇ ਲੱਕ ਦੁਆਲੇ ਹਾਥੀ ਦੀ ਤਾਜ਼ੀ ਖੱਲ ਲਪੇਟ ਕੇ ਡਮਰੂ ਵਜਾਉਂਦੇ ਹਨ। ਪਰਲੋ ਆ ਜਾਂਦੀ ਹੈ। ਕਿਸੇ ਸ਼ਾਮ ਅਸਮਾਨ ਦੇ ਇੱਕ ਕੋਨੇ 'ਚ ਖਲੋਤਾ ਤੂੰ ਹਾਥੀ ਦੀ ਲਹੂ ਲਿਬੜੀ ਖੱਲ ਦਾ ਟੋਟਾ ਲੱਗੇਗਾ। ਉਸ ਵੇਲੇ ਗੱਜੀ ਨਾ, ਗੋਰੀ ਮਾਂ ਨੂੰ ਦਹਿਲ ਪੈ ਸਕਦਾ ਹੈ। ਵੱਡੇ ਸੰਕਟਾਂ ਦੀਆਂ ਕਨਸੂਆਂ ਬਾਕੀਆਂ ਨਾਲੋਂ ਮਾਵਾਂ ਪਾਸ ਪਹਿਲਾਂ ਪੁੱਜ ਜਾਂਦੀਆਂ ਹਨ। ਹੇ ਮੇਘ, ਰੂਹਾਨੀ ਮਾਵਾਂ ਦੀਆਂ ਗੱਲਾਂ ਕਿਸੇ ਸਮਰੱਥਾਵਾਨ ਲੇਖਕ ਲਈ ਛੱਡ ਕੇ ਆਪਾਂ ਆਪਣੀ ਦੇਸੀ ਮਾਂ ਬਾਰੇ ਕੁਝ ਗੱਲਾਂ ਕਰਦੇ ਹਾਂ। ਵੱਡੇ ਬੇਟੇ ਨੇ ਜਿਸ ਦਿਨ ਕੰਪਿਊਟਰ ਇੰਜੀਨੀਅਰਿੰਗ ਕੋਰਸ ਦੀ ਡਿਗਰੀ ਪਾਸ ਕਰ ਲਈ ਤਾਂ ਬੇਬੇ ਜੀ ਨੂੰ ਮਠਿਆਈ ਦਾ ਡੱਬਾ ਦੇਣ ਲਈ ਗਿਆ। ਅਸੀਸਾਂ ਦੇ ਕੇ ਕਿਹਾ, ਪਰ ਹੁਸਨਵੀਰ, ਸੁਣਿਆ ਇੰਜੀਨੀਅਰ ਬਣ ਕੇ ਤੂੰ ਅਮਰੀਕਾ ਚਲਾ ਜਾਏਂਗਾ, ਫਿਰ ਤੇਰੇ ਬਗੈਰ ਅਸੀਂ ਕਿਵੇਂ ਜੀ ਲਵਾਂਗੇ। ਹੁਸਨਵੀਰ ਨੇ ਕਿਹਾ, ਫੋਨ ਕਰਿਆ ਕਰਾਂਗਾ, ਚਿੱਠੀਆਂ ਲਿਖਿਆ ਕਰਾਂਗਾ। ਬੇਬੇ ਨੇ ਕਿਹਾ, ਸੁਖਬੀਰ ਵੀ ਇਹੀ ਕਿਹਾ ਕਰਦਾ ਸੀ। ਵੱਡੇ ਭਰਾ ਦਾ ਡਾਕਟਰ ਪੁੱਤਰ ਨਾ ਫੋਨ ਕਰਦਾ, ਨਾ ਚਿੱਠੀ ਲਿਖਦਾ, ਨਾ ਮਿਲਣ ਆਉਂਦਾ, ਤੇਰੇ ਤੇ ਕਿਵੇਂ ਇਤਬਾਰ ਕਰੀਏ। ਹੁਸਨਵੀਰ ਨੇ ਕਿਹਾ, ਉਹਦਾ ਦਿਲ ਹੋਰ ਤਰ੍ਹਾਂ ਦਾ ਹੈ, ਮੇਰਾ ਹੋਰ ਤਰ੍ਹਾਂ ਦਾ, ਮੈਂ ਜੋ ਕਹਿਣਾ ਉਹੀ ਕਰਾਂਗਾ। ਬੇਬੇ ਨੇ ਕਿਹਾ, ਤੁਹਾਡੇ ਖਾਨਦਾਨ ਦੇ ਮੁੰਡਿਆਂ ਕੋਲ ਇੱਕ ਇੱਕ ਨਹੀਂ ਕਈ ਦਿਲ ਨੇ, ਸਾਰੇ ਦਿਲ ਕਲੀ ਕਰਾ ਕੇ ਰੱਖੇ ਹੋਏ ਨੇ। ਜਿਹੋ ਜਿਹਾ ਖਰੀਦਦਾਰ ਟੱਕਰਿਆ ਉਹਨੂੰ ਉਹਦੀ ਪਸੰਦ ਦਾ ਦਿਲ ਦਿਖਾ ਦਿੱਤਾ।
ਅਸੀਂ ਪੁਰਾਣੇ ਬੰਦੇ ਸਿੱਧੇ ਸਾਦੇ ਹਾਂ ਕਿਉਂਕਿ ਸਾਡੇ ਕੋਲ ਇੱਕੋ ਦਿਲ ਏ, ਸਭ ਨੂੰ ਦਿਖਾਉਣ ਵਾਸਤੇ। ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਆਪਣੇ ਕੀ ਮੁਕਾਬਲੇ ਤੁਹਾਡੇ ਨਾਲ। ਨਾਨਕਿਆਂ ਦੇ ਰਾਹ 'ਚ ਘੱਗਰ ਹੈ, ਕੋਈ ਖਾਸ ਦਰਿਆ ਨਹੀਂ ਹੈ। ਪਰ ਇਸੇ ਕਾਰਨ ਸਾਡੀ ਬੋਲੀ 'ਚ ਪੱਤਣ, ਘਾਟ, ਬੇੜੀ, ਮਲਾਹ ਆਦਿਕ ਸ਼ਬਦ ਆ ਰਲੇ। ਬੇਬੇ ਆਮ ਆਖਦੀ, ਫਲਾਣੀ ਨੇ ਘਾਟ ਦਾ ਪਾਣੀ ਪੀਤਾ ਹੋਇਆ, ਉਸ ਨਾਲ ਆਪਣੀ ਕੀ ਰੀਸ। ਨਾਨਕਿਆਂ ਵਾਲੇ ਪਾਸਿਓਂ ਚਾਹੇ ਕੋਈ ਆਉਂਦਾ, ਉਹ ਇਹ ਸਵਾਲ ਜ਼ਰੂਰ ਪੁੱਛਦੀ, ਕਿਹੜੇ ਘਾਟ ਆਏ ਆ, ਕਿੰਨਾ ਪਾਣੀ ਆ ਘੱਗਰ 'ਚ। ਜੇ ਉੱਤਰ ਮਿਲਦਾ ਘੱਗਰ ਚੜ੍ਹ ਗਿਆ ਤਾਂ ਪੁੱਛਦੀ, ਬੇੜੀ ਹੈ ਲੱਗੀ ਹੋਈ, ਮਲਾਹ ਬੈਠਾ ਹੁੰਦਾ। ਇਹਨਾਂ ਪ੍ਰਸ਼ਨਾਂ ਦੇ ਉੱਤਰ ਉਹਨੂੰ ਧਰਵਾਸ ਦਿੰਦੇ ਕਿ ਪੇਕਿਓਂ ਕੋਈ ਆਏਗਾ ਤਾਂ ਘੱਗਰ ਰੋਕ ਨਹੀਂ ਸਕੇਗਾ। ਬਨੇਰੇ ਉੱਪਰ ਕਾਂ ਬੋਲਣ ਤੇ ਪਰਾਤ ਵਿੱਚੋਂ ਆਟਾ ਬੁੜਕਣ ਦੇ ਸੰਕੇਤ ਇਸ ਵਾਸਤੇ ਕੀਮਤੀ ਹੁੰਦੇ। ਮੈਂ ਕਿਹਾ, ਬੇਬੇ ਗੱਲਾਂ ਸੁਣਾ ਪੁਰਾਣੀਆਂ, ਤੇਰੀ ਕਹਾਣੀ ਲਿਖੀ। ਬੋਲੀ, ਇਹ ਖੋਟਾ ਪੈਸਾ ਨਹੀਂ ਚੱਲਦਾ, ਕੋਈ ਹੋਰ ਕੰਮ ਕਰ। ਮੈਂ ਕਿਹਾ, ਖੋਟਾ ਪੈਸਾ ਨਾ ਚੱਲੇ, ਖੋਟੇ ਪੈਸੇ ਦੀ ਕਹਾਣੀ ਚੱਲ ਸਕਦੀ ਹੈ, ਕਹਾਣੀ ਖਰੀ ਹੋ ਸਕਦੀ ਹੈ। ਮੇਰੇ ਨਾਨਕੇ ਘਰ ਦੇ ਜੀ ਇੰਨੇ ਸੋਹਣੇ ਸਨ ਕਿ ਦੇਖ ਕੇ ਭੁੱਖ ਲੈਂਦੀ। ਉੱਚੇ ਲੰਮੇ, ਕੱਦਾਵਰ, ਗੋਰੇ ਸੂਹੇ ਰੰਗਾਂ ਦੇ ਲੋਕ। ਪੁਰਾਤਨ ਯੂਨਾਨੀਆਂ ਦੀ ਟੋਲੀ ਜਿਵੇਂ ਜਾਂਦੀ ਜਾਂਦੀ ਰੁਕ ਗਈ ਹੋਵੇ ਇੱਥੇ ਹਰਿਆਣੇ ਖਰੌਦੀ ਪਿੰਡ 'ਚ। ਹੌਲੀ ਹੌਲੀ ਕਦਮ ਪੁੱਟਦੇ, ਸਹਿਜ ਨਾਲ ਰੋਟੀ ਖਾਂਦੇ, ਸੋਝ ਨਾਲ ਗੱਲ ਕਰਦੇ, ਧੀਰਜ ਨਾਲ ਗੱਲ ਸੁਣਦੇ। ਉਹਨਾਂ ਦੀ ਸੁਰਤ 'ਚ ਕਾਹਲ ਦਾ ਨਾਂ ਨਿਸ਼ਾਨ ਨਹੀਂ ਸੀ। ਉਹ ਮੈਨੂੰ ਕਈ ਵਾਰ ਕਹਿੰਦੇ, ਤੂੰ ਭੱਜੂ ਕਿਉਂ ਕਰਦਾ ਰਹਿੰਦਾ, ਤੂੰ ਤਾਂ ਰੋਟੀ ਵੀ ਇਉਂ ਖਾਂਦਾ ਜਿਵੇਂ ਕਿਸੇ ਦੀ ਚੁੱਕ ਭੱਜਿਆ ਹੋਵੇ। ਹਸੂ ਕਰਦੇ ਉਹਨਾਂ ਦੇ ਹੋਠ, ਮਿਹਰਬਾਨੀਆਂ ਨਾਲ ਭਰੀਆਂ ਹੋਈਆਂ ਨੀਵੀਆਂ ਅੱਖਾਂ। ਬੇਬੇ ਦੱਸਿਆ ਕਰਦੀ ਹੈ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ, ਲਾਲੀਆਂ ਝਗੜਦੀਆਂ ਸਨ ਮੂੰਹ ਤੇ। ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਨੇ, ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਹਨੂੰ, ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਣਦ ਗਰੀਬਣੀ ਹੈ। ਉਹ ਮੇਰੇ ਪੈਰੀਂ ਚੁੰਨੀ ਰੱਖ ਕੇ ਬੋਲੀ, ਮੈਂ ਕਾਹਦਾ ਇਸ ਘਰ ਦੀ ਮਾਲਕਣ, ਮੈਂ ਤਾਂ ਬਣਦੀ ਹਾਂ ਤੁਹਾਡੇ ਸਾਰਿਆਂ ਦੀ, ਬਣਦੀ ਰਹੂੰਗੀ ਉਮਰ ਭਰ। ਪਹਿਲੇ ਜਣੇਪੇ ਵਕਤ ਚੱਲ ਵਸੀ। ਤੇਰਾ ਮਾਮਾ ਮਾਨਸੂ ਕਈ ਹਫ਼ਤੇ ਘਰ ਨਹੀਂ ਵੜਦਾ ਸੀ। ਬੜਾ ਧਰਵਾਸ ਦਿੰਦੇ, ਘਰੋਂ ਭੱਜ ਕੇ ਫਿਰ ਉਹ ਚੋਰਾਂ ਡਾਕੂਆਂ ਦੇ ਗਰੋਹ 'ਚ ਰਲ ਗਿਆ, ਕਈ ਸਾਲ ਨਾ ਮੁੜਿਆ। ਇੱਕ ਦਿਨ ਨਾਨੀ ਨੂੰ ਉਹਦਾ ਇੱਕ ਸਾਥੀ ਇਤਫਾਕਨ ਮਿਲ ਗਿਆ ਤਾਂ ਉਸ ਹੱਥ ਸੁਨੇਹਾ ਭੇਜਿਆ, ਸੱਟ ਖਾ ਕੇ ਬੰਦਾ ਚੋਰਾਂ ਡਾਕੂਆਂ ਨਾਲ ਰਲ ਜਾਏ, ਸਾਡੇ ਖਾਨਦਾਨ 'ਚ ਰਿਵਾਜ ਨਹੀਂ ਹੈ। ਸੱਟ ਖਾਧਾ ਬੰਦਾ ਸਾਧ ਹੋ ਜਾਂਦਾ। ਮਾਨਸੂ ਨੂੰ ਕਹੀਂ ਘਰੇ ਨਹੀਂ ਆਉਣਾ, ਨਾ ਆਏ, ਕਿਸੇ ਦਰਖਤ ਹੇਠ ਬੈਠ ਕੇ ਬੰਦਗੀ ਕਰੇ, ਮੈਂ ਉਹਨੂੰ ਆਪਣੇ ਸਿੱਖ ਰਿਵਾਜ ਬਦਲਣ ਨਹੀਂ ਦਊਂਗੀ। ਇਹ ਸੁਨੇਹਾ ਸੁਣ ਕੇ ਮਾਮਾ ਘਰ ਪਰਤ ਆਇਆ। ਤੇਰੀ ਵੱਡੀ ਮਾਮੀ ਦੇ 2 ਬੇਟੇ ਹੋਏ, ਇੱਕ ਤੋਂ ਬਾਅਦ ਇੱਕ, ਗੁਲਾਬਾਂ ਵਰਗੇ। ਦੋਵਾਂ ਨੂੰ ਰੱਬ ਨੇ ਵਾਪਸ ਬੁਲਾ ਲਿਆ। ਫਿਰ ਕਾਕਾ ਨਾ ਹੋਇਆ, ਧੀਆਂ ਹੋਈਆਂ। ਤੇਰੀ ਨਾਨੀ ਨੂੰ ਤਪਦਿਕ ਹੋ ਗਈ। ਉਹਨੇ ਸਾਨੂੰ ਬੜਾ ਕਿਹਾ, ਮਿਲਣ ਆਉਣਾ ਛੱਡ ਦਿਓ, ਤੁਹਾਡੇ ਨਿਆਣੇ ਨਿੱਕੇ ਨਿੱਕੇ ਨੇ, ਇਹ ਬਿਮਾਰੀ ਡੈਣ ਆ ਡੈਣ, ਟੱਬਰਾਂ ਦੇ ਟੱਬਰ ਨਿਕਲਦੀ ਹੈ, ਬਥੇਰੇ ਹੋ ਗਏ ਮੇਲੇ ਗੇਲੇ, ਹੁਣ ਸਬਰ ਕਰਕੇ ਘਰ ਬੈਠੋ ਆਪੋ ਆਪਣੇ। ਅਸੀਂ ਕੋਈ ਹਟਣ ਵਾਲੀਆਂ ਸਾਂ। ਮਾਂ ਨੂੰ ਨਾ ਮਿਲਣ ਦੀ ਜ਼ਿੰਦਗੀ ਨਾਲੋਂ ਤਾਂ ਮਿਲਣਾ ਤੇ ਮਰ ਜਾਣਾ 1000 ਦਰਜੇ ਚੰਗਾ। ਅੱਗੇ ਕਿਹੜਾ ਇਸ ਘਰ ਵਿੱਚ ਮੌਤ ਦਾ ਨਾਂ ਨਹੀਂ ਸੁਣਿਆ ਕਦੇ। ਤੇਰੀ ਮਾਸੀ ਨੂੰ ਤਪਦੇ ਦਾ ਰੋਗ ਲੱਗਾ, ਪਹਿਲਾਂ ਨਾਨੀ ਮਰੀ, ਫਿਰ ਤੇਰੀ ਮਾਸੀ। ਤੇਰਾ ਛੋਟਾ ਮਾਮਾ, ਤੇਰਾ ਵੀਰ ਗੁਰਦਿਆਲਿਓਂ ਬਾਂਹ ਛੁਡਾ ਕੇ ਭੱਜੇ ਜਿਵੇਂ ਕਿਸੇ ਦੀਆਂ ਗੱਲਾਂ 'ਚ ਆ ਗਏ ਹੋਣ, ਜਿਵੇਂ ਮੈਂ ਉਹਨਾਂ ਨਾਲ ਬਹੁਤ ਵੱਡੀ ਬੇਈਮਾਨੀ ਕੀਤੀ ਹੋਵੇ। ਰੱਬ ਨੂੰ ਪਤਾ ਨਹੀਂ ਕੀ ਹੋ ਗਿਆ, ਇੱਕ ਸੱਟ ਜੇ ਰਾਜੀ ਨਹੀਂ ਹੁੰਦੀ, ਦੂਜਾ ਹੋਰ ਮਾਰਦਾ। ਉਹ ਤੋਂ ਵੀ ਤਕੜੀ, ਸੱਟਾਂ ਹੀ ਸੱਟਾਂ, ਵਿਛੋੜੇ ਹੀ ਵਿਛੋੜੇ, ਦਾਗ ਤੇ ਦਾਗ। ਆਉਣ ਵਾਲੀ ਹੈ ਮੇਰੀ ਵੀ ਵਾਰੀ, ਪੁੱਛੂੰਗੀ ਜਾ ਕੇ, ਰੱਬ ਕਿਹੜਾ ਲਾਚੀਆਂ ਦਾ ਬਾਗ ਉਜਾੜਿਆ ਸੀ ਤੇਰਾ, ਕੀ ਹੱਕ ਸੀ ਤੇਰਾ ਇਹੋ ਜਿਹੀਆਂ ਸਜ਼ਾਵਾਂ ਦੇਣ ਦਾ। ਹੋਣ ਵਾਲੀਆਂ ਹਨ ਗੱਲਾਂ ਆਮੋ ਸਾਹਮਣੇ। ਸੁਨੇਹਾ ਮਿਲਿਆ, ਬੇਬੇ ਜੀ ਨੇ ਸੱਦਿਆ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਮਾਂ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ, ਮੈਂ ਉਹ ਜੰਦਰਾ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ। ਮੇਰੇ ਬੱਚੇ ਇਸ ਜੰਦਰੇ ਦੀਆਂ ਕੁੰਜੀਆਂ ਹਨ, ਤੁਹਾਡੇ ਆਉਣ ਨਾਲ ਇਹ ਜੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇ ਆ, ਇਹਨੂੰ ਫਰੋਲੇਂਗਾ ਤਾਂ ਕਈ ਕੁਝ ਮਿਲੇਗਾ, ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ, ਕੋਈ ਗਹਿਣਾ ਲੱਭ ਸਕਦਾ। ਆਖਰ ਇੱਥੇ ਇੱਕ ਦੇਸ ਵਸਦਾ ਸੀ ਕਦੇ, ਜੋ ਹੁਣ ਥੇ ਹੋ ਗਿਆ। ਕਦੀ ਕਦਾਈ ਆ ਕੇ ਇਹਨੂੰ ਫਰੋਲ ਫਰਾਲ ਜਾਇਆ ਕਰ। ਬੇਬੇ ਨੂੰ ਹੁਣ ਘੱਟ ਸੁਣਦਾ, ਘੱਟ ਦਿਸਦਾ ਹੈ। ਸਾਨੂੰ ਵੇਖ ਕੇ ਕਦੀ ਖੁਸ਼ ਹੋ ਜਾਂਦੀ ਹੈ, ਕਦੀ ਉਦਾਸ। ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ।
ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋਰ ਤੋਂ, ਗੱਲਾਂ ਕਰਦਿਆਂ ਦੇ ਤੁਹਾਡੇ ਚਿਹਰੇ ਦੇਖਦੀਆਂ, ਗੱਲ ਨਹੀਂ ਸੁਣਦੀ, ਪਰ ਪਤਾ ਲੱਗ ਜਾਂਦਾ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ। ਜਦੋਂ ਮੈਂ ਗੱਲ ਤੋਰਦਾ ਤਾਂ ਉਹਦੇ ਦਿਲ ਜਿਗਰ ਵਿਚਲੀ ਤਪਸ਼ ਤੋਂ ਕਈ ਵਾਰ ਡਰ ਵੀ ਜਾਂਦਾ। ਇਸ ਭੱਠੀ ਦਾ ਸੇਕ ਮੱਠਾ ਨਹੀਂ ਹੋਇਆ, ਗੱਲ ਛੇੜੋ ਤਾਂ ਸਹੀ। ਉਹ ਕਦੀ ਇਉਂ ਵੀ ਆਖਿਆ ਕਰਦੀ ਹੈ, ਮੇਰਾ ਸੰਸਕਾਰ ਕਰਨ ਪਿੱਛੋਂ ਕਿਤੇ ਤੀਜੇ ਦਿਨ ਫੁੱਲ ਚੁਗਣ ਨਾ ਚਲੇ ਜਾਇਓ। ਮੇਰਾ ਸਿਵਾ ਠੰਡੇ ਹੋਣ ਲਈ ਕਈ ਸਦੀਆਂ ਲੱਗਣਗੀਆਂ। ਲੱਖਾਂ ਸਾਲ ਬੀਤ ਗਏ ਹਨ। ਧਰਤੀ ਦੀ ਹਿੱਕ ਅੰਦਰ ਫੌਲਾਦ ਤੇ ਚਟਾਨਾਂ ਪਾਣੀ ਵਾਂਗ ਉਬਲ ਰਹੀਆਂ ਹਨ ਅੱਜ ਤੱਕ। ਇੱਕ ਦਿਨ ਬੇਬੇ ਨੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਹੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ, ਇੱਕ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋਵੋਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜੀ ਸੀ, ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ 'ਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਹੁਸਨਵੀਰ ਤੇ ਸੁਖਨਵੀਰ ਦੇ ਨਾਨਾ ਜੀ ਸਾਡੇ ਕੋਲ ਰਿਹਾ ਕਰਦੇ ਸਨ। ਉਹਨਾਂ ਦਾ ਆਪਣੇ ਬੇਟਿਆਂ ਦੇ ਘਰ ਨਹੀਂ, ਸਾਡੇ ਨਾਲ ਦਿਲ ਲੱਗਦਾ ਸੀ। 2-3 ਦਿਨ ਲਈ ਬੇਬੇ ਪਿੰਡੋਂ ਆਈ ਤਾਂ ਕਹਿਣ ਲੱਗੀ, ਤੂੰ ਤਾਂ ਹਰਮਿੰਦਰ, ਮੇਰੀ ਪਤਨੀ, ਹੁਸਨਵੀਰ ਦੇ ਨਾਨਾ ਜੀ ਨਾਲ ਗੱਲਾਂ ਕਿਉਂ ਨਹੀਂ ਕਰਦੇ? ਉਹ ਦੇਰ ਤੱਕ ਇਕੱਲੇ ਬੈਠੇ ਰਹਿੰਦੇ ਆ। ਮੈਂ ਕਿਹਾ, ਅਖਬਾਰ ਪੜ੍ਹ ਲੈਂਦੇ ਆ, ਕੋਈ ਖਾਸ ਨਵੀਂ ਗੱਲ ਤਾਂ ਹੈ ਨਹੀਂ ਕਰਨ ਵਾਲੀ। ਸੈਰ ਕਰ ਆਉਂਦੇ ਆ, ਹੋਰ ਕੀ ਗੱਲ ਕਰੀਏ? ਬੇਬੇ ਨੇ ਕਿਹਾ, ਤੇਰਾ ਛੋਟਾ ਮੁੰਡਾ ਸਾਲਕ ਦਾ ਹੈ, ਇਹਦੇ ਨਾਲ ਸਾਰਾ ਦਿਨ ਕਿਵੇਂ ਗੱਲਾਂ ਕਰੀ ਜਾਂਦੇ? ਇਹਨੂੰ ਦੱਸਣ ਜਾਂ ਪੁੱਛਣ ਵਾਸਤੇ ਕਿਹੜੀ ਨਵੀਂ ਗੱਲ ਹੈ ਤੁਹਾਡੇ ਕੋਲ? ਤੁਸੀਂ ਇਸ ਬੱਚੇ ਨਾਲ ਗੱਲਾਂ ਕਰੀ ਜਾਂਦੇ ਹੋ ਕਿਉਂਕਿ ਤੁਸੀਂ ਇਹਨੂੰ ਪਿਆਰ ਕਰਦੇ ਹੋ। ਜਿਹਨੂੰ ਪਿਆਰ ਕਰੀਏ ਉਹਦੀ ਹਰੇਕ ਗੱਲ ਨਵੀਂ ਲੱਗਦੀ ਹੁੰਦੀ ਹੈ ਤੇ ਪਿਆਰੀ ਵੀ। ਨਵੀਆਂ ਪੁਰਾਣੀਆਂ ਗੱਲਾਂ ਦਾ ਬਹਾਨਾ ਕਿਉਂ ਕਰਦੇ ਹੋ? ਇਹ ਕਹੋ ਕਿ ਬਾਪੂ ਜੀ ਨੂੰ ਪਿਆਰ ਨਹੀਂ ਕਰਦੇ। ਮੈਂ ਤਾਂ ਕਟਰੂਆਂ ਬਛਰੂਆਂ ਨਾਲ ਗੱਲਾਂ ਕਰੀ ਜਾਇਆ ਕਰਦੀ ਸੀ, ਤੁਸੀਂ ਬੰਦਿਆਂ ਨਾਲ ਗੱਲ ਕਰਕੇ ਰਾਜੀ ਨਹੀਂ। ਗੁਰੂ ਮਹਾਰਾਜ ਅਣਜਾਣੇ ਦੇਸਾਂ 'ਚ ਅਣਜਾਣ ਲੋਕਾਂ ਨਾਲ ਗੱਲਾਂ ਕਰਨ ਗਏ ਤੇ ਉਹਨਾਂ ਦੇ ਦੁੱਖ ਸੁਣੇ ਤਾਂ ਤੁਸੀਂ ਜਾਣਕਾਰਾਂ ਨੂੰ ਬੁਲਾ ਕੇ ਰਾਜੀ ਨਹੀਂ। ਰੱਬ ਨੂੰ ਤੁਹਾਡਾ ਇਹ ਸੁਭਾਅ ਪਸੰਦ ਨਹੀਂ ਹੈ। ਮਹਿੰਦਰਾ ਕਾਲਜ ਪੜ੍ਹਨ ਜਾਣ ਲਈ ਮੈਂ ਆਪਣੀ ਜਮਾਤੀ ਅਜੀਤ ਨੂੰ ਵੀ ਮਨਾ ਲਿਆ। ਉਹ ਤਾਂ ਮੰਨਿਆ ਮਨਾਇਆ ਹੀ ਸੀ, ਕਹੋ ਕਿ ਉਹਦੇ ਮਾਪਿਆਂ ਨੂੰ ਮਨਾ ਲਿਆ। ਉਹਨਾਂ ਦੇ ਘਰ ਵੀ ਤੰਗੀ ਸੀ ਸਾਡੇ ਵਾਂਗ। ਬਾਪੂ ਕਿਸੇ ਦੇ ਆਰੇ ਉੱਪਰ ਮੁਲਾਜ਼ਮ ਸੀ ਤੇ ਮਾਂ ਲੋਕਾਂ ਦੇ ਕੱਪੜੇ ਸਿਉਂਦੀ। ਮਹਿੰਦਰਾ ਕਾਲਜ 'ਚ ਪੜ੍ਹਦਿਆਂ ਪਹਿਲੀਆਂ 2 ਪੋਜੀਸ਼ਨਾਂ ਸੀ, ਕਿਸੇ ਤੀਜੇ ਕੋਲ ਨਹੀਂ ਜਾਣ ਦਿੱਤੀਆਂ। ਉਹ ਫਸਟ ਆਉਂਦਾ ਤੇ ਮੈਂ ਸੈਕਿੰਡ, ਜਾਂ ਮੈਂ ਫਸਟ ਹੁੰਦਾ ਉਹ ਸੈਕਿੰਡ। ਮਹੀਨੇ ਬਾਅਦ ਜਦੋਂ ਘਰ ਜਾ ਕੇ ਆਉਂਦਾ ਤਾਂ ਕੁਝ ਨੋਟ ਹੁੰਦੇ ਤੇ ਬਾਕੀ ਕਾਫੀ ਸਾਰੀ ਭਾਨ ਹੁੰਦੀ। ਉਹ ਦੱਸਦਾ ਕਿ ਨੋਟ ਬਾਪੂ ਦਿੰਦਾ ਤੇ ਬੇਬੇ ਭਾਨ। ਇਹ ਉਹ ਭਾਨ ਹੈ ਜਿਹੜੀ ਜਦੋਂ ਬੇਬੇ ਸਬਜ਼ੀ ਲੈਣ ਲੱਗੀ ਨੋਟ ਸਬਜ਼ੀ ਵਾਲੇ ਨੂੰ ਫੜਾਉਂਦੀ ਹੈ, ਉਹ ਕੁਝ ਭਾਨ ਵਾਪਸ ਕਰਦਾ ਹੈ। ਸਿਲਾਈ ਵਾਸਤੇ ਜੇ ਕੋਈ ਨੋਟ ਦੇ ਜਾਂਦਾ ਤਾਂ ਬਾਪੂ ਨੂੰ ਫੜਾ ਦਿੰਦੀ ਹੈ ਤੇ ਭਾਨ ਥੈਲੀ 'ਚ। ਸਭ ਤੋਂ ਚੋਰੀ ਅੱਖ ਬਚਾ ਕੇ ਮੈਨੂੰ ਆਉਣ ਲੱਗਿਆ ਉਹ ਸਾਰੀ ਭਾਨ ਫੜਾ ਦਿੰਦੀ ਹੈ। ਇਹ ਪੰਜੀਆਂ, ਦਸੀਆਂ, ਚੁਆਨੀਆਂ, ਅਠਿਆਨੀਆਂ ਸਭ ਚੋਰੀ ਦਾ ਮਾਲ ਹੈ। ਇਹ ਦੱਸਦਿਆਂ ਅਜੀਤ ਦੀਆਂ ਅੱਖਾਂ 'ਚ ਛਲਕ ਪੈਂਦੀਆਂ ਤੇ ਆਖਦਾ, ਜੇ ਹੁਣ ਨਾ ਪੜ੍ਹੇ ਆਪਾਂ ਠੀਕ ਢੰਗ ਨਾਲ ਤਾਂ ਪਾਪ ਬਹੁਤ ਵੱਡਾ ਲੱਗੇਗਾ। ਉਹ ਏਅਰਫੋਰਸ 'ਚ ਪਾਇਲਟ ਅਫਸਰ ਭਰਤੀ ਹੋਇਆ ਤੇ ਹੁਣ ਤੱਕ 2 ਰਾਸ਼ਟਰਪਤੀ ਮੈਡਲ ਪ੍ਰਾਪਤ ਕਮਾਂਡਿੰਗ ਅਫਸਰ ਹੈ। ਇਹਨਾਂ ਮਾਵਾਂ ਨੇ ਪੈਸੇ ਦਿੱਤੇ, ਦੁਆਵਾਂ ਦਿੱਤੀਆਂ ਤੇ ਹੰਝੂਆਂ ਨਾਲ ਸਾਡੇ ਪਾਪ ਧੋਏ। ਇਸ ਗੱਲ ਨੂੰ ਵਿਕਟਰ ਹਿਊਗੋ ਫਾਂਸੀ ਨਾਵਲ 'ਚ ਕੁਝ ਹੋਰ ਢੰਗ ਨਾਲ ਲਿਖਦਾ ਹੈ। ਇੱਕ ਜਵਾਨ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ। ਉਹ ਉੱਪਰਲੀ ਅਦਾਲਤ ਅੱਗੇ ਰਹਿਮ ਦੀ ਅਪੀਲ ਕਰਦਿਆਂ ਆਖਦਾ, ਜੱਜ ਸਾਹਿਬ, ਮੇਰੇ ਉੱਪਰ 3 ਜਣੀਆਂ ਆਸ਼ਰਿਤ ਹਨ, ਇੱਕ ਮਾਂ, ਇੱਕ ਪਤਨੀ, ਤੀਜੀ ਨਿੱਕੀ ਬੇਟੀ। ਮਾਂ ਦਾ ਮੈਨੂੰ ਫਿਕਰ ਨਹੀਂ ਕਿਉਂਕਿ ਬਹੁਤ ਬਿਰਧ ਹੈ। ਇੱਧਰੋਂ ਮੇਰੀ ਫਾਂਸੀ ਲਟਕੇ ਦੀ ਖਬਰ ਸੁਣੇਗੀ, ਉੱਧਰੋਂ ਉਹਦੇ ਸਾਹਾਂ ਦੀ ਸੰਗਲੀ ਟੁੱਟ ਜਾਏਗੀ। ਪਤਨੀ ਜਵਾਨ ਹੈ, ਕੁਝ ਦੇਰ ਰੋ ਧੋ ਕੇ ਸਬਰ ਕਰ ਲਏਗੀ, ਹੋ ਸਕਦਾ ਦੁਬਾਰਾ ਵਿਆਹ ਕਰਵਾ ਲਏ। ਉਸ ਵੱਲੋਂ ਵੀ ਮੈਂ ਵਧੀਕ ਫਿਕਰਮੰਦ ਨਹੀਂ। ਬਹੁਤਾ ਫਿਕਰ ਮੈਨੂੰ ਆਪਣੀ ਧੀ ਦਾ ਹੈ। ਮਾਪਿਆਂ ਦੇ ਹੁੰਦਿਆਂ ਕੁੜੀਆਂ ਲੱਖ ਮਾੜੀਆਂ ਹੋਣ, ਦੁੱਧ ਧੋਤੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਦੇ ਮਾਪੇ ਨਾ ਹੋਣ ਉਹ ਪੋਤੜਿਆਂ ਵਿੱਚ ਵੀ ਵਿਗੜੀਆਂ ਹੋਈਆਂ ਮੰਨੀਆਂ ਜਾਂਦੀਆਂ ਹਨ। ਬੇਬੇ ਨੂੰ ਜਪਜੀ ਸਾਹਿਬ ਯਾਦ ਸੀ। ਗੁਰਦੁਆਰੇ 'ਚ ਗੁਰਮੁਖੀ ਪੜ੍ਹਨੀ ਸਿੱਖੀ ਸੀ, ਜਿਸ ਕਰਕੇ ਲਿਖਤਾ ਨਹੀਂ ਪੜ੍ਹ ਠੀਕ ਲੈਂਦੀ ਸੀ। ਧਾਰਾਂ ਚੋਣ, ਦੁੱਧ ਰਿੜਕਣ ਜਾਂ ਚੱਕੀ ਝੋਣ ਵਕਤ ਜਪਜੀ ਦਾ ਪਾਠ ਹੁੰਦਾ ਰਹਿੰਦਾ। ਜਪਜੀ ਦੇ ਬੋਲਾਂ ਨਾਲ ਹੀ ਸਾਡੀ ਨੀਂਦ ਖੁੱਲ੍ਹਦੀ। ਆਵਾਜ਼ ਸੁਰੀਲੀ ਵੀ ਸੀ ਤੇ ਦਮਦਾਰ ਵੀ। ਵਿਆਹ ਦੇ ਗੀਤ ਨਾਲ ਗੁਆਂਢੀ ਪਿੰਡ 'ਚ ਸੁਣਾਈ ਦਿੰਦੇ। ਆਸਾ ਦੀ ਵਾਰ 'ਚ ਰਾਗੀ ਸੁਰਜਨ ਸਿੰਘ ਜੀ ਨੇ ਇੱਕ ਸ਼ਬਦ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ ਗਾਇਆ। ਜਿਉ ਜੀ ਬੇਬਲਤਾ ਇਸ ਸ਼ਬਦ ਵਿਚਲੀਆਂ ਧੁਨਾਂ ਦੀ ਹੈ,
ਉਹਨਾਂ ਧੁਨਾਂ 'ਚ ਅਸੀਂ ਜਪਜੀ ਦਾ ਪਾਠ ਬੇਬੇ ਤੋਂ ਸੁਣ ਸੁਣ ਵੱਡੇ ਹੋਏ। ਜੂੜਾ ਕਰਨ ਵੇਲੇ ਜਦੋਂ ਮੇਰੇ ਵਾਲ ਵਾਹੁੰਦੀ ਤਾਂ ਇਹ ਗੀਤ ਗਾਉਂਦੀ ਹੁੰਦੀ, ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਜਿਸ ਔਰਤ ਦੀ ਆਵਾਜ਼ ਦਬਦੀ ਦਿਸਦੀ, ਵਿਆਹ 'ਚ ਉਸ ਨਾਲ ਜੋੜੀ ਨਾ ਬਣਾਉਂਦੀ। ਜਿਸ ਨਾਲ ਸੁਰ ਮਿਲ ਜਾਂਦਾ, ਉਸ ਨਾਲ ਰਲ ਕੇ ਗਾਉਂਦੀ ਤਾਂ ਟਿਕੀ ਰਾਤ 'ਚ ਧੁਨਾਂ ਗੂੰਜਦੀਆਂ। ਚੰਦ ਚੜ੍ਹ ਗਿਆ ਨੀ ਅੜੀਓ ਕਿੱਕਰਾਂ ਦੇ ਸਿਖਰੀ, ਵੀਰ ਫਿਰਦਾ ਨੀ ਅੜੀਓ ਭਾਬੋ ਦੀ ਫਿਕਰੀ। ਉਹਨੂੰ ਸਾਨੂੰ ਕਦੀ ਬੇਟਾ ਜਾਂ ਪੁੱਤਰ ਕਹਿ ਕੇ ਨਹੀਂ ਸੀ ਬੁਲਾਇਆ, ਵੀਰ ਕਿਹਾ ਕਰਦੀ ਸੀ। ਪੁੱਤਰ ਕਹਿਣ ਲੱਗੇ ਸੰਗ ਜਾਂਦੀ। ਕਦੀ ਕਦੀ ਬੁੜਬੁੜ ਕਰਦੀ, ਕੀ ਹੋ ਗਿਆ ਇਹਨਾਂ ਛੋਕਰੀਆਂ ਨੂੰ, ਦੇਖਿਆ ਜਵਾਕਾਂ ਨੂੰ ਬੁਲਾਉਣ ਲੱਗਿਆਂ ਕਿਵੇਂ ਬੇਟਾ ਬੇਟਾ ਪੁੱਤ ਪੁੱਤ ਦੀ ਰੱਟ ਲਾਉਂਦੀਆਂ ਨੇ, ਸ਼ਰਮ ਨਹੀਂ ਆਉਂਦੀ। ਕੱਲ ਜੁਗਣ ਅਣਜਾਣ ਉਮਰੇ ਅਸੀਂ ਕਦੀ ਕਦਾਈ ਸਿੱਖ ਇਤਿਹਾਸ ਜਾਂ ਸਾਖੀਆਂ ਦਾ ਮਜ਼ਾਕ ਉਡਾਉਂਦੇ। ਇੱਕ ਦਿਨ ਸਾਨੂੰ ਸਾਰਿਆਂ ਨੂੰ ਇਕੱਠੇ ਬੁਲਾ ਲਿਆ, ਬੈਠਣ ਲਈ ਕਿਹਾ, ਫਿਰ ਬੋਲੀ, ਜ਼ਰੂਰੀ ਗੱਲ ਹੈ, ਮੰਨਣੀ ਪਏਗੀ। ਤੁਹਾਨੂੰ ਇੱਕ ਰਿਆਇਤ ਦੇਣੀ ਹੈ, ਇੱਕ ਪਾਬੰਦੀ ਲਾਉਣੀ ਹੈ। ਰਿਆਇਤ ਇਹ ਹੈ ਕਿ ਰੱਬ ਬਾਰੇ ਤੁਹਾਡੇ ਮਨ 'ਚ ਜੋ ਉਲ ਜਲੂਲ ਗੱਲਾਂ ਆਉਂਦੀਆਂ ਨੇ, ਕਰੀ ਚੱਲੋ। ਮੈਂ ਰੱਬ ਨੂੰ ਨਹੀਂ ਜਾਣਦੀ, ਕੀ ਪਤਾ ਉਹੋ ਜਿਹਾ ਹੀ ਹੋਵੇ ਜਿਹੋ ਜਿਹਾ ਤੁਹਾਡੇ ਮਨ 'ਚ ਹੈ। ਗੁਰੂ ਸਾਹਿਬਾਨ ਨੂੰ ਮੈਂ ਜਾਣਦੀ ਹਾਂ, ਉਹਨਾਂ ਬਾਬਤ ਹਲਕੀ ਗੱਲ ਜੇ ਕਦੀ ਹਾਸੇ 'ਚ ਵੀ ਕਰ ਲਈ ਤਾਂ ਮੈਥੋਂ ਬੁਰਾ ਕੋਈ ਨਹੀਂ। ਸਮਝ ਗਏ ਨਾ ਗੱਲ ਸਾਰੇ ਜਣੇ? ਅਸੀਂ ਸਮਝ ਗਏ ਸਭ ਕੁਝ। ਵੱਡੇ ਭਰਾ ਗੁਰਦਿਆਲ ਸਿੰਘ ਦੀ ਸੁਰ ਆਪਣੀ ਪਤਨੀ ਨਾਲ ਨਹੀਂ ਮਿਲਦੀ ਸੀ। ਉਹਦਾ ਇੱਕੋ ਇੱਕ ਬੇਟਾ ਸੁਖਬੀਰ ਸਕੂਲ ਵੇਲੇ ਤੋਂ ਤੀਖਣ ਬੁੱਧ ਤੇ ਮਿਹਨਤੀ ਮੁੰਡਾ ਸੀ। ਭਰਾ ਭਰਜਾਈ ਦਾ ਆਪਸ 'ਚ ਤਕਰਾਰ ਹੋ ਜਾਂਦਾ ਤਾਂ ਮਾਂ ਆਖਿਆ ਕਰਦੀ, ਔਰਤ ਮਰਦ ਦੇ ਝਗੜੇ ਝੇੜੇ ਹੁੰਦੇ ਹੀ ਰਹਿੰਦੇ ਨੇ, ਇਸ ਗੱਲ ਦੀ ਮੈਨੂੰ ਚਿੰਤਾ ਨਹੀਂ। ਚਿੰਤਾ ਦੀ ਗੱਲ ਇਹ ਹੈ ਕਿ ਮੇਰਾ ਇਹ ਵੱਡਾ ਬੇਟਾ ਅਖੀਰ ਵਿੱਚ ਇਕੱਲਾ ਰਹਿ ਜਾਏਗਾ, ਤਾਂ ਮੈਂ ਰੋਂਦੀ ਹਾਂ। ਮੈਂ ਕਿਹਾ, ਇਕੱਲਾ ਕਿਉਂ ਰਹੇਗਾ? ਸੁਖਬੀਰ ਹੈ ਤਾਂ ਪੜ੍ਹੇਗਾ, ਵੱਡਾ ਹੋਏਗਾ, ਉਹਨੂੰ ਵਿਆਹਾਂਗੇ, ਸਭ ਠੀਕ ਹੋਏਗਾ। ਬੇਬੇ ਨੇ ਕਿਹਾ, ਤੈਨੂੰ ਪਤਾ ਨਹੀਂ, ਸੁਖਬੀਰ ਵੱਡਾ ਹੋ ਕੇ ਜਦੋਂ ਫੈਸਲੇ ਕਰਨ ਜੋਗਾ ਹੋਏਗਾ ਤਾਂ ਮਾਂ ਦੇ ਹੱਕ 'ਚ ਭੁਗਤੇਗਾ। ਮੈਂ ਕਿਹਾ, ਬਾਈ ਜੀ ਵੱਡੇ ਤੀਖਣ ਦਿਮਾਗ ਵਾਲੇ ਹਨ, ਉਹੋ ਜਿਹਾ ਤਿੱਖਾ ਸੁਖਬੀਰ ਹੈ। ਉਹਦੀ ਅਨਪੜ੍ਹ ਮਾਂ ਸਿੱਧਰੀ ਹੈ, ਉਹ ਆਪਣੇ ਪਾਪਾ ਦਾ ਨਿਰਾਦਰ ਕਿਵੇਂ ਕਰ ਸਕਦਾ? ਮਾਂ ਬੋਲੀ, ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਬਛਰੂ ਗਾਂ ਵੱਲ ਦੌੜਦਾ ਹੈ, ਇੱਥੇ ਸਮਝ ਬੇਸਮਝ ਦਾ ਕੋਈ ਅਰਥ ਨਹੀਂ। ਮਾਂ ਨਾ ਕਦੀ ਸਿੱਧਰੀ ਹੁੰਦੀ ਹੈ ਤੇ ਨਾ ਕਸੋਹਣੀ। ਸੰਤਾਨ ਲਈ ਮਾਂ ਤੋਂ ਵੱਡੀ ਮਹਾਰਾਣੀ ਕੋਈ ਨਹੀਂ ਹੁੰਦੀ। ਦੇਖਦਾ ਜਾਈਂ ਤੂੰ, ਇਸ ਕਲੇਸ਼ 'ਚ ਆਪਣੀ ਮਾਂ ਨੂੰ ਕੱਢ ਕੇ ਲੈ ਜਾਏਗਾ ਤੇ ਤੇਰਾ ਵੱਡਾ ਸਿਆਣਾ ਭਰਾ ਆਪਣੀ ਸਿਆਣਪ ਨਾਲ ਇਕੱਲਾ ਰਹਿ ਜਾਏਗਾ, ਇੱਕਦਮ ਇਕੱਲਾ। ਅਸੀਂ ਜਿੰਨਾ ਚਿਰ ਮਾਂ ਪਿਓ ਹਾਂ, ਓਨਾ ਚਿਰ ਉਹ ਤੁਹਾਨੂੰ ਸਾਨੂੰ ਮਿਲਣ ਆਉਂਦਾ ਹੈ, ਫਿਰ ਉਹਦਾ ਕੋਈ ਤੇ ਕਿਸੇ ਦਾ ਉਹ ਕੁਝ ਨਹੀਂ ਲੱਗੇਗਾ। ਇਹ ਆਖਦਿਆਂ ਉਹਦੀਆਂ ਅੱਖਾਂ ਛਲਕ ਆਉਂਦੀਆਂ। ਅਸੀਂ ਸਾਰੇ ਹੱਸਣ ਲੱਗ ਜਾਂਦੇ ਤੇ ਇੱਕ ਦੂਜੇ ਨੂੰ ਆਖਦੇ, ਬੇਬੇ ਕੋਲ ਜੇ ਰੋਣ ਧੋਣ ਦਾ ਕੋਈ ਹੋਰ ਬਹਾਨਾ ਨਾ ਵੀ ਹੋਵੇ ਤਾਂ ਫਰਜ਼ੀ ਕਹਾਣੀ ਆਪਣੇ ਰੋਣ ਲਈ ਜ਼ਰੂਰ ਕੱਢਦੀ ਹੈ। ਇਹ ਗੱਲਾਂ 25 ਸਾਲ ਪਹਿਲਾਂ ਦੀਆਂ ਹਨ। ਮਾਂ ਅਜੇ ਜਿਉਂਦੀ ਹੈ, ਉਵੇਂ ਹੋਇਆ ਜਿਵੇਂ ਉਹ ਦੱਸਦੀ ਹੁੰਦੀ ਸੀ। ਭਤੀਜਾ ਮਾਂ ਨੂੰ ਨਾਲ ਲੈ ਕੇ ਅਮਰੀਕਾ 'ਚ ਆਬਾਦ ਹੋ ਗਿਆ ਤੇ ਭਰਾ ਨੂੰ ਬਿਲਕੁਲ ਭੁੱਲ ਗਿਆ। ਮੇਰੇ ਇਸ ਭਰਾ ਕੋਲ ਹਰ ਸੁੱਖ ਸੁਵਿਧਾ ਤੇ ਮਾਨ ਸਨਮਾਨ ਮੌਜੂਦ ਸੀ। ਇਕੱਲਤਾ ਦਾ ਸਦਮਾ ਬਰਦਾਸ਼ਤ ਨਾ ਕਰਦਾ ਹੋਇਆ ਦਿਮਾਗ ਦੀ ਨਾੜੀ ਫਟਣ ਨਾਲ ਉਹ ਇਸ ਸੰਸਾਰ ਤੋਂ ਕੂਚ ਕਰ ਗਿਆ। ਮੇਰਾ ਇਹ ਕੋਈ ਦਾਅਵਾ ਨਹੀਂ ਹੈ ਕਿ ਸਾਡੀਆਂ ਮਾਵਾਂ ਭਵਿੱਖਬਾਣੀਆਂ ਕਰ ਸਕਦੀਆਂ ਹਨ। ਜੀਵਨ ਨੂੰ ਉਹਨਾਂ ਨੇ ਇੰਨੀ ਨੇੜਿਓਂ ਦੇਖਿਆ ਕਿ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਘਟਨਾਵਾਂ ਦੇ ਦਰਿਆ ਕਿਸ ਪਾਸੇ ਮੁੜਨਗੇ, ਕਿਸ ਕਿਸ ਨੂੰ ਡੋਬਣਗੇ, ਕਿਸ ਕਿਸ ਨੂੰ ਤਾਰਨਗੇ। ਵੱਡੇ ਭਰਾ ਦੀ ਮੌਤ ਹੋਈ। ਰਿਸ਼ਤੇਦਾਰ ਆਉਂਦੇ, ਪੁੱਛਦੇ ਕੀ ਹੋਇਆ ਤਾਂ ਬੇਬੇ ਆਖਦੀ, ਹੋਣਾ ਕੀ ਸੀ, ਧੋਖਾ ਹੋ ਗਿਆ ਮੇਰੇ ਨਾਲ। ਕਿਵੇਂ ਜੀਵਾਂ ਉਸ ਬਗੈਰ? ਕਿਉਂ ਕੀਤਾ ਉਹਨੇ ਮੇਰੇ ਨਾਲ ਦਗਾ? ਕੋਈ ਪਤਾ ਨਹੀਂ। ਮੈਂ ਉਸ ਨਾਲ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਹਾਂ ਹੁਣ ਵੀ। ਫਰਕ ਇੰਨਾ ਕੁ ਹੈ ਕਿ ਮੇਰੀਆਂ ਜਿਹੜੀਆਂ ਗੱਲਾਂ ਦੇ ਜਵਾਬ ਉਹਨੇ ਦੇਣੇ ਹੁੰਦੇ, ਉਹ ਜਵਾਬ ਵੀ ਆਪ ਦਿੰਦੀ ਹਾਂ। ਉਹਦੀ ਥਾਂ ਔਖਾ ਕੰਮ ਛੇੜ ਗਿਆ ਮੇਰੇ ਲਈ। ਉਹਦੀ ਥਾਂ ਕਿਵੇਂ ਤੇ ਕਿੰਨਾ ਕੁ ਚਿਰ ਦਿਆਂਗੀ ਉਹਦੇ ਜਵਾਬ। ਬਹੁਤ ਵਰ੍ਹੇ ਪਹਿਲਾਂ ਵੱਡੀ ਮਾਮੀ ਮੇਰੇ ਪਿੰਡ ਆਈ, ਬੇਬੇ ਦੇ ਚਰਨੀ ਹੱਥ ਲਾਏ, ਰਾਜੀ ਖੁਸ਼ੀ ਖੈਰ ਸੁੱਖ ਦੱਸੀ। ਕਹਿਣ ਲੱਗੀ, ਨਣਦੇ ਕੰਮ ਆਈਆਂ ਇੱਕ, ਤੇਰਾ ਭਾਈ ਦੂਜਾ ਵਿਆਹ ਕਰਾਉਣ ਨੂੰ ਫਿਰਦਾ, ਉਹਨੂੰ ਰੋਕ। ਉਹਦਾ ਆਪਣੀਆਂ ਅੱਖਾਂ ਉੱਪਰ ਵੱਸ ਨਾ ਰਿਹਾ। ਬੇਬੇ ਨੇ ਕਿਹਾ, ਚੱਲਦੀਆਂ। ਉਹਦੀ ਇਹ ਮਜ਼ਾਕ। ਦੋਵੇਂ ਜਣੀਆਂ ਨਾਨਕੇ ਚਲੀਆਂ ਗਈਆਂ। ਮਾਮਾ ਜੀ ਨੂੰ ਕਿਹਾ, ਇਹ ਕੰਮ ਨਾ ਕਰੀ ਬਾਈ, ਤੇਰੇ ਮੇਰੇ ਬੱਚਿਆਂ 'ਚ ਕੀ ਫਰਕ? ਬਹੁਤ ਉਦਰੇਵਾਂ ਹੋਇਆ ਤਾਂ ਆਪਦੇ ਇੱਕ ਭਾਣਜੇ ਨੂੰ ਲਿਆ ਘੱਗੇ ਤੋਂ, ਚਾਹੇ ਬਲ ਤੋਂ। ਉਹ ਚੁੱਪ ਕਰਕੇ ਖੇਤ ਚਲਾ ਗਿਆ। ਬੇਬੇ ਕਈ ਦਿਨ ਨਾਨਕੇ ਬੈਠੀ ਰਹੀ। ਇੱਕ ਦਿਨ ਮਾਮਾ ਜੀ ਨੇ ਕਿਹਾ, ਬੇਬੇ ਤੇਰੇ ਨਿਆਣੇ ਬਾਹਲੇ ਉੱਧਰ ਜਾਂਦੇ ਨੇ ਤੇਰੇ ਬਿਨਾਂ, ਹੁਣ ਤੂੰ ਪਿੰਡ ਜਾ। ਬੇਬੇ ਨੇ ਕਿਹਾ, ਕਿਵੇਂ ਜਾਵਾਂ, ਤੇਰੇ ਤੋਂ ਹਾਂ ਨਾ ਲੈ ਕੇ ਜਾਊਂਗੀ।
ਨਹੀਂ ਬੈਠੀ ਆ। ਮਾਮਾ ਜੀ ਹੱਸ ਪਏ। ਕੋਈ ਲਿਖਤ ਕਰਨੀ ਆ ਅਸ਼ਟਾਮ ਤੇ? ਬੇਬੇ ਨੇ ਕਿਹਾ, ਅਸ਼ਟਾਮਾਂ ਉੱਪਰ ਲਿਖੇ ਕਰਾਰ ਖੱਲਾਂ ਖੂੰਜਿਆਂ 'ਚ ਰੁਲਦੇ ਫਿਰਦੇ ਦੇਖੇ ਆ। ਤੇਰੀ ਮੇਰੀ ਗੱਲ ਜ਼ਬਾਨੀ ਠੀਕ ਹੈ, ਆਪਣੇ ਵਾਲੀ ਹੁੰਡੀ ਮੂੰਹ ਜ਼ਬਾਨੀ ਚੱਲਦੀ ਹੈ। ਬੇਬੇ ਖੁਸ਼ੀ ਖੁਸ਼ੀ ਵਾਪਸ ਪਿੰਡ ਆਈ। ਮਾਮਾ ਜੀ ਨੇ ਦੂਜੇ ਵਿਆਹ ਦਾ ਨਾਂ ਨਹੀਂ ਲਿਆ। ਮਾਸੀ ਦੇ ਮੁੰਡੇ ਦਾ ਨਾਂ ਲਾਭ ਸਿੰਘ ਹੈ। ਬੱਸ ਵਿੱਚ ਸਫ਼ਰ ਕਰਦਿਆਂ ਉਹਨੇ ਦੇਖਿਆ ਕਿ ਨਾਲ ਦੀ ਸੀਟ ਉੱਪਰ ਬੈਠਾ ਜਵਾਨ ਕਦੀ ਕਦੀ ਰੋਣ ਲੱਗ ਜਾਂਦਾ ਹੈ, ਚੋਰੀ ਚੁਪਕੇ। ਲਾਭ ਸਿੰਘ ਨੇ ਪੁੱਛਿਆ, ਕੀ ਹੋਇਆ ਵੀਰ, ਕਿਉਂ ਦਲਗੀਰ ਹੋਇਆ? ਉਹਨੇ ਕਿਹਾ, ਮੈਂ ਫੌਜੀ ਹਾਂ, ਪਲਟਨ 'ਚ ਤਾਰ ਗਈ ਕਿ ਮਾਂ ਮਰ ਗਈ ਹੈ ਮੇਰੀ, ਪਿੰਡ ਜਾ ਰਿਹਾ, ਦਿਲ ਨਹੀਂ ਖੜਦਾ ਮੇਰਾ। ਲਾਭ ਸਿੰਘ ਨੇ ਕਿਹਾ, ਨਿੱਕਾ ਜਿਹਾ ਸੀ ਮੇਰਾ ਬਾਪੂ ਜਦ ਉਹਦੀ ਮਾਂ ਮਰੀ, ਰੁਲਦਾ ਖੁੱਲਦਾ ਪਤਾ ਨਹੀਂ ਕਿਵੇਂ ਪਲ ਗਿਆ। ਮੈਂ ਤੇ ਮੇਰੇ ਭਾਈ ਭੈਣ ਨਿੱਕੇ ਨਿੱਕੇ ਸਾਂ ਜਦੋਂ ਮਾਂ ਸਾਨੂੰ ਸਤਿ ਸ੍ਰੀ ਅਕਾਲ ਕਹਿ ਕੇ ਤੁਰ ਗਈ। ਹੁਣ ਮੇਰੇ ਮੁੰਡੇ ਦੀ ਮਾਂ ਚੱਲ ਵਸੀ ਹੈ ਨਿੱਕੇ ਜਿਹੇ ਨੂੰ ਛੱਡ ਕੇ। ਮੁੰਡਾ ਪੈਰ ਪੈਰ ਕੰਧਾਂ ਗੁਹਾਰਿਆਂ ਦਰਖਤਾਂ ਨਾਲ ਲੱਗਾ ਖੜਾ ਰਹਿੰਦਾ ਚੁੱਪਚਾਪ। ਕਈ ਵਾਰ ਕਿਹਾ, ਬਈ ਹੁਣ ਕਿਹਦੇ ਆਉਣ ਦੇ ਕਦਮਾਂ ਦਾ ਖੜਾਕ ਸੁਣੇਗਾ ਮੁੰਡਿਆ? ਤੇਰਾ ਜਿਹੜਾ ਖਜ਼ਾਨਾ ਜਵਾਨ ਉਮਰੇ ਖੁੱਸਿਆ ਸਾਡੇ ਸਾਰੇ ਖਾਨਦਾਨ ਦੇ ਬਚਪਨ 'ਚ ਨਹੀਂ ਰਿਹਾ। ਫਿਰ ਮਰ ਗਏ ਅਸੀਂ, ਤੇਰੇ ਸਾਹਮਣੇ ਆਰਾਮ ਨਾਲ ਬੈਠਾ ਗੱਲਾਂ ਕਰ ਰਿਹਾ ਕਿ ਮੈਂ ਨਹੀਂ ਕਿ ਨਹੀਂ। ਰੱਬ ਦਾ ਨਾਂ ਲੈ ਵੀਰ। ਨਿਹੰਗ ਮਾਮਾ ਦੇ ਘਰ 2 ਬੇਟੀਆਂ ਸਨ। ਇੱਕ ਦਿਨ ਕੋਈ ਔਰਤ ਕਹਿ ਬੈਠੀ, ਰੱਬਾ ਕੀ ਹੋਇਆ ਤੈਨੂੰ? ਚਾਹੇ ਕਾਣਾ ਲੰਗੜਾ ਟੁੰਡਾ ਦੇ ਦਿੰਦਾ, ਰਾਮਸੂ ਦੇ ਘਰ ਵੀ ਇੱਕ ਮੁੰਡਾ ਦੇ ਦਿੰਦਾ। ਮਾਮਾ ਜੀ ਗੁੱਸੇ ਹੋਏ, ਕਿਉਂ? ਰੱਬ ਦੀ ਦੁਕਾਨ 'ਚ ਸਪੇਅਰ ਪਾਰਟ ਮੁੱਕ ਗਏ, ਜੇ ਦੇਣਾ ਹੁੰਦਾ ਸਹੀ ਰਾਜਕੁਮਾਰ ਦਿੰਦਾ। ਉਹਦੀ ਮਰਜ਼ੀ ਨਹੀਂ ਹੈ ਤਾਂ ਠੀਕ ਹੈ। ਖਬਰਦਾਰ ਜੇ ਕਿਸੇ ਨੇ ਫਜ਼ੂਲ ਗੱਲ ਆਖੀ। ਮਾਮਾ ਮਾਮੀ ਦੋਹੇ ਧੀਆਂ ਨੂੰ ਦੇਖ ਦੇਖ ਜਿਉਂਦੇ। ਵੱਡੀ ਨੂੰ ਘੋੜ ਸਵਾਰੀ ਸਿਖਾਈ, ਰਿਵਾਲਵਰ ਬੰਦੂਕ ਚਲਾਉਣੇ ਸਿਖਾਏ। ਉਹਦੇ ਅੱਗੋਂ ਪਲੇਠੀਆਂ 2 ਧੀਆਂ ਹੋਈਆਂ ਤੇ ਪੁੱਤਰ ਦੇ ਜਨਮ ਪਿੱਛੋਂ ਚੱਲ ਵਸੀ। ਛੋਟੀ ਧੀ 3 ਸਾਲ ਦੀ ਸੀ ਤੇ ਵੱਡੀ 5 ਕੁ ਦੀ ਹੋਏਗੀ। ਮਾਮਾ ਮਾਮੀ ਦੇ ਚਿਹਰਿਆਂ ਉੱਪਰ ਬੈਠਾ ਹਨੇਰਾ ਦੇਖ ਕੇ ਹੌਲ ਪੈਂਦਾ ਸੀ। ਨਿੱਕੀਆਂ ਕੁੜੀਆਂ ਹਰੇਕ ਨੂੰ ਪੁੱਛਦੀਆਂ ਫਿਰਦੀਆਂ ਸਨ, ਮੰਮੀ ਕਿੱਥੇ ਹੈ? ਉਹਨਾਂ ਨੂੰ ਟਾਲਿਆ ਜਾ ਰਿਹਾ ਸੀ। ਮਾਮੀ ਨੇ ਸਿਆਣਤ ਕਰਕੇ ਆਪਣੇ ਕੋਲ ਬੁਲਾਈਆਂ, ਸਾਹਮਣੇ ਬੈਠਣ ਲਈ ਇਸ਼ਾਰਾ ਕੀਤਾ। ਜਦੋਂ ਬੈਠ ਗਈਆਂ ਤਾਂ ਮਾਮੀ ਨੇ ਕਿਹਾ, ਕੁੜੀਓ ਤੁਹਾਡੀ ਮੰਮੀ ਮਰ ਗਈ, ਉਹਨੂੰ ਅੱਗ ਲਾ ਕੇ ਅਸੀਂ ਰਾਖ ਦਾ ਢੇਰ ਬਣਾ ਆਏ ਹਾਂ, ਹੁਣ ਨਹੀਂ ਆਉਂਦੀ ਉਹ ਆਪਣੇ ਘਰ ਕਦੇ। ਕੁੜੀਆਂ ਰੋਣ ਲੱਗੀਆਂ। ਇੱਕ ਔਰਤ ਨੇ ਵਰਾਉਂਦਿਆਂ ਕਿਹਾ, ਬੇਬੇ ਕੀ ਲੋੜ ਸੀ ਤੈਨੂੰ ਹੁਣ ਇਹ ਗੱਲ ਕਰਨ ਦੀ, ਆਪੇ ਹੌਲੀ ਹੌਲੀ ਪਤਾ ਲੱਗਦਾ ਰਹਿੰਦਾ ਪਿੱਛੋਂ। ਮਾਮੀ ਨੇ ਕਿਹਾ, ਕਿੰਨਾ ਕੁ ਚਿਰ ਝੂਠ ਬੋਲਾਂ, ਕਿਵੇਂ ਰੱਖਾਂ ਐਡਾ ਭੇਤ? ਟਿਕ ਜਾਣਗੀਆਂ ਆਪੇ ਰੋ ਧੋ ਕੇ, ਲੱਗ ਜਾਏ ਇਹਨਾਂ ਨੂੰ ਪਤਾ ਜ਼ਿੰਦਗੀ ਚੀਜ਼ ਕੀ ਹੋਇਆ ਕਰਦੀ ਹੈ। ਬੇਬੇ ਹੌਕਾ ਲੈ ਕੇ ਬੋਲੀ, ਰੰਭ ਰਹਿਣਗੇ ਵੱਛਰੂ, ਦੇਖ ਰਹਿਣਗੀਆਂ ਗਾਵਾਂ। ਫਿਰ ਮਾਮੀ ਨੇ ਮਕਾਨ ਆਏ ਮਰਦਾਂ ਔਰਤਾਂ ਨੂੰ ਕਿਹਾ, ਹੁਣ ਭਾਈ ਖਾਓ ਰੋਟੀ ਤੇ ਜਾਓ ਆਪੋ ਆਪਣੇ ਵਤਨਾਂ ਨੂੰ, ਲਿਆਓ ਵੀਰ ਵਰਤਾਓ ਰੋਟੀ। ਕੁਝ ਤੀਵੀਆਂ ਕਹਿਣ ਲੱਗੀਆਂ, ਅਸੀਂ ਨਹੀਂ ਖਾਣੀ ਰੋਟੀ, ਸਾਡੇ ਨਹੀਂ ਲੰਘਦੀ। ਮਾਮੀ ਨੇ ਕਿਹਾ, ਠੀਕ ਹੈ, ਜਿਨ੍ਹਾਂ ਨੇ ਹੋਟਲਾਂ ਤੇ ਜਾ ਕੇ ਖਾਣੀ ਆ ਉਹ ਜਾਣ, ਸਾਡੇ ਅੰਦਰ ਤਾਂ ਭਾਈ ਆਰਾਮ ਨਾਲ ਲੰਘੇਗਾ ਅੰਨ ਪਾਣੀ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ। ਇਹ ਸਾਡੀ ਵੱਡੀ ਮਾਮੀ ਗੁਰਦੇਵ ਕੌਰ ਬਹੁਤਾ ਨਾ ਬੋਲਦੀ, ਪਰ ਜਦੋਂ ਕੋਈ ਗੱਲ ਕਰਦੀ ਤਾਂ ਠੰਡ ਪੈ ਜਾਂਦੀ। ਵੱਡੇ ਦੁੱਖਾਂ ਦੇ ਬਾਵਜੂਦ ਹਸਮੁਖ। ਉਹਦੇ ਕੈਂਸਰ ਦਾ ਪਤਾ ਸਾਨੂੰ ਉਦੋਂ ਲੱਗਾ ਜਦੋਂ 3ਜੀ ਸਟੇਜ ਤੇ ਪੁੱਜ ਗਈ ਸੀ। ਇਲਾਜ ਵਾਸਤੇ ਪਟਿਆਲੇ ਲੈ ਆਇਆ ਤੇ ਸਾਰਿਆਂ ਨੂੰ ਸਖਤ ਤਾੜਨਾ ਕੀਤੀ ਕਿ ਬਿਮਾਰੀ ਬਾਰੇ ਦੱਸਣਾ ਨਹੀਂ ਮਾਮੀ ਨੂੰ। ਮਾਮੀ ਕਈ ਦਿਨ ਰਹਿੰਦੀ, ਦਵਾਈਆਂ ਖਾਂਦੀ ਰਹੀ, ਟੀਕੇ ਲਾਉਂਦੇ ਰਹੇ। ਮੈਨੂੰ ਕਹਿਣ ਲੱਗੀ, ਕੀ ਦੱਸਿਆ ਡਾਕਟਰ ਨੇ? ਮੈਂ ਕਿਹਾ, ਕੋਈ ਖਾਸ ਬਿਮਾਰੀ ਨਹੀਂ, 1.5 ਮਹੀਨੇ 'ਚ ਠੀਕ ਹੋ ਜਾਏਗੀ ਮਾਮੀ। ਉਹ ਹੱਸ ਪਈ, ਕਹਿਣ ਲੱਗੀ, ਮੇਰੇ ਨਾਲ ਚਲਾਕੀਆਂ ਮਾਰਨ ਲੱਗ ਪਿਆ ਪ੍ਰੋਫੈਸਰ। ਗੱਲ ਤੇਰੀ ਵੀ ਠੀਕ ਆ, 1.5 ਮਹੀਨਾ ਨਾ ਸੀ 3-4 ਮਹੀਨੇ ਲੱਗ ਜਾਣਗੇ। ਸਾਰੇ ਰੋਗ ਤਿਆਰ ਬੈਠੇ ਨੇ ਟੁੱਟਣ ਲਈ। ਚੰਗਾ ਹੁਣ ਟੰਟਾ ਮੁੱਕੇ, ਤੇਰੇ ਮਾਮੇ ਦਾ ਬਹੁਤ ਖਰਚ ਨਾ ਕਰਵਾਈ ਖਾਮਖਾ, ਮੈਨੂੰ ਪਿੰਡ ਛੱਡ ਆ। ਟੈਲੀਵਿਜ਼ਨ ਦੇਖਦੀ ਉਹ ਉੱਚੀ ਉੱਚੀ ਹੱਸ ਪਈ। ਮੈਂ ਪੁੱਛਿਆ, ਕੀ ਗੱਲ ਯਾਦ ਆ ਗਈ ਮਾਮੀ? ਉਹਨੇ ਕਿਹਾ, ਟੀਵੀ ਦੇਖ। ਮੈਂ ਟੀਵੀ ਦੇਖਣ ਲੱਗਾ। ਹੰਢੀ ਹੋਈ ਕਲਾਕਾਰ ਦੱਖਣੀ ਨਾਚ ਦਿਖਾ ਰਹੀ ਸੀ। ਮਾਮੀ ਨੇ ਕਿਹਾ, ਇਹਨੂੰ ਦੇਖਦਾ ਰਹਿ, ਸੋਹਣੀ ਹੈ, ਨੱਚਣਾ ਸਹੀ ਆਉਂਦਾ, ਪਰ ਵਿੱਚ ਵਿੱਚ ਐਂ ਕਰਨ ਲੱਗ ਜਾਂਦੀ ਹੈ ਜਿਵੇਂ ਇਹਦੇ ਭਰਿੰਡਾਂ ਲੜ ਗਈਆਂ ਹੋਣ। ਮੈਨੂੰ ਧਰਵਾਸ ਮਿਲਦਾ ਕਿ ਇਸ ਮਾਮੀ ਦੀ ਸੰਭਾਲ ਤੇ ਸੰਸਕਾਰ ਆਪਣੇ ਹੱਥੀਂ ਕੀਤਾ। ਹਜ਼ਾਰਾਂ ਸਾਲ ਪਹਿਲਾਂ ਲਾਓ ਤੱਸੇ ਨੇ ਕਿਹਾ ਸੀ, ਆਪਣੇ ਪਿਆਰਿਆਂ ਨੂੰ ਕਬਰਿਸਤਾਨ 'ਚ ਆਪਣੇ ਹੱਥੀਂ ਦਫਨ ਕਰਕੇ ਜਦੋਂ ਖਾਲੀ ਹੱਥ ਘਰਾਂ ਨੂੰ ਮੁੜਦੇ ਆ ਤਾਂ ਪਤਾ ਲੱਗਦਾ ਹੈ ਅਕਲ, ਧਨ ਤੇ ਤਾਕਤ ਕਿੰਨੀਆਂ ਕਮਜ਼ੋਰ ਚੀਜ਼ਾਂ ਹਨ।
ਭਾਈ ਨੰਦ ਲਾਲ ਨੇ ਲਿਖਿਆ ਹੈ, ਅਸੀਂ ਮਿਲੇ ਪਿਆਰ ਕੀਤਾ ਤੇ ਵਿਛੜ ਕੇ ਚੁੱਪ ਕਰਕੇ ਬੈਠ ਗਏ। ਪੱਪੀ ਆਮ ਬੁਲਬੁਲਾਂ ਤੇ ਕੋਇਲਾ ਵਾਂਗ ਅਸੀਂ ਚੀਕਾਂ ਨਹੀਂ ਮਾਰੀਆਂ। ਇੱਕ ਦਿਨ ਮੈਂ ਕਿਹਾ, ਬੇਬੇ ਮੈਂ ਜਿਵੇਂ ਚਾਹੁੰਦਾ ਨੂੰਹਾਂ ਤੁਹਾਡਾ ਆਦਰ ਕਰਨ, ਇਸ ਤਰ੍ਹਾਂ ਉਹ ਕਰਦੀਆਂ ਨਹੀਂ। ਇਸ ਸਭ ਦੇ ਬਾਵਜੂਦ ਕੇਵਲ ਵੱਡੀ ਭਰਜਾਈ ਬਾਰੇ ਤੁਸੀਂ ਬੁੜਬੁੜ ਕਰਦੇ ਰਹਿੰਦੇ ਹੋ। ਬਾਕੀ ਨੂੰਹਾਂ ਵਿਰੁੱਧ ਘੱਟ ਵੱਧ ਹੀ ਕੋਈ ਗੱਲ ਕਰਦੇ ਹੋ, ਅਜਿਹਾ ਕਿਉਂ? ਬੇਬੇ ਨੇ ਕਿਹਾ, ਸੱਸਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਨੂੰਹਾਂ ਉਹਨਾਂ ਦਾ ਆਦਰ ਉਦਰ ਨਹੀਂ ਕਰਨਗੀਆਂ। ਕੌਣ ਮੇਰਾ ਆਦਰ ਕਰਦੀ ਹੈ, ਕੌਣ ਨਿਰਾਦਰ, ਇਸ ਗੱਲ ਵੱਲ ਮੇਰਾ ਧਿਆਨ ਨਹੀਂ। ਮੈਂ ਇਹ ਦੇਖਦੀ ਹਾਂ ਕਿ ਮੇਰੀਆਂ ਨੂੰਹਾਂ ਮੇਰੇ ਮੁੰਡਿਆਂ ਨੂੰ ਪਿਆਰ ਕਰਦੀਆਂ ਹਨ ਕਿ ਨਹੀਂ। ਤੇਰੀ ਹਰਮਿੰਦਰ ਮੇਰੇ ਨਾਲ ਕਈ ਦਿਨ ਨਾ ਬੋਲੇ ਤਾਂ ਕੋਈ ਗੱਲ ਨਹੀਂ। ਮੈਂ ਦੇਖ ਰਹੀ ਹਾਂ ਕਿ ਉਹ ਤੈਨੂੰ ਪਿਆਰ ਕਰਦੀ ਹੈ। ਤੂੰ ਆਉਣ 'ਚ ਦੇਰ ਕਰਦਾ ਹੈ ਤਾਂ ਬੇਚੈਨ ਹੋ ਕੇ ਤੇਰਾ ਰਸਤਾ ਦੇਖਦੀ ਹੈ। ਹੋਰ ਸਾਨੂੰ ਕੀ ਚਾਹੀਦਾ? ਜਿਹੜਾ ਤੈਨੂੰ ਪਿਆਰ ਕਰਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ, ਕਿਉਂਕਿ ਤੂੰ ਮੇਰਾ। ਸਕੂਲੋਂ ਪੜ੍ਹ ਕੇ ਘਰ ਆਇਆ ਤਾਂ ਬੇਬੇ ਨੇ ਕਿਹਾ, ਕਿਹੋ ਜਿਹਾ ਜ਼ਮਾਨਾ ਆ ਗਿਆ। ਤੇਰੀ ਦਿਆਲੂ ਚਾਚੀ ਆਪਣੇ ਬੱਚਿਆਂ ਪਿੱਛੇ ਭੱਜੀ ਫਿਰਦੀ ਦੇਖੀ। ਸੰਤਰੇ ਉਹਨਾਂ ਤੋਂ ਖੋ ਖੋ ਕੇ ਖਾ ਰਹੇ। ਮੈਨੂੰ ਦਹਿਲ ਪੈ ਗਿਆ। ਮੈਂ ਪੁੱਛਿਆ, ਫਿਰ ਕੀ ਹੋ ਗਿਆ? ਬੱਚੇ ਵੀ ਤਾਂ ਖੋਹ ਲੈਂਦੇ ਆ ਮਾਵਾਂ ਹੱਥੋਂ ਚੀਜ਼ਾਂ। ਉਹਨੇ ਕਿਹਾ, ਬੱਚੇ ਖੋਹਣ ਉਹਨਾਂ ਦਾ ਹੱਕ ਹੈ। ਕੋਈ ਮਾਂ ਤੂੰ ਦੇਖੀ ਨਿਆਣਿਆਂ ਤੋਂ ਖੋਹ ਕੇ ਖਾਂਦੀ? ਇਸ ਘਰ 'ਚ ਕੋਈ ਭਾਣਾ ਵਰਤੇਗਾ। ਚਿੜੀਆਂ ਜਨੌਰ ਨਹੀਂ ਕਰਦੇ ਹੁਣ ਤਾਂ। ਮੈਨੂੰ ਡਰ ਲੱਗਿਆ। ਤੂੰ ਨਦੀ ਪਹਾੜ ਉੱਪਰ ਚੜ੍ਹਦੀ ਦੇਖੇ ਚਾਣਚੱਕ ਤਾਂ ਦੱਸ, ਡਰ ਨਹੀਂ ਜਾਏਗਾ? ਇਸ ਘਰ ਦੇ ਲੱਛਣ ਹੋਣੀ ਨੂੰ ਸੱਦਾ ਦਿੰਦੇ ਦਿਸੇ। ਰੱਬ ਭਲੀ ਕਰੇ ਭਾਈ। ਇਸ ਘਰ 'ਚ ਸਦਾ ਕਲੇਸ਼ ਰਹਿੰਦਾ। ਚਾਚੇ ਦੀ ਜਵਾਨ ਕੁੜੀ ਨੇ ਖੂਹ 'ਚ ਛਾਲ ਮਾਰ ਕੇ ਤੇ ਚਾਚੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕੀਤੀ। ਬੇਬੇ ਨੂੰ ਖੁਸ਼ਖਬਰੀ ਦੇਣ ਵਾਸਤੇ ਗਿਆ ਕਿ ਵੱਡੇ ਨਿਹੰਗ ਸਿੰਘ ਮਾਮੇ ਨੇ ਘੋੜਾ ਖਰੀਦਿਆ ਹੈ ਵੀ ਬੜਾ ਸੋਹਣਾ। ਉਹ ਖੁਸ਼ ਹੋਈ। ਭਰਾ ਨੂੰ ਤੇ ਉਹਦੇ ਘੋੜੇ ਨੂੰ ਅਸੀਸਾਂ ਦਿੱਤੀਆਂ। ਸੁਖੀ ਰਹਿਣ, ਵਫਾ ਕਰਨ, ਹਰ ਬਲਾ ਦੋਵਾਂ ਤੋਂ ਦੂਰ ਰਹੇ। ਮੈਂ ਕਿਹਾ, ਜਲਦੀ ਆਪਾਂ ਨਾਨਕੇ ਚੱਲਾਂਗੇ, ਤੁਹਾਨੂੰ ਸਵਾਰੀ ਕਰਾਵਾਂਗੀ। ਉਹ ਬੋਲੀ, ਹੁਣ ਕਿੱਥੇ ਚੜ੍ਹਨ ਜੋਗੀਆਂ, ਕਦੀ ਹੁੰਦਾ ਸੀ ਸਮਾਂ। ਤੇਰੇ ਮਾਮਾ ਜੀ ਘੋੜੀ ਤੇ ਬਿਠਾ ਕੇ ਤੇਰੇ ਪਿੰਡ ਛੱਡ ਜਾਇਆ ਕਰਦੇ ਸਨ। ਆਪ ਪੈਦਲ ਤੁਰਦੇ। ਤੇਰੀ ਨਾਨੀ ਤਾਂ ਹਮੇਸ਼ਾ ਇਕੱਲੀ ਆਉਂਦੀ ਹੁੰਦੀ ਸੀ ਸਵਾਰੀ ਕਰਕੇ। ਇੱਕ ਵਾਰੀ ਮੈਨੂੰ ਮਿਲਣ ਉਹ ਤੇਰੇ ਪਿੰਡ ਘੱਗੇ ਵਿੱਚ ਘੋੜੇ ਉੱਪਰ ਸਵਾਰ ਹੋ ਕੇ ਆਈ। ਪਿੰਡ ਦੀ ਨਿਆਈ 'ਚ ਘੋੜੀਆਂ ਚੱਲ ਰਹੀਆਂ ਸਨ। ਤੇਰੀ ਨਾਨੀ ਦਾ ਘੋੜਾ ਬੇਕਾਬੂ ਹੋ ਕੇ ਉੱਧਰ ਦੌੜ ਪਿਆ। ਵਾਹ ਉਹਦਾ। ਪਿੰਡ ਦੇ ਲੋਕ ਛੱਤਾਂ ਉੱਪਰ ਚੜ੍ਹ ਗਏ ਕਿ ਬੁੱਢੀ ਦੀ ਅੱਜ ਜਾਨ ਗਈ ਕਿ ਗਈ। ਤੇਰੀ ਨਾਨੀ ਨੇ ਇੱਕ ਹੱਥ ਨਾਲ ਲਗਾਮ ਫੜੀ, ਰਕਾਬਾਂ ਤੇ ਖੜੀ ਹੋ ਗਈ ਤੇ ਦੂਜੇ ਹੱਥ ਨਾਲ ਉਹ ਛਟੀ ਵਾਹੀ ਕਿ 10 ਮਿੰਟ 'ਚ ਘੋੜਾ ਸਿੱਧਾ ਹੋ ਗਿਆ। ਫਿਰ ਉਹ ਸਿੱਧੀ ਘਰ ਨਹੀਂ ਆਈ। ਘੋੜੇ ਨੂੰ ਤੇਜ਼ ਦੌੜਾ ਕੇ ਪਿੰਡ ਦੇ 2 ਚੱਕਰ ਲਾਏ। ਪਾਣੀ ਪਾਣੀ ਹੋਇਆ। ਘੋੜਾ ਖੁਰਲੀ ਤੇ ਨੀਵੀਂ ਪਾ ਕੇ ਜਾ ਖਲੋਤਾ। ਉਤਰ ਕੇ ਘੋੜੇ ਨੂੰ ਥਾਪੀ ਦਿੱਤੀ, ਸਿਰ ਪਲੋਸਿਆ ਤੇ ਹੌਲੀ ਦੇ ਕੇ ਕੰਨ 'ਚ ਕਿਹਾ, ਮਾਰ ਪੈ ਗਈ ਤਾਂ ਕੀ ਹੋਇਆ, ਹੁਣ ਤੈਨੂੰ ਘਿਓ ਵੀ ਖਵਾਵਾਂਗੀ, ਛੋਲੇ ਵੀ। ਸ਼ਾਬਾਸ਼ ਪੁੱਤਰਾ, ਸ਼ੇਰ ਬੱਚਾ ਹੈ ਤੂੰ, ਤੇਰੀ ਸ਼ਾਨ ਕਾਇਮ ਰਹੇਗੀ। ਰੁਕ ਕੇ ਮਾਂ ਨੇ ਫਿਰ ਦੁਹਰਾਇਆ, ਹਾਂ ਭਾਈ, ਹੁਣ ਮੇਰੀ ਉਮਰ ਕਿੱਥੇ ਸਵਾਰੀ ਕਰਨ ਦੀ। ਮੈਂ ਕਿਹਾ, ਤੁਹਾਡੇ ਬੇਟੇ ਤੁਹਾਨੂੰ ਚੁੱਕ ਕੇ ਚੜਾ ਦੇਣਗੇ। ਉਹ ਬੋਲੀ, ਨਾ, ਹੁਣ ਮੈਂ ਕੱਚ ਦੀਆਂ ਉਹਨਾਂ ਚੂੜੀਆਂ ਵਰਗੀ ਹੋ ਗਈ ਹਾਂ ਜਿਹੜੀਆਂ ਚੜਾਉਂਦਿਆਂ ਟੁੱਟ ਜਾਂਦੀਆਂ ਨੇ। ਮੈਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਅੰਦਰ ਬੜੀ ਸੋਹਣੀ ਕੋਠੀ ਵਿੱਚ ਰਹਿ ਰਿਹਾ। ਮਾਮਾ ਜੀ ਮਿਲਣ ਆਏ। ਖੈਰ ਸੁੱਖ ਪੁੱਛੀ, ਦੱਸੀ। ਮੈਂ ਪੁੱਛਿਆ, ਭਾਂਜੀ, ਗੁਰੂ ਮਹਾਰਾਜ ਦਾ ਨਾਮ ਲਿਆ ਕਰਦਾ? ਮੈਂ ਕਿਹਾ, ਬਿਲਕੁਲ ਲੈਂਦਾ। ਖੈਰ ਸੁੱਖ ਪੁੱਛੀ, ਦੱਸੀ। ਪੁੱਛਿਆ, ਭਾਂਜੇ, ਗੁਰੂ ਮਹਾਰਾਜ ਦਾ ਨਾਮ ਲਿਆ ਕਰਦਾ? ਮੈਂ ਕਿਹਾ, ਬਿਲਕੁਲ ਲੈਂਦਾ। ਗੱਲਾਂ ਕਰਦੇ ਰਹੇ। ਰਾਤ ਪੈ ਗਈ। ਲੰਗਰ ਪ੍ਰਸ਼ਾਦਾ ਛੱਕ ਕੇ ਕਹਿਣ ਲੱਗੇ, ਪਾਠ ਕਰਦਾ ਹੁੰਦਾ? ਕਿਹਾ, ਕਰਦਾ। ਫਿਰ ਗੱਲਾਂ ਹੁੰਦੀਆਂ ਰਹੀਆਂ। ਸੌਣ ਦਾ ਸਮਾਂ ਹੋ ਗਿਆ ਤਾਂ ਮੈਂ ਉਹਨਾਂ ਨੂੰ ਚੁਬਾਰੇ 'ਚ ਲੈ ਗਿਆ ਤੇ ਪੁੱਛਿਆ ਕਿ ਸਵੇਰੇ ਚਾਹ ਚੱਕਣੀ ਹੈ ਕਿ ਦੁੱਧ? ਕਿੰਨੇ ਵਜੇ? ਉਹ ਬੋਲੇ, ਸਹੀ ਹੈ ਨਾ ਕਿ ਤੂੰ ਗੁਰੂ ਬਾਬੇ ਨੂੰ ਯਾਦ ਰੱਖਦਾ? ਪੁੱਛਿਆ, ਕਿਸੇ ਨੇ ਸ਼ਿਕਾਇਤ ਲਾਈ ਹੈ ਮੇਰੀ ਤੁਹਾਡੇ ਕੋਲ? ਕਿਸੇ ਨੇ ਕੋਈ ਵਹਿਮ ਪਾ ਦਿੱਤਾ ਲੱਗਦਾ ਤੁਹਾਨੂੰ? ਮਾਮਾ ਜੀ ਨੇ ਕਿਹਾ, ਨਹੀਂ, ਸ਼ਿਕਾਇਤ ਕਿਸੇ ਨੇ ਕੀ ਲਾਉਣੀ। ਇੱਕ ਪੁਰਾਣੀ ਗੱਲ ਯਾਦ ਆ ਗਈ ਸੀ। 30-35 ਸਾਲ ਹੋ ਗਏ ਹੋਣਗੇ, ਕੀ ਪਤਾ ਇਹ ਤੋਂ ਵੀ ਵੱਧ। ਜਦੋਂ ਕਦੇ ਬੱਸ 'ਚ ਬੈਠੇ ਲੰਘਦੇ ਹਾਂ ਤਾਂ ਤੇਰੀ ਯੂਨੀਵਰਸਿਟੀ ਬਣ ਰਹੀ, ਉੱਚੀ ਉੱਠ ਰਹੀ ਦੇਖਦੇ। ਵੱਡੀਆਂ ਵੱਡੀਆਂ ਬਿਲਡਿੰਗਾਂ। ਜੀ ਕਰਿਆ ਕਰਦਾ ਸੀ ਕਦੇ ਦੇਖੀਏ ਕਿ ਅੰਦਰ ਹੈ ਕੀ, ਪਰ ਬੱਸ 'ਚ ਬੈਠੇ ਬੈਠੇ ਲੰਘ ਜਾਂਦੇ। ਇੱਕ ਦਿਨ ਘੋੜੇ 'ਤੇ ਸਵਾਰ ਹੋ ਕੇ ਮੈਂ ਪਟਿਆਲੇ ਤੋਂ ਰਾਜਪੁਰੇ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਯੂਨੀਵਰਸਿਟੀ ਆ ਗਈ। ਮਨ ਖੁਸ਼ ਹੋ ਗਿਆ ਕਿ ਅੱਜ ਸਮਾਂ ਵੀ ਹੈ ਤੇ ਘੋੜਾ ਵੀ। ਅੱਜ ਦੇਖ ਕੇ ਜਾਵਾਂਗਾ। ਖੱਬੀ ਲਗਾਮ ਖਿੱਚ ਦਿੱਤੀ। ਗੇਟ 'ਤੇ ਪੁਲਿਸ ਵਾਲੇ ਖੜ੍ਹੇ ਸਨ।
ਇੱਕ ਨੂੰ ਘੋੜੇ ਦੀ ਲਗਾਮ ਫੜ ਲਈ ਤੇ ਕਹਿਣ ਲੱਗਾ, ਕੀ ਕੰਮ ਹੈ ਅੰਦਰ? ਮੈਂ ਕਿਹਾ, ਕੋਈ ਕੰਮ ਨਹੀਂ। ਉਹਨੇ ਫੇਰ ਪੁੱਛਿਆ, ਕਿਹਨੂੰ ਮਿਲਣ ਜਾਣਾ ਅੰਦਰ? ਮੈਂ ਕਿਹਾ, ਕਿਸੇ ਨੂੰ ਨਹੀਂ, ਮੈਂ ਤਾਂ ਬਸ ਦੇਖਣਾ ਸੀ ਅੰਦਰ ਜਾ ਕੇ ਹੈ ਕੀ। ਸਿਪਾਹੀ ਨੇ ਕਿਹਾ, ਨਾ ਬਾਬਾ ਨਾ, ਇਉਂ ਦੇਖਣ ਦਾ ਹੁਕਮ ਨਹੀਂ। ਇਹ ਗੱਲ ਯਾਦ ਆਈ ਅੱਜ। ਜਿਨ੍ਹਾਂ ਕੋਠੀਆਂ ਨੂੰ ਦੇਖਣ ਦਾ ਹੁਕਮ ਨਹੀਂ ਸੀ, ਉਹਨਾਂ 'ਚ ਰਹਿਣ ਦਾ ਹੁਕਮ ਹੋ ਗਿਆ। ਬਾਦਸ਼ਾਹੀਆਂ ਦੇ ਦਿੱਤੀਆਂ ਆਪਾਂ ਨੂੰ ਗੁਰੂ ਬਾਬੇ ਨੇ। ਤਾਂ ਮੈਂ ਪੁੱਛਿਆ, ਤੈਨੂੰ ਕਿ ਮਹਾਰਾਜ ਨੂੰ ਯਾਦ ਕਰਦਾ ਹੁੰਨਾ ਕਿ ਨਹੀਂ? ਜਿਹਨੇ ਸੋਨੇ ਦੀ ਬਾਰਿਸ਼ ਕਰ ਦਿੱਤੀ, ਉਹਨੂੰ ਭੁੱਲ ਜਾਣ ਨਾਲ ਪਾਪ ਲੱਗਦਾ ਹੁੰਦਾ। ਹੌਲੀ ਹੌਲੀ ਮੈਨੂੰ ਸਮਝ ਆਏਗੀ ਇਹਨਾਂ ਗੱਲਾਂ ਦੀ। ਚਿੜੀ ਜਿੰਨੀ ਮਰਜ਼ੀ ਪਿਆਸੀ ਹੋਵੇ, ਦਰਿਆ ਨੂੰ ਇੱਕ ਘੁੱਟ 'ਚ ਨਹੀਂ ਪੀ ਸਕਦੀ। ਮੈਂ ਇਸ ਗੱਲੋਂ ਸੰਤੁਸ਼ਟ ਹਾਂ ਕਿ ਗੁਰੂ ਬਾਬੇ ਦਾ ਵਿਦਿਆਰਥੀ ਹਾਂ। ਸਾਡੇ ਕਲਾਸਰੂਮ ਨਿੱਕੇ ਨਿੱਕੇ ਪੀਰੀਅਡ ਘੰਟੇ ਘੰਟੇ ਦੇ। ਬਾਬੇ ਦਾ ਕਲਾਸਰੂਮ ਸਾਰਾ ਬ੍ਰਹਿਮੰਡ ਤੇ ਪੀਰੀਅਡ ਅਨੰਤ ਕਾਲ ਤੱਕ। ਉਹਨੇ ਦਿਆਲੂ ਹੋ ਕੇ ਸਾਨੂੰ ਮੱਥਾ ਟੇਕਣ ਦਾ ਹੱਕ ਦਿੱਤਾ ਹੈ। ਇਸ ਹੱਕ ਬਾਬਤ ਹਫੀਜ਼ ਦਾ ਸ਼ੇਰ ਪਿਆਰਾ ਲੱਗਾ। ਤੂੰ ਸਾਰੀ ਕਾਇਨਾਤ ਦਾ ਮਾਲਕ ਹੈ, ਸਭਨਾਂ ਧਰਤੀਆਂ ਦਾ। ਤੇਰੇ ਦਰ ਉੱਤੇ ਜਦੋਂ ਮੈਂ ਮੱਥਾ ਟੇਕਿਆ ਤਾਂ ਥੋੜ੍ਹੀ ਕੁ ਮਿੱਟੀ ਸਾਡੇ ਮੱਥੇ ਨੂੰ ਲੱਗੀ। ਮਿੱਟੀ ਦਾ ਇਹ ਦਾਗ ਸਾਡੇ ਲਈ ਕਾਫੀ ਜਾਇਦਾਦ ਹੈ। MA 'ਚ ਪੜ੍ਹਦਾ ਸਾਂ। ਸੋਭਾ ਸਿੰਘ ਦੀ ਬਣਾਈ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਤਸਵੀਰ ਖਰੀਦ ਲਿਆਇਆ, ਜਿਹੜੀ ਵੀਰ ਰਸ ਭਾਵਨਾ ਵਾਲੀ ਹੈ, ਤੇ ਹੇਠਾਂ ਲਿਖਿਆ, ਟੂ ਕਾਰਜ਼। ਕੰਧ ਤੇ ਟੰਗ ਦਿੱਤੀ। ਗੁਰੂ ਜੀ ਕ੍ਰੋਧ ਨਾਲ ਉੱਪਰ ਵੱਲ ਦੇਖ ਰਹੇ ਹਨ। ਬੇਬੇ ਨੇ ਧਿਆਨ ਨਾਲ ਇਹ ਪੇਂਟਿੰਗ ਦੇਖੀ ਤੇ ਕਿਹਾ, ਕੁਝ ਠੀਕ ਨਹੀਂ ਇਹ ਤਸਵੀਰ। ਇਸ ਤਰ੍ਹਾਂ ਦੀਆਂ ਨਿਗਾਹਾਂ ਬਿਲਕੁਲ ਨਹੀਂ ਸਨ ਮਹਾਰਾਜ ਦੀਆਂ। ਦੁਸ਼ਮਣਾਂ ਵੱਲ ਵੀ ਇਉਂ ਨਹੀਂ ਦੇਖਿਆ ਉਹਨਾਂ ਨੇ, ਕਿਉਂਕਿ ਦੁਸ਼ਮਣ ਉਹਨਾਂ ਦਾ ਹੈ ਹੀ ਕੋਈ ਨਹੀਂ ਸੀ। ਉਹ ਸਭ ਨੂੰ ਪਿਆਰ ਕਰਦੇ ਸੀ। ਤੂੰ ਦੇਖ ਲਈ, ਜਿੰਨੇ ਵੱਡੇ ਮਹਾਂਪੁਰਖ ਹੋਣ, ਸਾਧ ਸੰਤ ਹੋਣ, ਭਾਵੇਂ ਵੱਡ ਪ੍ਰਤਾਪੀ ਰਾਜੇ ਹੋਣ, ਉਹਨਾਂ ਦੀਆਂ ਨਿਗਾਹਾਂ ਹੇਠਾਂ ਵੱਲ ਝੁਕੀਆਂ ਹੋਈਆਂ ਹੋਣਗੀਆਂ। ਪਤਾ ਕਿਉਂ? ਉਸ ਰੱਬ 'ਚ ਸਵਾਰ ਹਨ ਜਿਹਦੇ ਪਹੀਏ ਚੰਦ ਸੂਰਜ ਹਨ। ਬਹੁਤ ਉੱਚੀ ਥਾਂ ਤੋਂ ਦੇਖ ਰਹੇ ਹਨ ਉਹ ਆਪਾਂ ਨੂੰ। ਉਹਨਾਂ ਤੋਂ ਉੱਚਾ ਹੋਰ ਉੱਪਰ ਕੁਝ ਨਹੀਂ। ਆਪਾਂ ਨੀਵੀਂ ਥਾਂ ਤੇ ਆ। ਉਹ ਆਪਣੇ ਵੱਲ ਹੇਠਾਂ ਦੇਖ ਰਹੇ ਹਨ ਤੇ ਰੱਖਿਆ ਕਰਦੇ ਹਨ। ਬਾਬਾ ਜੀ ਨੂੰ ਆਪਾਂ ਨੀਲੇ ਦਾ ਸਵਾਰ ਇਸੇ ਕਰਕੇ ਆਖਦੇ ਹਾਂ ਕਿ ਅਸਮਾਨ ਉਹਨਾਂ ਦਾ ਘੋੜਾ ਹੈ। ਚੰਦ ਤਾਰੇ ਧਰਤੀਆਂ ਸਭ ਉਹ ਤੋਂ ਹੇਠਾਂ ਹਨ। ਤੂੰ ਆਪ ਹਿਸਾਬ ਲਾ ਕੇ ਦੱਸ, ਠੀਕ ਹੈ ਤਸਵੀਰ? ਕਿਰਪਾਲ ਸਿੰਘ ਆਰਟਿਸਟ ਨੇ ਸੋਭਾ ਸਿੰਘ ਦੀ ਉਸ ਪੇਂਟਿੰਗ ਬਾਬਤ, ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਣਾਈ ਸੀ, ਟਿੱਪਣੀ ਦਿੱਤੀ ਸੀ, ਪੈਗੰਬਰਾਂ ਦੇ ਚਿਹਰੇ ਤੇ ਸਰੀਰ ਬਿਲਕੁਲ ਮੋਟੇ ਨਹੀਂ ਹੁੰਦੇ। ਗੁਰੂ ਨਾਨਕ ਦੇਵ ਜੀ ਨੇ ਤਾਂ ਦੁਨੀਆ ਪੈਦਲ ਗਾਹ ਦਿੱਤੀ ਤੇ ਆਖਰੀ ਉਮਰ ਹਲ ਦਾ ਮੁੰਨਾ ਹੱਥ ਫੜਿਆ। ਉਹਨਾਂ 'ਚ ਮੋਟਾਪਾ ਕਿੱਥੇ ਹੋ ਸਕਦਾ ਹੈ? ਬਾਪੂ ਜੀ ਦੇ ਗੰਜ ਪੈ ਚੁੱਕਾ ਤੇ ਗਿੱਠ ਕੁਵਾਲ ਪਿਛਲੇ ਅੱਧ 'ਚ ਰਹਿ ਗਏ। ਇਸ਼ਨਾਨ ਕਰਕੇ ਦੇਰ ਤੱਕ ਉਹ ਨੰਗੇ ਸਿਰ ਘੁੰਮਦੇ ਰਹੇ। ਬੇਬੇ ਨੇ ਆਵਾਜ਼ ਮਾਰੀ, ਪੱਗ ਨਹੀਂ ਬੰਨੀ ਜਾਂਦੀ? ਟੈਗੋਰ ਜਿਹਾ ਬਣਿਆ ਫਿਰਦਾ। ਮੈਂ ਕਿਹਾ, ਬੇਬੇ ਜੀ, ਟੈਗੋਰ ਕੋਈ ਮਾੜਾ ਬੰਦਾ ਸੀ? ਬੇਬੇ ਨੇ ਕਿਹਾ, ਮਾੜੇ ਚੰਗੇ ਦੀ ਗੱਲ ਨਹੀਂ, ਟੈਗੋਰ ਟੈਗੋਰ ਸੀ। ਤੇਰਾ ਬਾਪੂ ਹੈ, ਇਹਨੂੰ ਕਹਿ ਪੱਗ ਬੰਨੇ। ਬਾਪੂ ਜੀ ਨੂੰ ਕਿਹਾ, ਗਰਮ ਪਾਣੀ ਬਾਲਟੀ 'ਚ ਪਾ ਕੇ ਗੁਸਲਖਾਨੇ 'ਚ ਰੱਖ, ਆਪੇ ਰਲਾਉਂਗੀ ਠੰਡਾ ਮੈਂ। ਵੱਧ ਠੰਡਾ ਰਲਾ ਕੇ ਤੂੰ ਪਾਣੀ ਦਾ ਲੱਕ ਤੋੜ ਦੇਣਾ। ਕੁਝ ਸਾਲ ਪਹਿਲਾਂ ਸਮਦਰਸ਼ੀ ਰਸਾਲੇ ਨੇ ਪੱਛਮ ਦੀਆਂ ਕਹਾਣੀਆਂ ਦਾ ਵਿਸ਼ੇਸ਼ ਅੰਕ ਛਾਪਿਆ। ਹੁਣ ਕਹਾਣੀਕਾਰ ਤੇ ਕਹਾਣੀ ਦਾ ਨਾਮ ਚੇਤੇ ਨਹੀਂ, ਲੱਭ ਕੇ ਲਿਖਾਂਗਾ। ਕਹਾਣੀ ਯਾਦ ਹੈ। ਕਹਾਣੀ ਇਸ ਵਾਕ ਨਾਲ ਸ਼ੁਰੂ ਹੁੰਦੀ ਹੈ, ਸ਼ੁਰੂ ਵਿੱਚ ਹੱਸਣ ਦਾ ਹੱਕ ਕੇਵਲ ਅਮੀਰਾਂ ਨੂੰ ਸੀ, ਗਰੀਬਾਂ ਨੂੰ ਨਹੀਂ। ਗਰੀਬਾਂ ਨੇ ਰੱਬ ਨੂੰ ਕਿਹਾ ਕਿ ਇਹ ਹੱਕ ਸਾਨੂੰ ਵੀ ਮਿਲਣਾ ਚਾਹੀਦਾ ਹੈ। ਰੱਬ ਨੇ ਗਰੀਬਾਂ ਨੂੰ ਵੀ ਹੱਕ ਦੇ ਦਿੱਤਾ ਤੇ ਉਹ ਹੱਸ ਲਿਆ ਕਰਨ। ਕਹਾਣੀ 'ਚ ਲੇਖਕ ਨਿੱਕਾ ਹੁੰਦਾ ਸਕੂਲ ਜਾਣ ਤੋਂ ਇਸ ਕਰਕੇ ਇਨਕਾਰੀ ਹੋ ਗਿਆ ਕਿਉਂਕਿ ਕਮੀਜ਼ ਇੱਕੋ ਹੈ ਤੇ ਉਹ ਗੰਦੀ ਹੈ। ਮਾਂ ਕੋਲ ਸਾਬਣ ਖਰੀਦਣ ਲਈ 6 ਆਨੇ ਨਹੀਂ। ਜਿਵੇਂ ਜਿਵੇਂ ਉਹ ਆਲੇ ਕੁੱਜੇ ਫਰੋਲਦੀ ਹੈ, ਉਹ ਗਜ਼ਬ ਦੀਆਂ ਕਲਾਤਮਕ ਛੂਹਾਂ ਹਨ। 4.5 ਆਨੇ ਮਿਲ ਗਏ, 1.5 ਆਨਾ ਹੋਰ ਚਾਹੀਦਾ ਹੈ, ਕਿੱਥੋਂ ਲਿਆਈਏ? ਇਹ ਵਿਚਾਰਾਂ ਹੋ ਰਹੀਆਂ ਸਨ ਕਿ ਦਰਵਾਜ਼ੇ ਤੇ ਇੱਕ ਮੰਗਤਾ ਆ ਖਲੋਤਾ। ਮਾਂ ਆਖਦੀ ਹੈ, ਬਾਬਾ, ਜਦੋਂ ਆਉਣਾ ਕੁਝ ਨਾ ਕੁਝ ਸਰਦਾ ਬਣਦਾ ਦਿੰਨੀ ਆ ਤੈਨੂੰ। ਅੱਜ ਮੇਰੇ ਕੋਲ 1.5 ਆਨਾ ਘੱਟ ਹੈ। ਅੱਜ ਸਾਨੂੰ ਤੂੰ ਨਹੀਂ ਦੇ ਸਕਦਾ ਇੰਨੇ ਕੁ ਪੈਸੇ? ਮੰਗਤੇ ਨੇ ਆਪਣੇ ਡੋਲੂ ਵਿੱਚੋਂ 1.5 ਆਨਾ ਕੱਢ ਕੇ ਮਾਂ ਨੂੰ ਦਿੱਤਾ ਤੇ ਚਲਾ ਗਿਆ। ਮਾਂ ਹੱਸ ਪਈ। ਮੈਨੂੰ ਜੱਫੀ 'ਚ ਲੈ ਕੇ ਦੇਰ ਤੱਕ ਹੱਸੀ ਜਾਏ, ਨਾਲੇ ਆਖੀ ਜਾਏ, ਹੋ ਗਿਆ ਨਾ ਕਮਾਲ, ਮੰਗਤੇ ਤੋਂ ਵੀ ਆਪਾਂ ਪੈਸੇ ਲੈ ਸਕਦੇ ਹਾਂ। ਉਹ ਹੱਸਦੀ ਰਹੀ। ਫਿਰ ਖੰਘ ਛਿੜ ਗਈ ਤਾਂ ਮਹਿਸੂਸ ਕੀਤਾ ਜਿਵੇਂ ਮੇਰੀ ਗਰਦਨ ਉੱਪਰ ਕੋਈ ਗਰਮ ਤਰਲ ਵਗਿਆ ਹੋਵੇ। ਮੈਂ ਪਿੱਛੇ ਹਟਿਆ ਤਾਂ ਮਾਂ ਸਦਾ ਲਈ ਜ਼ਮੀਨ ਤੇ ਡਿੱਗ ਪਈ। ਉਹ ਫੇਫੜਿਆਂ ਦੀ ਰੋਗਣ ਸੀ ਤੇ ਮੋਢੇ ਸਮੇਤ ਮੇਰੀ ਸਾਰੀ ਬਾਂਹ ਖੂਨ ਨਾਲ ਭਰ ਗਈ ਹੋਈ ਸੀ।
ਅੰਤ 'ਚ ਲੇਖਕ ਪੁੱਛਦਾ ਹੈ ਕਿ ਗਰੀਬਾਂ ਨੇ ਰੱਬ ਤੋਂ ਹੱਸਣ ਦਾ ਹੱਕ ਪ੍ਰਾਪਤ ਕਰਕੇ ਕੀ ਖੱਟਿਆ। ਇਸ ਕਹਾਣੀ ਦੀਆਂ ਕੁਝ ਸਤਰਾਂ ਲਾਗੇ ਮੈਂ ਪੈਨਸਿਲ ਨਾਲ ਨਿਸ਼ਾਨੀ ਲਾਈ ਹੋਈ ਸੀ। ਇਹ ਕਹਾਣੀ 2 ਕੁ ਸਾਲ ਬਾਅਦ ਪੰਜਾਬੀ ਟ੍ਰਿਬਿਊਨ ਨੇ ਛਾਪੀ। ਬੇਬੇ ਨੂੰ ਮਿਲਣ ਗਿਆ ਤਾਂ ਅਖਬਾਰ ਉਹਦੇ ਸਿਰਹਾਣੇ ਹੇਠ ਪਿਆ ਸੀ। ਇਸ ਕਹਾਣੀ 'ਚੋਂ ਉਹਨੇ ਮੈਨੂੰ ਕੁਝ ਪੰਕਤੀਆਂ ਪੜ੍ਹ ਕੇ ਸੁਣਾਈਆਂ। ਇਹੋ ਪੰਕਤੀਆਂ ਸਨ ਜਿਨ੍ਹਾਂ ਉੱਪਰ ਮੈਂ ਨਿਸ਼ਾਨੀਆਂ ਲਾਈਆਂ ਸਨ। ਮਾਂ ਕਹਿਣ ਲੱਗੀ, ਇਸ ਵਿਲਾਇਤੀ ਬੰਦੇ ਨੇ ਤੇਰੀ ਮਾਂ ਦੀ ਕਹਾਣੀ ਲਿਖੀ ਹੈ ਪ੍ਰੋਫੈਸਰ। ਹਨ ਕਿ ਨਹੀਂ ਰੱਬ ਦੇ ਕਮਾਲ, ਨਾ ਇਹਨੇ ਮੈਂ ਦੇਖੀ ਨਾ ਭਾਲੀ, ਦੂਰ ਬੈਠੇ ਬਿਠਾਏ ਨੇ ਤੇਰੀ ਤੇ ਮੇਰੀ ਕਹਾਣੀ ਲਿਖ ਕੇ ਭੇਜ ਦਿੱਤੀ। ਦੁਸਹਿਰੇ ਤੋਂ ਪਹਿਲਾਂ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਤੇ ਫਰਸ਼ ਗਾਰ ਨਾਲ ਲਿਪਿਆ ਜਾਂਦਾ। ਕੋਈ ਗਾਰੇ 'ਚ ਪਾਣੀ ਪਾ ਰਿਹਾ, ਦੂਜਾ ਕਹੀ ਨਾਲ ਗੋਹਾ ਤੇ ਰੂੜੀ ਗਾਰੇ 'ਚ ਰਲਾ ਰਿਹਾ, ਕੋਈ ਚੀਜ਼ਾਂ ਵਸਤਾਂ ਪਰੇ ਕਰ ਰਿਹਾ, ਕੋਈ ਲਿਪਣ 'ਚ ਮਦਦਗਾਰ ਹੈ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ, ਰਮਾਇਣ ਦੀਆਂ, ਮਹਾਂਭਾਰਤ ਦੀਆਂ, ਗੁਰੂਆਂ ਦੀਆਂ। ਬੇਬੇ ਸਾਨੂੰ ਕਿਹਾ ਕਰਦੀ, ਇਹ ਰਮਾਇਣ ਮਹਾਂਭਾਰਤ ਦੀਆਂ ਮੂਰਤਾਂ ਨਾ ਲਿਆਇਆ ਕਰੋ, ਘਰ 'ਚ ਕਲੇਸ਼ ਪੈ ਜਾਂਦਾ ਇਹਨਾਂ ਨਾਲ। ਤੁਹਾਡੀ ਨਾਨੀ ਕਿਹਾ ਕਰਦੀ ਸੀ, ਮਹਾਂਭਾਰਤ ਚੰਗਾ ਲੱਗਦਾ ਪਰ ਜੇ ਕਿਸੇ ਹੋਰ ਦੇ ਘਰ ਛਿੜਿਆ ਹੋਵੇ। ਗੁਰੂ ਬਾਬੇ ਦੀ ਮੂਰਤ ਲਾ ਲਓ, ਸਾਹਿਬਜ਼ਾਦਿਆਂ ਦੀ ਮੂਰਤਾਂ ਲਾ ਲਓ, ਮਹਾਂਭਾਰਤ ਵਾਲੇ ਕਾਟੋ ਕਲੇਸ਼ ਠੀਕ ਨਹੀਂ ਹੁੰਦੇ। ਮਹਾਂਭਾਰਤ ਦੇ ਜ਼ਿਕਰ ਤੋਂ ਗੰਧਾਰੀ ਯਾਦ ਆਈ, ਕੁਰੂ ਵੰਸ਼ ਦੇ 100 ਬੇਟਿਆਂ ਦੀ ਮਾਂ। ਭਗਵਾਨ ਕ੍ਰਿਸ਼ਨ ਨੇ ਫੈਸਲਾ ਕੀਤਾ ਗੰਧਾਰੀ ਨੂੰ ਧਰਵਾਸ ਦੇਣ ਚੱਲੀਏ। ਮਹਿਲ 'ਚ ਜਾ ਕੇ ਪ੍ਰਣਾਮ ਕਰਨ ਉਪਰੰਤ ਸਭ ਨੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਸਰਾਪ ਨਾ ਦੇਈਂ ਗੰਧਾਰੀ ਮਾਂ, ਸਰਾਪ ਨਾ ਦੇਈਂ। ਗੰਧਾਰੀ ਨੇ ਕਿਹਾ, ਤੂੰ ਮੇਰੇ 100 ਪੁੱਤਰਾਂ ਦਾ ਕਾਤਲ ਹੈ, ਸਰਾਪ ਤੋਂ ਕਿਵੇਂ ਬਚੇਗਾ? ਦੇਖ ਲਈ, ਤੂੰ ਅਣਿਆਈ ਮੌਤ ਮਰੇਗਾ। ਤੂੰ ਲੜਾਈ ਟਾਲ ਸਕਦਾ ਸੀ, ਤੂੰ ਸਾਜ਼ਿਸ਼ ਰਚੀ, ਕਿਉਂ ਕੀਤੇ ਮੇਰੇ 100 ਪੁੱਤਰ ਕਤਲ ਤੂੰ? ਕ੍ਰਿਸ਼ਨ ਨੇ ਕਿਹਾ, ਗੰਧਾਰੀ ਤੂੰ 100 ਪੁੱਤਰਾਂ ਦੀ ਮਾਂ ਹੈ, ਤੈਨੂੰ 100 ਦੇ ਮਰਨ ਦਾ ਦੁੱਖ ਹੈ, ਪਰ 100 ਨਹੀਂ, ਉੱਥੇ ਲੱਖਾਂ ਮਰੇ। ਹੋਰ ਨਹੀਂ, ਮੈਂ ਮਰਿਆ ਸਾਂ ਲੱਖ ਵਾਰ। ਮੇਰੇ ਸੁਭਾਅ ਦਾ ਹਿੱਸਾ ਹੈ ਇਹ, ਕਦੀ ਮੈਂ 1 ਤੋਂ ਲੱਖ ਹੋ ਜਾਂਦਾ, ਕਦੀ ਖੁਦ ਨੂੰ ਲੱਖ ਵਾਰ ਮਾਰਦਾ, ਬਾਰ-ਬਾਰ ਇਹੀ ਕੁਝ ਕਰਦਾ। ਛੋਟਾ ਭਰਾ ਜਸਵਿੰਦਰ ਤੇ ਭਰਜਾਈ ਚਰਨਜੀਤ ਬੇਬੇ ਬਾਪੂ ਜੀ ਦੀ ਸੇਵਾ ਨਿਭਾ ਰਹੇ ਸਨ। ਮੈਂ ਜਦੋਂ ਮਿਲਣ ਜਾਂਦਾ, ਮਾਂ ਦੀ ਮੰਗ ਹੁੰਦੀ ਕਿ ਕੋਈ ਸਾਖੀ ਸੁਣਾ ਕੇ ਜਾਵਾਂ। ਅਕਸਰ ਸਾਖੀ ਸੁਣਾ ਕੇ ਪਰਤਦਾ ਹਾਂ। ਇੱਕ ਦਿਨ ਵਾਪਸੀ ਲਈ ਉੱਠਿਆ ਤਾਂ ਬੇਬੇ ਨੇ ਕਿਹਾ, ਸਾਖੀ ਸੁਣਾਏ ਬਗੈਰ ਕਿਵੇਂ ਜਾ ਸਕਦਾ? ਮੈਂ ਕਿਹਾ, ਕੋਈ ਨਵੀਂ ਸਾਖੀ ਤਾਂ ਹੈ ਨਹੀਂ ਹੁਣ। ਬੇਬੇ ਨੇ ਕਿਹਾ, ਪੁਰਾਣੀ ਸੁਣਾ ਜਾ। ਮੈਂ ਕਿਹਾ ਕਿ ਸੁਣਾਈ ਹੋਈ ਸਾਖੀ ਦੁਬਾਰਾ ਸੁਣਾਉਣ ਦਾ ਕੀ ਲਾਭ? ਉਹ ਬੋਲੀ, ਚਿੜੀ ਕਾਂ ਦੀ ਬੜੀ ਫਜ਼ੂਲ ਜੀ ਕਹਾਣੀ, ਨਿੱਕੇ ਹੁੰਦਿਆਂ ਬਾਰ-ਬਾਰ ਤੂੰ ਮੇਰੇ ਤੋਂ ਕਿੰਨੇ ਹਜ਼ਾਰ ਵਾਰ ਸੁਣੀ, ਮੈਂ ਕਦੇ ਗਿਣਤੀ ਨਹੀਂ ਕੀਤੀ। ਇਹ ਗੁਰੂਆਂ ਦੀਆਂ ਸਾਖੀਆਂ ਤਾਂ ਬੜੀਆਂ ਮੁੱਲਵਾਨ ਹਨ, ਦੋਵਾਂ ਜਹਾਨਾਂ 'ਚ ਸਤਾਰਦੀਆਂ ਹਨ। ਇਹਨਾਂ ਸਾਖੀਆਂ ਦਾ ਪੁੰਨ ਸੁਣਨ ਵਾਲਿਆਂ ਤੇ ਸੁਣਾਉਣ ਵਾਲਿਆਂ ਸਭ ਨੂੰ ਮਿਲਦਾ ਹੈ। ਇਹ ਕਦੀ ਪੁਰਾਣੀਆਂ ਨਹੀਂ ਹੁੰਦੀਆਂ। ਜਦੋਂ ਕੋਈ ਤੈਥੋਂ ਸਾਖੀ ਸੁਣਨ ਦਾ ਖਾਸ਼ਮੰਦ ਹੋਵੇ ਤਾਂ ਇਨਕਾਰ ਨਾ ਕਰੀ। ਤੈਨੂੰ ਰੱਬ ਨੇ ਵਿੱਦਿਆ ਦਿੱਤੀ ਹੈ। ਵਿੱਦਿਆ ਅਜਿਹੀ ਫਸਲ ਹੈ ਜਿਹਦੇ ਸਾਰੇ ਹੱਕਦਾਰ ਹਨ, ਜਿਹੜਾ ਮੰਗੇ ਉਹਨੂੰ ਉਹਦਾ ਹੱਕ ਦੇ ਦੇ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਉਹਦੇ ਮੂੰਹ ਸਹਿਜ ਸੁਭਾਅ ਉਤਰਦੇ। ਅਸੀਂ ਦੋਵੇਂ ਬੱਸ 'ਚ ਬੈਠੇ ਕਿਧਰੇ ਜਾ ਰਹੇ ਸੀ। ਦੋਵਾਂ ਨੂੰ ਅੱਡ-ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਉਹ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ 'ਤੇ ਆ ਨਾਲ ਹੀ ਤੰਗ ਜੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਹੈ, ਤਾਕੀ ਵਾਲੇ ਪਾਸੇ ਉਹਦਾ ਮੂੰਹ ਦੇਖ। ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਤਾਂ ਲੱਗਦਾ ਟੈਚੀ ਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ, ਤੇ ਭੁਜੀਆ ਉਹਦੇ ਮੂੰਹ 'ਚੋਂ ਇਉਂ ਕਿਰਦਾ ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ 'ਚੋਂ ਬਾਹਰ ਫੱਕ ਡਿੱਗਦੀ ਹੈ। ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ 'ਚ ਪਾਉਂਦਾ ਹੋਊਗਾ। ਸਾਬਤ ਗੁਠਲੀ ਸਣੇ ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ, ਕਿਹੜੇ ਮੌਸਮ ਦਾ ਮੀਂਹ ਹੋਇਆ? ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਤੇ ਸਾਉਣ 'ਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ, ਮੇਰੇ ਪਿੱਛ ਲੱਗ ਜੇਠ ਤੇ ਹਾੜ ਖੇ ਉਡਾਊ ਹਨ। ਸਾਉਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਹਦੇ ਦੋਸਤ ਭਾਦੋਂ ਤੇ ਅੱਸੂ ਉਸੇ ਵਰਗੇ ਹਨ, ਖੌਰੂ ਪਾਊ, ਵਰਨਾ ਉਡਾਊ ਨਹੀਂ ਹਨ। ਤਾਂ ਸਾਉਣ ਦੀ ਕਦਰ ਬਣੀ, ਜਿਹਨੂੰ
ਖੱਪੀ ਸੰਗੀ ਸਾਥੀ ਮਿਲ ਜਾਣ ਉਹਦਾ ਹਾਲ ਮਾੜਾ। ਇਹ ਵੀ ਦੱਸਿਆ ਸਿਆਣੇ ਬੱਦਲਾਂ ਨੂੰ ਜੱਟ ਦੀ ਕਿਸੇ ਕਰਤੂਤ ਤੋਂ ਗੁੱਸਾ ਆ ਗਿਆ, ਜਿਸ ਕਰਕੇ ਉਹਨੇ ਫੈਸਲਾ ਕੀਤਾ ਕਿ ਬਰਸਣਾ ਨਹੀਂ। ਰੁਕਿਆ ਰਿਹਾ। ਇੱਕ ਕਮਲਾ ਬੱਦਲ ਲੰਘਿਆ ਜਾ ਰਿਹਾ ਸੀ। ਉਹਨੇ ਸਿਆਣੇ ਬੱਦਲ ਨੂੰ ਨਾ ਵਰਸਣ ਦਾ ਕਾਰਨ ਪੁੱਛਿਆ। ਸਿਆਣੇ ਬੱਦਲ ਨੇ ਕਿਹਾ, ਜੱਟ ਨੂੰ ਭੁੱਖਾ ਮਾਰਾਂਗੇ, ਨਾ ਵਰਸਾਂਗੇ, ਨਾ ਬਿਜਾਈ ਹੋਊਗੀ, ਨਾ ਫਸਲ ਹੋਊਗੀ, ਕਾਲ ਪਏਗਾ। ਕਮਲਾ ਬੱਦਲ ਬੋਲਿਆ, ਜੇ ਇਹ ਗੱਲ ਹੈ ਤਾਂ ਮੈਂ ਵਰਸਦਾ। ਜਿੰਨੇ ਦਾਣੇ ਜੱਟ ਦੇ ਘਰ ਅੰਦਰ ਪਏ ਹੈ ਉਹ ਖੇਤਾਂ 'ਚ ਜਾ ਕੇ ਬੀਜ ਦੇਗਾ। ਜੇ ਇੱਕ ਮੀਂਹ ਵੀ ਨਾ ਪਿਆ ਫਿਰ ਤਾਂ ਇਹ ਦਾਣੇ ਉਹਦੇ ਕੰਮ ਆ ਜਾਣਗੇ। ਬਾਹਰੋਂ ਨਹੀਂ ਦੇਣਾ ਨਾ ਸਹੀ, ਅੰਦਰਲਾ ਅੰਨ ਕਢਵਾਉਣ ਵਾਸਤੇ ਇੱਕ ਵਾਰ ਤਾਂ ਵਰਸਣ ਦੇ। ਉਦੋਂ ਦਾ ਭਾਈ ਜੱਟ ਸਿਆਣਾ ਹੋ ਗਿਆ। ਹੁਣ ਇੱਕ ਅੱਧੇ ਬੱਦਲ ਦੇ ਵਰਸਣ ਤੇ ਤੁਰੰਤ ਬਾਅਦ ਆਪਾਂ ਕੋਈ ਨਹੀਂ ਦਾਣੇ ਖੇਤ 'ਚ ਕਢਾਉਂਦੇ। ਸਰਦੀਆਂ 'ਚ ਬਰਫਾਨੀ ਠੱਕਾ ਚੱਲਦਾ। ਅਸੀਂ ਬੱਚੇ ਰਾਤ ਬਰਾਤੇ ਘਰੋਂ ਨਿਕਲਣ ਲੱਗਦੇ ਤਾਂ ਇਹਨਾਂ ਸ਼ਬਦਾਂ ਨਾਲ ਵਰਜਦੀ, ਟਿਕ ਕੇ ਬੈਠੋ, ਬਾਹਰ ਹਵਾ ਭਟਕ ਚੁੱਕੀ ਹੈ। ਠੰਡੇ ਪਾਣੀ ਨਾਲ ਮੂੰਹ ਧੋਂਦੀ ਆਖਦੀ, ਸਿਆਲ 'ਚ ਪਾਣੀ ਗੋਲੀਆਂ ਵਾਂਗ ਵੱਜਦਾ। ਸਾਨੂੰ ਦੱਸਿਆ ਕਰਦੀ, ਘਬਰਾਹਟ 'ਚ ਇੰਨੀ ਉਲਝਣ ਹੋ ਜਾਇਆ ਕਰਦੀ ਹੈ ਕਿ ਪਤਾ ਨਹੀਂ ਲੱਗਦਾ ਕੀ ਕਰੀਏ। ਪਰਾਤ ਖੋਈ ਜਾਵੇ ਤਾਂ ਮੈਂ ਘੜਿਆਂ 'ਚ ਹੱਥ ਮਾਰਦੀ ਲੱਭਦੀ ਫਿਰਦੀ ਹਾਂ। ਕੋਈ ਗੁਆਂਢਣ ਵਿਅੰਗ ਕਰਦੀ ਤਾਂ ਉਹਨੂੰ ਕਰਾਰਾ ਜਵਾਬ ਵਿਅੰਗ 'ਚ ਹੀ ਮਿਲਦਾ। ਔਰਤਾਂ ਹੱਸਣ ਲੱਗਦੀਆਂ ਤਾਂ ਆਪਣੇ ਮੋਢੇ ਉੱਤੇ ਥਾਪੀ ਦੇ ਕੇ ਆਖਦੀ, ਸ਼ੇਰ ਮਾਰਨ ਜੋਗੀ ਨਾ ਸਹੀ, ਜਾਂ ਸੋਟੀ ਭਾਂਡੇ ਭੰਨਣ ਜੋਗੀ ਤਾਂ ਹੈ ਅਜੇ। ਇੱਕ ਵਾਰ ਵੱਡੀਆਂ ਦੋਵੇਂ ਭਰਜਾਈਆਂ ਬੇਬੇ ਜੀ ਦੁਆਲੇ ਹੋ ਗਈਆਂ ਕਿ ਸਾਡੇ ਕਿਸੇ ਕੰਮ ਨਹੀਂ ਆਉਂਦਾ ਪ੍ਰੋਫੈਸਰ। ਜਦੋਂ ਪੜ੍ਹਿਆ ਕਰਦਾ ਸੀ ਕਿਹਾ ਕਰਦਾ ਸੀ, ਸਾਡੇ ਕੰਮ ਕਰਾਂਗਾ, ਸਾਰੇ ਕੰਮ ਕਰਾਂਗਾ, ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗਾ ਵੀ, ਨੌਕਰੀਆਂ ਵੀ ਲਵਾਵਾਂਗਾ। ਹੁਣ ਗੱਲ ਨਹੀਂ ਕਰਦਾ। ਮਾਂ ਨੇ ਕਿਹਾ, ਉਦੋਂ ਇਹ ਕਮਜ਼ੋਰ ਸੀ, ਨਿਆਣਾ ਸੀ, ਤੁਸੀਂ ਤਕੜੀਆਂ ਸੋ। ਪੁਲਿਸ ਦੀ ਮਾਰ ਹੇਠ ਆਇਆ ਬੰਦਾ ਐਵੇਂ ਮੰਨੀ ਜਾਇਆ ਕਰਦਾ, ਜੋ ਮਰਜ਼ੀ ਮਨਾ ਲਓ। ਕਰਨਾ ਕਰਾਉਣਾ ਕੀ ਹੈ ਇਹਨੇ ਕਿਸੇ ਦਾ। ਹੁਣ ਡਰਦਾ ਮਾਰਿਆ ਇਕਰਾਰ ਕਰੀ ਜਾਂਦਾ ਸੀ। ਹੁਣ ਨਹੀਂ ਦਵਾ ਲਏ ਕਿਸੇ ਨੂੰ ਕੁਛ। ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ, ਮੋਰਾਂ ਨੂੰ ਮਾਰ ਕੇ ਖਾ ਜਾਂਦੇ ਆ, ਮੁਰਗਾਬੀਆਂ ਤਾਂ ਕੀ ਕੂੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਕੋ ਕਹਿ ਦੇ ਤਾਂ ਦੜੈਂ ਗੋਲੀ ਮਾਰ ਦੇਣੇ। ਗਿਰਜਾਂ ਤਾਂ ਰਹੀਆਂ ਨਹੀਂ ਹੁਣ, ਇਹ ਹੱਡਾ ਰੋੜੀ 'ਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਣ। ਮਾਂ ਦੀ ਉਮਰ 90 ਸਾਲ ਦੀ ਹੋ ਗਈ ਹੈ। 15 ਸਾਲ ਦੀ ਉਮਰ 'ਚ ਉਹ ਮੇਰੇ ਪਿੰਡ ਆਈ ਸੀ। ਹੁਣ ਤੱਕ ਮੇਰਾ ਪਿੰਡ ਉਹਦਾ ਪਿੰਡ ਨਹੀਂ ਬਣਿਆ। ਉਹਦਾ ਪਿੰਡ ਉਹੀ ਹੈ ਜਿੱਥੇ ਉਹਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹੀ ਆਖਦੀ, ਤੇਰੇ ਪਿੰਡ ਮੈਂ ਇਉਂ ਕੀਤਾ। ਪਿੰਡ ਕਿਸੇ ਕੰਮ ਕਿਸੇ ਦੇ ਘਰ ਗਈ, ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ, ਕਰਤਾਰਪੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ 'ਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਟਾਈ ਹੋਵੇ। ਪਾਰਲੀਮੈਂਟ ਦੀ ਚੋਣ ਦੇ ਨਤੀਜੇ ਆਏ। ਬੇਬੇ ਨੇ ਪੁੱਛਿਆ, ਕਿਹਦੀ ਸਰਕਾਰ ਬਣੀ ਹੈ? ਮੈਂ ਕਿਹਾ, ਕਿਸੇ ਦੀ ਨਹੀਂ, ਪੂਰੀ ਸੰਮਤੀ ਕਿਸੇ ਦੀ ਨਹੀਂ ਬਣੀ, ਕੰਮ ਚਲਾਊ ਸਰਕਾਰ ਬਣੀ ਹੈ। ਬੇਬੇ ਨੇ ਕਿਹਾ, ਇਸ ਦੇਸ਼ 'ਚ ਹੁਣ ਕੰਮ ਚਲਾਊ ਸਰਕਾਰਾਂ ਬਣਨਗੀਆਂ। ਕੰਮ ਚਲਾਊ ਸਰਕਾਰ ਉਹਨੂੰ ਕਹਿੰਦੇ ਆ ਜਿਹੜੀ ਤੋਂ ਕੰਮ ਨਾ ਚੱਲ ਸਕਦਾ ਹੋਵੇ। 9ਵੀਂ ਜਮਾਤ 'ਚ ਪੜ੍ਹਦਿਆਂ ਮੈਂ ਇੱਕ ਦਿਨ ਕਿਹਾ, ਬੇਬੇ ਲੱਗਦਾ ਮੇਰਾ ਕੱਦ ਹੁਣ ਹੋਰ ਨਹੀਂ ਵਧੇਗਾ, ਜਿੰਨਾ ਵਧਣਾ ਸੀ ਵੱਧ ਗਿਆ। ਉਹਨੇ ਕਿਹਾ, ਜੇ ਸਾਧ ਮਤਾ ਰੱਖੇ ਤਾਂ ਹੋਰ ਵੀ ਵਧੇ, ਸਾਧੂਆਂ ਵਰਗਾ ਸੁਭਾਅ ਬਣਾ। ਬੈਠਿਆਂ ਗੱਲਾਂ ਕਰਦਿਆਂ ਇੱਕ ਦਿਨ ਕਹਿਣ ਲੱਗੀ, ਤੁਸੀਂ ਸਾਰੇ ਭੈਣ ਭਾਈ ਪੜ੍ਹਨ 'ਚ ਮਿਹਨਤੀ ਨਿਕਲੇ ਤਾਂ ਤੁਹਾਨੂੰ ਤਰੱਕੀਆਂ ਕਰਦਿਆਂ ਦੇਖ ਕੇ ਇੱਕ ਵਾਰ ਤਾਂ ਪਿੰਡ ਦੇ ਮੁੰਡਿਆਂ ਨੇ ਡੰਗਰ ਚਾਰਨ ਵਾਲੀਆਂ ਸੋਟੀਆਂ ਤੇ ਕੁੜੀਆਂ ਨੇ ਗੋਹਾ ਸੁੱਟਣ ਵਾਲੇ ਟੋਕਰੇ ਵਗਾ ਕੇ ਕਿਤਾਬਾਂ ਚੁੱਕ ਲਈਆਂ ਸੀ। ਪਰ 5-5 4-4 ਸਾਲ ਲਾ ਕੇ ਜਦੋਂ ਦੇਖ ਲਿਆ ਵੀ ਗੱਲ ਬਣ ਨਹੀਂ ਰਹੀ ਤਾਂ ਸੋਟੀਆਂ ਫਿਰ ਹੱਥਾਂ 'ਚ ਤੇ ਟੋਕਰੇ ਫਿਰ ਸਿਰਾਂ 'ਤੇ ਜਾ ਟਿਕੇ। ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਤਾਂ ਉਹ ਲਾਂਭਾ ਦੇਣ ਉਹਦੇ ਘਰ ਜਾਂਦੀ ਆਖਦੀ, ਵੇ ਧਰਤੀ ਨੂੰ ਕੁੱਟ ਲਿਆ, ਜਿਹਾ ਜਨਾਨੀ ਨੂੰ ਕੁੱਟ ਲਿਆ। ਇਸ 'ਚ ਕਾਹਦੀ ਸੂਰਮਗਤੀ? ਕੋਈ ਹੈ ਨਾ ਸ਼ਰਮ ਹਿਆ ਤੈਨੂੰ? ਡੋਬ ਦੇਂਗਾ ਇਸ ਗਊ ਦਾ ਹੌਕਾ? ਰੋਟੀ ਪੱਕਦੀ ਬੁਰੀ ਲੱਗਣ ਲੱਗੀ ਤੈਨੂੰ, ਬੇਸ਼ਰਮ। ਰੁਮਾਲੇ 'ਚ 5 ਗ੍ਰੰਥੀ ਪੇਟੀ 'ਚ ਤੇ ਗੁਟਕਾ ਰੁਮਾਲ ਵਿੱਚ ਵਲੇਟ ਕੇ ਉੱਚੇ ਆਲੇ 'ਚ ਰੱਖਦੀ, ਮਤਲਬ ਨਹੀਂ ਕਿ ਹੱਥ ਧੋਏ ਬਗੈਰ ਕੋਈ ਛੂਹ ਸਕੇ। ਪਜਾਮਾ ਖਰਾਬ ਨਾ ਹੋਏ, ਬੈਠਣ ਲੱਗਿਆਂ ਅਖਬਾਰ ਜਾਂ ਕਿਸੇ ਰਸਾਲੇ ਨੂੰ ਹੇਠ ਧਰ ਕੇ ਬੈਠ ਜਾਂਦੇ ਤਾਂ ਝਿੜਕਾਂ ਪੈਂਦੀਆਂ। ਅਕਲ ਮਾਰੀ ਗਈ, ਵਿੱਦਿਆ ਨੀਵੀਂ ਥਾਂ ਤੇ ਰੱਖੀ ਦੀ ਹੈ। ਅਸੀਂ ਹੱਸਦੇ, ਕੀ ਹੋ ਗਿਆ ਮਾਂ, ਇਹ ਕਿਹੜਾ ਬਾਣੀ ਹੈ, ਫਜ਼ੂਲ ਦੇ ਵਰਕੇ ਹੈ। ਉਹ ਆਖਦੀ, ਅੱਖਰ ਤੋਂ ਵੱਡਾ ਕੋਈ ਧਨ ਨਹੀਂ। ਪਤਾ ਗੁਰੂਆਂ ਨੇ ਤਪੱਸਿਆ ਕੀਤੀ ਤਾਂ ਰੱਬ ਨੇ ਉਹਨਾਂ ਦੀ ਝੋਲੀ ਅੱਖਰਾਂ ਨਾਲ ਭਰੀ। ਅਕਲ ਤੋਂ ਕੰਮ ਲਓ, ਅਕਲ ਤੋਂ। ਚਚੇਰਾ ਭਰਾ ਗੁਰਤੇਜ ਬਹੁਤ ਸ਼ਰਾਬ ਪੀਣ ਲੱਗ ਪਿਆ ਤੇ ਸਮਝਾਉਣ ਦੇ ਬਾਵਜੂਦ ਨਾ ਹਟਿਆ ਤਾਂ ਮੌਤ ਹੋ ਗਈ।
ਬੇਬੇ ਨੂੰ ਖਬਰ ਦੱਸੀ ਤਾਂ ਹੌਕਾ ਲੈ ਕੇ ਕਹਿਣ ਲੱਗੀ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਇਹ ਸੰਸਾਰ ਤੇਜ਼ ਅੱਗ ਦੀ ਤਰ੍ਹਾਂ ਹੈ। ਇਸ ਵਿੱਚ ਘਾਹ ਫੂਸ ਲੱਕੜ ਤਿੰਬੜ ਸਭ ਜਲ ਕੇ ਰਾਖ ਹੋ ਜਾਂਦਾ, ਪਰ ਜਿਹੜਾ ਸੋਨਾ ਹੁੰਦਾ ਹੈ ਉਹ ਇਸ ਅੱਗ 'ਚ ਖਤਮ ਹੋਣ ਦੀ ਥਾਂ ਹੋਰ ਨਿਖਰ ਜਾਂਦਾ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਮਾਂ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਹਟ ਜਾਂਦੇ ਆ। ਕਦੀ ਕਿਹਾ ਕਿ ਕਿਸੇ ਨੇ ਕਿ ਇੰਨੀ ਤੂੜੀ ਚੋਂ ਕੌਣ ਦਾਣੇ ਕੱਢਦਾ ਫਿਰੇ। ਖੇਤ ਇਸ ਕਰਕੇ ਨਹੀਂ ਵਾਹੁਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ। ਅਸਾ ਤੁਸੀਂ ਮਾੜੇ ਇੱਕ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗੀ ਹੈ ਫਿਰ ਕੀ ਹੋਇਆ, ਜੇ ਪਾਣੀ ਨਹੀਂ ਖੂਹ ਪੁੱਟੋ ਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਭਰੋਸਾ ਰੱਖ, ਗੁਰੂ ਤੁਹਾਡੇ ਅੰਗ ਸੰਗ ਹੈ। ਛੋਟੇ ਬੇਟੇ ਦਾ ਨਾਮ ਸੁਖਨਬੀਰ ਹੈ। 4 ਸਾਲ ਦੇ ਨੂੰ ਲੈ ਕੇ ਪਿੰਡ ਚਲਾ ਗਿਆ। ਉਹਨੂੰ ਬੇਬੇ ਕੋਲ ਛੱਡ ਕੇ ਮੈਂ ਕਿਸੇ ਕੰਮ ਨਿਕਲ ਗਿਆ ਤੇ ਸਵੇਰ ਦਾ ਗਿਆ ਹੋਇਆ ਸ਼ਾਮੀ ਪਰਤਿਆ। ਬੇਬੇ ਨੇ ਦੱਸਿਆ, ਤੇਰਾ ਮੁੰਡਾ ਅੱਜ ਮੈਂ ਮੌਕੇ ਤੇ ਫੜ ਲਿਆ। ਮੈਨੂੰ ਗਾਲਾਂ ਦੇ ਰਿਹਾ ਸੀ, ਇਕੱਲਾ ਬੈਠਾ। ਮੈਂ ਆਈ ਤਾਂ ਉਹਨੂੰ ਪਤਾ ਨਾ ਲੱਗਾ। ਮੇਰੇ ਵੱਲ ਪਿੱਠ ਸੀ। ਗੰਦੀ ਬੇਬੇ, ਹਰਾਮਣ ਬੇਬੇ, ਪਤਾ ਨਹੀਂ ਕਿੱਧਰ ਗਈ। ਮੈਂ ਪੁੱਛਿਆ, ਓਏ ਕਿਉਂ ਗਾਲਾਂ ਕੱਢ ਰਿਹਾ ਮੈਨੂੰ? ਉਹਨੇ ਕਿਹਾ, ਤੁਹਾਨੂੰ ਨਹੀਂ, ਮੈਂ ਤਾਂ ਕੰਧ ਨੂੰ ਗਾਲਾਂ ਦੇ ਰਿਹਾ ਸੀ। ਮੈਂ ਪੁੱਛਿਆ, ਕੰਧ ਨੂੰ ਕਿਉਂ ਦਿੰਦਾ ਸੀ ਗਾਲਾਂ? ਉਹਨੇ ਕਿਹਾ, ਮੈਨੂੰ ਭੁੱਖ ਲੱਗੀ, ਕੰਧ ਨੇ ਰੋਟੀ ਨਹੀਂ ਦਿੱਤੀ, ਹੋਰ ਕੀ ਕਰਦਾ, ਗਾਲਾਂ ਦਿੱਤੀਆਂ ਮੈਂ। ਸੁਖਨਬੀਰ ਨੂੰ ਝਿੜਕਣ ਹੀ ਲੱਗਾ ਸੀ ਕਿ ਮਾਂ ਨੇ ਮੈਨੂੰ ਕਿਹਾ, ਤੇਰੀ ਪਿੱਠ ਪਿੱਛੇ ਕੋਈ ਗਾਲਾਂ ਦੇਵੇ ਤਾਂ ਧਿਆਨ ਨਾ ਦੇਈਂ। ਲੋਕ ਰੱਬ ਨੂੰ ਨਹੀਂ ਛੱਡਦੇ, ਤੂੰ ਕੀ ਚੀਜ਼ ਹੈ? ਕੀ ਪਤਾ ਗਾਲਾਂ ਦੇਣ ਵਾਲਾ ਸੱਚਾ ਹੋਵੇ। ਜੇ ਉਹ ਆਖੇ ਤੈਨੂੰ ਨਹੀਂ ਦਰਖਤ ਨੂੰ ਗਾਲ ਦਿੱਤੀ ਹੈ ਤੇ ਇਹੋ ਸੱਚ ਮੰਨੀ ਕਿ ਦਰਖਤ ਨੂੰ ਗਾਲ ਦਿੱਤੀ ਹੈ, ਮੈਨੂੰ ਨਹੀਂ। ਮੈਂ ਪੁੱਛਿਆ, ਸਭ ਕੁਝ ਮੈਨੂੰ ਕਿਉਂ ਸਮਝਾਇਆ ਜਾ ਰਿਹਾ? ਤਾਂ ਬੋਲੀ, ਇਸ ਕਰਕੇ ਕਿ ਤੁਹਾਡੇ ਸਾਰੇ ਭੈਣ ਭਰਾਵਾਂ ਉੱਪਰ ਗੁਰੂ ਦਇਆਵਾਨ ਹੈ। ਤੁਸੀਂ ਚੜ੍ਹਤ ਵਿੱਚ ਹੋ। ਕਿਹੜੀ ਤਾਕਤ ਤੇ ਸ਼ਾਨ ਹੋਰ ਹੈ ਜਿਹੜੀ ਤੁਹਾਨੂੰ ਨਹੀਂ ਮਿਲੀ, ਅਜੇ ਹੋਰ ਮਿਲੇਗੀ। ਜਿਹੜੇ ਇਸ ਤਾਕਤ ਤੋਂ ਖਾਲੀ ਹਨ, ਦੁਖੀ ਹਨ, ਮੰਦਾ ਚੰਗਾ ਬੋਲਣ ਦਾ ਹੱਕ ਉਹਨਾਂ ਦਾ ਹੈ, ਤੇਰਾ ਨਹੀਂ। ਇਹੋ ਜਿਹੀ ਗੱਲ ਬਾਪੂ ਨੇ ਕਹੀ ਸੀ ਜਦੋਂ ਮੈਂ ਕਾਲਜ ਦਾ ਵਿਦਿਆਰਥੀ ਸੀ। ਮੈਂ ਇੱਕ ਦਿਨ ਬਹੁਤ ਗੁੱਸੇ 'ਚ ਆ ਗਿਆ। ਕੋਈ ਗੱਲ ਅਜਿਹੀ ਹੋ ਗਈ ਸੀ, ਚਾਚੇ ਨੇ ਗਿਣ ਮਿੱਥ ਕੇ ਕੋਈ ਨੁਕਸਾਨ ਕੀਤਾ ਸੀ, ਜਿਸ ਕਰਕੇ ਮੈਂ ਕ੍ਰੋਧ ਵਿੱਚ ਸਾਂ। ਬਾਪੂ ਜੀ ਕਹਿਣ ਲੱਗੇ, ਗਰਮ ਨਹੀਂ ਹੋਈਦਾ। ਮੈਂ ਕਿਹਾ, ਕਿਉਂ ਨਹੀਂ ਹੋਈਦਾ ਗਰਮ? ਜਿਹਨੂੰ ਗੁੱਸਾ ਨਹੀਂ ਆਉਂਦਾ ਉਹ ਕੋਈ ਬੰਦਾ ਹੈ? ਬੰਦੇ ਨੂੰ ਗੁੱਸਾ ਆਏਗਾ ਤੇ ਆਉਣਾ ਚਾਹੀਦਾ। ਬਾਪੂ ਜੀ ਨੇ ਕਿਹਾ, ਤੂੰ ਮੇਰੇ ਨਾਲ ਲੁਹਾਰ ਦੀ ਆਰਨ ਤੇ ਜਾਂਦਾ ਰਿਹਾ, ਤੂੰ ਦੇਖਿਆ ਹੋਣਾ ਲੋਹਾ ਗਰਮ ਹੁੰਦਾ ਤੇ ਲੁਹਾਰ ਠੰਡਾ। ਤਾਂ ਲੁਹਾਰ ਦੀ ਮਰਜ਼ੀ ਚੱਲਦੀ ਹੈ। ਜੇ ਲੋਹਾ ਠੰਡਾ ਹੋਵੇ ਤੇ ਲੁਹਾਰ ਗਰਮ ਹੋਵੇ ਤੇ ਲੋਹੇ ਦੀ ਮਰਜ਼ੀ ਚੱਲੇਗੀ। ਗਰਮ ਨਾ ਹੋਇਆ ਕਰ। ਜੇ ਬਾਦਸ਼ਾਹੀ ਕਰਨੀ ਆ ਤਾਂ ਤੈਸ਼ 'ਚ ਨਹੀਂ ਆਉਣਾ। ਜੇ ਗੁਲਾਮੀ ਕਰਨੀ ਆ ਤਾਂ ਤੇਰੀ ਮਰਜ਼ੀ। ਗੁਰੂ ਕਲਗੀਧਰ ਬਾਬਾ ਜੀ ਯੁੱਧ ਦੇ ਮੈਦਾਨ ਵਿੱਚ ਵੀ ਠੰਡੇ ਰਹਿੰਦੇ ਸੀ, ਠੰਡ ਵਰਤਾਉਂਦੇ ਸੀ। ਹਜ਼ਰਤ ਮੁਹੰਮਦ ਸਾਹਿਬ ਆਪਣੇ ਉਸ ਪਿਆਰੇ ਦੇ ਘਰ ਪੁੱਜੇ ਜਿਹਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਸ ਜਵਾਨ ਨੇ ਦੇਖਿਆ ਕਿ ਧਰਵਾਸ ਦੇਣ ਵੇਲੇ ਪੈਗੰਬਰ ਉਦਾਸ ਸਨ। ਜਵਾਨ ਨੇ ਕਿਹਾ, ਜੀ ਮੈਂ ਸਧਾਰਨ ਬੰਦਾ, ਮੇਰੇ ਮਾਪੇ ਨਹੀਂ ਰਹੇ ਤਾਂ ਮੇਰਾ ਦੁਖੀ ਹੋਣਾ ਵਾਜਬ ਹੈ। ਤੁਸੀਂ ਬੇਅੰਤ ਵੱਡੇ ਹੋ, ਤੁਸੀਂ ਕਿਉਂ ਉਦਾਸ ਹੋਏ? ਪੈਗੰਬਰ ਨੇ ਫਰਮਾਇਆ, ਮਾਪੇ ਲਗਾਤਾਰ ਅੱਲਾ ਦੇ ਦਰਬਾਰ ਅੱਗੇ ਫਰਿਆਦ ਕਰਦੇ ਹਨ ਕਿ ਸਾਡੀ ਸੰਤਾਨ ਸੁਖੀ ਰਹੇ। ਉਹ ਹਮੇਸ਼ਾ ਆਖਦੇ ਹਨ, ਯਾ ਖੁਦਾ, ਸਾਡਾ ਬੱਚਾ ਅਜੇ ਛੋਟਾ ਹੈ, ਇਹਨੂੰ ਸਮਝ ਨਹੀਂ, ਇਹਦੇ ਗੁਨਾਹ ਬਖਸ਼, ਇਹਦੇ ਗੁਨਾਹਾਂ ਦੀ ਸਜ਼ਾ ਸਾਨੂੰ ਦੇ ਦੇ। ਬੇਸ਼ੱਕ ਇਸ ਮਾਸੂਮ ਉੱਪਰ ਮਿਹਰਬਾਨੀ ਕਰ। ਤੇਰੀ ਬੰਦਗੀ ਕਰਦੇ ਹਾਂ, ਪਿਤਾ ਦਾ ਉਹਦਾ ਸਿਲਾ ਇਹਨਾਂ ਬੱਚਿਆਂ ਨੂੰ ਮਿਲੇ, ਮਾਪਿਆਂ ਦੀ ਖੁਸ਼ੀ ਕਾਇਮ ਰਹੇ। ਇਸ ਲਈ ਅੱਲਾ ਉਹਨਾਂ ਦੇ ਬੱਚਿਆਂ ਨੂੰ ਮਾਫ਼ ਕਰਦਾ ਰਹਿੰਦਾ। ਤੇਰੇ ਗੁਨਾਹ ਆਪਣੇ ਸਿਰ ਲੈਣ ਵਾਸਤੇ ਹੁਣ ਤੇਰਾ ਕੋਈ ਨਹੀਂ, ਮਾਪਿਆਂ ਤੋਂ ਬਗੈਰ ਹੋਰ ਕੋਈ ਨਹੀਂ ਜਿਹੜਾ ਇਹੋ ਜਿਹੀਆਂ ਦੁਆਵਾਂ ਦੇ ਕੇ ਬਲਾਵਾਂ ਆਪ ਆਪਣੇ ਸਿਰ ਲਵੇ। ਤੇਰਾ ਇੱਕ ਮਜ਼ਬੂਤ ਕਿਲਾ ਟੁੱਟ ਗਿਆ। ਹੁਣ ਤੇਰੇ ਉੱਪਰ ਸਖਤ ਵਕਤ ਆ ਗਿਆ। ਹੁਣ ਤੈਨੂੰ ਬਹੁਤ ਨੇਕ ਬਣਨਾ ਪਏਗਾ। ਆਪਣੇ ਕੰਮ ਦਾ ਹੁਣ ਤੂੰ ਆਪ ਜ਼ਿੰਮੇਵਾਰ ਹੋਏਗਾ। ਯਤੀਮ ਬੱਚਿਆਂ ਨੂੰ ਦੇਖ ਕੇ ਮੈਂ ਇਸ ਲਈ ਉਦਾਸ ਹੋ ਜਾਂਦਾ ਕਿ ਕੀ ਇਹ ਵਿਚਾਰੇ ਜ਼ਿੰਦਗੀ ਦਾ ਭਾਰ ਆਪੇ ਚੁੱਕ ਲੈਣਗੇ। ਪਰ ਅੱਲਾ ਮਿਹਰਬਾਨ ਹੈ, ਉਹ ਆਪਣੇ ਬੱਚਿਆਂ ਦੇ ਸਿਰ ਤੇ ਇੰਨਾ ਬੋਝ ਨਹੀਂ ਰੱਖਦਾ ਕਿ ਚੁੱਕ ਨਾ ਸਕਣ। ਤਾਕਤਵਰ ਹੈ,
ਉਹ ਤੈਨੂੰ ਤੌਫੀਕ ਬਖਸ਼ੇਗਾ। ਹੌਸਲਾ ਰੱਖ, ਤੈਨੂੰ ਨੇਕੀ ਕਰਨੀ ਪਏਗੀ, ਬੰਦਗੀ ਕਰਨੀ ਪਏਗੀ। ਮੇਰੇ ਕੁਲੀਗ ਪ੍ਰੋਫੈਸਰ ਭਾਸਵਤੀ ਸਿਨਹਾ ਦੀ ਮਾਤਾ ਦਾ ਦੇਹਾਂਤ ਪਹਿਲਾਂ ਹੋ ਗਿਆ ਸੀ। ਕਈ ਸਾਲ ਹੋਏ। ਪਿਤਾ ਜੀ ਹੁਣ ਗੁਜ਼ਰੇ ਹਨ। ਅਸੀਂ ਉਹਨਾਂ ਦੇ ਘਰ ਅਫਸੋਸ ਕਰਨ ਗਏ ਤਾਂ ਹੌਕਾ ਲੈ ਕੇ ਬੋਲੇ, पन्नू भाई, अब हम अनाथ हो गए हैं। समझते हो ना इस शब्द का अर्थ? माता पिता होते हैं तो हमारे नाक में नकेल होती है, वो खींच कर हमें ठीक रास्ते पर ले आते हैं। हम भटकते नहीं क्योंकि नथ उनके हाथ में होती है। बेमुहार घूमेंगे हम इधर उधर, अब अपना रास्ता खुद ढूंढना पड़ेगा। अनाथ है हम लोग। छोटा भरा जसविंदर बंदगी करन वालियां वांग बिरध मापियां दी सेवा करदा है। हर खुशी गमी ते ਤਿਉਹਾਰ ਵਕਤ ਅਸੀਂ ਸਾਰੇ ਜਣੇ ਉਹਦੀ ਕੋਠੀ ਜਾ ਪੁੱਜਦੇ ਹਾਂ। ਰੌਣਕਾਂ, ਖੁਸ਼ੀਆਂ ਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਮੇਲੇ 'ਚ ਜਦੋਂ ਅਸੀਂ ਵਿਦਾ ਹੋ ਕੇ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਜਸਵਿੰਦਰ ਹੌਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾ? ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਪਿਆਰ ਨਸੀਬ ਨਹੀਂ ਹੋਇਆ ਉਹ ਕਿਹੋ ਜਿਹੇ ਹੁੰਦੇ ਹੋਣਗੇ। ਪਾਠਕ ਜੀ ਜੀਨ ਜੈਕ ਰੂਸੋ ਦੀ ਆਪ ਬੀਤੀ ਪੜ੍ਹੋ। ਜਨਮ ਦੇ ਕੇ ਉਹਦੀ ਮਾਂ ਤੁਰ ਗਈ। ਲਿਖਦਾ ਹੈ, ਬਾਪੂ ਦੱਸਿਆ ਕਰਦਾ ਸੀ, ਗੁਆਂਢਣਾਂ ਦੀ ਮੇਰੀ ਮਾਂ ਸੋਹਣੀ ਬਹੁਤ ਸੀ। ਬਾਪੂ ਨੂੰ ਇੰਨਾ ਪਿਆਰ ਕਰਦੀ ਸੀ ਕਿ ਗਰੀਬੀ ਦੇ ਬਾਵਜੂਦ ਉਹਨੂੰ ਚੰਗੀ ਨੌਕਰੀ ਕਰਨ ਪਰਦੇਸ ਜਾਣ ਤੋਂ ਰੋਕ ਦਿੱਤਾ। ਬਾਪੂ ਦੁਕਾਨ ਉੱਪਰ ਘੜੀਆਂ ਠੀਕ ਕਰਦਾ ਹੁੰਦਾ ਸੀ। 4-5 ਸਾਲ ਦਾ ਤਾਂ ਮੈਂ ਉਸ ਕੋਲ ਬੈਠਾ ਗੱਲਾਂ ਸੁਣਦਾ। ਬਾਪੂ ਆਖਦਾ, ਮੈਂ ਤੇਰੀ ਮਾਂ ਦੀ ਗੱਲ ਮੰਨ ਕੇ ਦੂਰ ਨਹੀਂ ਗਿਆ ਸੀ। ਉਹ ਕਿਉਂ ਗਈ ਫਿਰ? ਅਸੀਂ ਦੋਵੇਂ ਰਲ ਕੇ ਰੋਣ ਲੱਗ ਜਾਂਦੇ। ਕਿਸੇ ਦਿਨ ਫਿਰ ਬਾਪੂ ਮੈਨੂੰ ਆਖਦਾ, ਤੇਰੀ ਮੰਮੀ ਦੀਆਂ ਗੱਲਾਂ ਕਰੀਏ? ਮੈਂ ਉੱਤਰ ਦਿੰਦਾ, ਨਹੀਂ ਪਾਪਾ, ਮੰਮੀ ਦੀਆਂ ਗੱਲਾਂ ਨਹੀਂ ਕਰਨੀਆਂ, ਫਿਰ ਆਪਾਂ ਰੋਣ ਲੱਗ ਜਾਵਾਂਗੇ। ਮੇਰੀ ਇੰਨੀ ਕੁ ਗੱਲ ਦੇਰ ਤੱਕ ਸਾਨੂੰ ਦੋਵਾਂ ਨੂੰ ਰਵਾਉਣ ਲਈ ਕਾਫੀ ਹੁੰਦੀ। ਨਾਗ ਸੈਨ ਨੇ ਮੈਨੂੰ ਪੁੱਛਿਆ, ਕੀ ਇਹੋ ਜਿਹੀ ਮਾਂ ਵੀ ਦੇਖੀ ਹੈ ਜਿਹਨੇ ਵਿਆਹ ਕੇ ਤੋਰਨ ਵੇਲੇ ਧੀ ਨੂੰ ਸਿੱਖਿਆ ਦਿੱਤੀ, ਮਹਿਲਾਂ ਵਿੱਚ ਵਸੀ ਭਾਵੇਂ, ਪਰ ਇੱਕ ਕੋਨਾ ਆਪਣਾ ਰੱਖੇ ਜਿਹੜਾ ਤੇਰਾ ਹੋਵੇ, ਜਿੱਥੇ ਇਕੱਲੀ ਬੈਠ ਕੇ ਤੂੰ ਆਰਾਮ ਨਾਲ ਰੋ ਸਕੇ ਤੇ ਕੋਈ ਦੁੱਖ ਨਾ ਹੋਵੇ। ਪਲਕਾਂ ਹੇਠ ਹੰਝੂ ਤੇ ਪੱਲੇ ਹੇਠ ਦੁੱਧ ਛੁਪਾ ਕੇ ਰੱਖੇ। ਟੈਗੋਰ ਵਰਖਾ ਦੀਆਂ ਬੂੰਦਾਂ ਨੇ ਧਰਤੀ ਨੂੰ ਚੁੰਮਿਆ ਤੇ ਹੌਲੀ ਦੇਣੀ ਕਿਹਾ, ਅਸੀਂ ਤੇਰੇ ਤੋਂ ਵਿਛੜੀਆਂ ਹੋਈਆਂ, ਤੇਰੀਆਂ ਬੱਚੀਆਂ ਅਤੇ ਸੁਰਗਾਂ ਤੋਂ ਮੁੜ ਕੇ ਆਈਆਂ, ਸਾਨੂੰ ਆਪਣੀ ਗੋਦ 'ਚ ਸਮਾਏਗੀ ਮਾਂ। ਇਸ ਕਥਾ ਦਾ ਅੰਤ ਕਿਵੇਂ ਕਰੀਏ? ਸਿੱਖੀ ਦੀਆਂ ਗੱਲਾਂ ਤਾਂ ਕਰ ਲਈਆਂ। ਪੁਰਾਣ ਦਾ ਕੋਈ ਮੰਤਰ ਠੀਕ ਰਹੇਗਾ ਕਿ ਬੋਧ ਵਾਕ? ਦੋਵੇਂ ਠੀਕ ਹਨ। ਤੁਸੀਂ ਦੇਖ ਲੈਣਾ ਅਜਮਾ ਕੇ। ਜਿਵੇਂ ਮਰਦ ਧਰਮਾਂ ਵਿਚਕਾਰ ਬਖੇੜਾ ਕਰਦੇ ਹਨ, ਔਰਤਾਂ ਨਹੀਂ ਕਰਦੀਆਂ। ਮਾਵਾਂ ਦੀਆਂ ਝੋਲੀਆਂ ਇੰਨੀਆਂ ਵੱਡੀਆਂ ਹਨ ਕਿ ਉਹਨਾਂ ਵਿੱਚ ਸਭ ਧਰਮ ਟਿਕ ਕੇ ਸੌਂ ਜਾਂਦੇ ਹਨ, ਆਰਾਮ ਨਾਲ, ਖੈਬੜਦੇ ਨਹੀਂ। ਲਓ ਜੀ, ਸੁਣੋ ਰਿਸ਼ੀ ਕਥਨ। ਤੂੰ ਜਿਸ ਮਰਜ਼ੀ ਦੇਸ਼ 'ਚ ਜਾ, ਜਿਸ ਮਰਜ਼ੀ ਯੁੱਗ 'ਚ ਛੁਪਣ ਦਾ ਯਤਨ ਕਰ, ਤੇਰੇ ਕਰਮ ਤੈਨੂੰ ਮਿਲਣਗੇ। ਹਜ਼ਾਰਾਂ ਗਾਵਾਂ ਵਿੱਚੋਂ ਵੱਛਾ ਆਪਣੀ ਮਾਂ ਨੂੰ ਲੱਭ ਲੈਂਦਾ ਹੈ। ਤੇਰੇ ਕਰਮ ਤੈਨੂੰ ਲੱਭ ਲੈਣਗੇ ਹਰ ਥਾਂ। ਕਈ ਮਿਰਚਾਂ ਤੇ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਦੀ ਵਿਚਰੂਆਂ ਦੀਆਂ ਬੂਥੀਆਂ ਪਲੋਸ ਰਹੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ, ਮਿੱਟੀ ਘੱਟੇ 'ਚ ਲੱਤ ਪੱਥ ਹੋ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਅਨੁਰੁੱਧ ਨੇ ਇਹ ਬੋਧ ਵਾਕ 2500 ਸਾਲ ਪਹਿਲਾਂ ਲਿਖਿਆ। ਸੱਚ ਨੇ ਜਦੋਂ ਫੈਸਲਾ ਕੀਤਾ ਕਿ ਮੈਂ ਪ੍ਰਗਟ ਹੋਵਾਂ ਤਾਂ ਮਿੱਟੀ ਘੱਟੇ ਤੇ ਚਿੱਕੜ 'ਚ ਲਿਬੜ ਕੇ ਉਹਨੇ ਇੰਨੀ ਰੌਸ਼ਨੀ ਛੱਡੀ ਕਿ ਸਾਰੇ ਸੰਸਾਰ ਜਗਮਗ ਕਰਨ ਲੱਗੇ। ਬ੍ਰਹਿਮੰਡ ਚਾਨਣ ਦੇ ਹੜ ਵਿੱਚ ਨਹਾਤਾ। ਧੰਨਵਾਦ।